ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਪ੍ਰੀਤ ਸੰਧਾਵਾਲੀਆ ਸਵਾਗਤ ਕਰਦਾ ਜੀ। ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ ਇੱਕ ਵਾਰ ਫਿਰ ਤੋਂ ਅਸੀਂ ਲਾਈਵ ਹਾਂ ਆਪਣੇ ਚੈਨਲ 'ਤੇ, ਨਾਲ ਦੇ ਨਾਲ ਸਾਡੇ YouTube ਚੈਨਲ 'ਤੇ, ਸਾਡੇ ਫੇਸਬੁੱਕ ਪੇਜ 'ਤੇ, ਸਾਡੀ ਐਪ 'ਤੇ, ਸਾਡੀ ਵੈਬਸਾਈਟ 'ਤੇ, ਜਿੱਥੇ ਜਿੱਥੇ ਵੀ ਤੁਸੀਂ ਜਿਸ ਵੀ ਤਰੀਕੇ ਨਾਲ ਇਸ ਵਕਤ ਪ੍ਰਾਈਮ ਏਸ਼ੀਆ ਟੀਵੀ ਨੂੰ ਦੇਖ ਰਹੇ ਹੋ, ਤੁਸੀਂ ਸਾਨੂੰ ਲਾਈਵ ਦੇਖ ਰਹੇ ਹੋਵੋਗੇ। ਅਤੇ ਅੱਜ ਦਾ ਜਿਹੜਾ ਮੁੱਦਾ ਹੈ ਜੀ ਉਹ ਸਿਹਤ ਨਾਲ ਜੁੜਿਆ ਹੋਇਆ, ਕਿਉਂਕਿ ਸਿਹਤ ਦੇ ਉੱਪਰ ਅਸੀਂ ਇਸ ਕਹਿ ਲਓ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਦੇ ਰਹਿੰਦੇ ਹਾਂ, ਅਲੱਗ-ਅਲੱਗ ਸ਼ਖਸੀਅਤਾਂ ਜਾਂ ਡਾਕਟਰ ਸਾਹਿਬਾਨ ਨੂੰ ਬੁਲਾ ਕੇ। ਅਤੇ ਕਾਰਨ ਇਹ ਹੈ ਕਿ ਕਈ ਵਾਰ ਆਪਾਂ ਨੂੰ ਬਿਮਾਰੀਆਂ ਜਿਹੜੀਆਂ ਨੇ ਲੱਗਦੀਆਂ ਨੇ ਕਿ ਵੀ ਫਲਾਨੀ ਬਿਮਾਰੀ ਸ਼ਾਇਦ ਕਿਸੇ ਹੋਰ ਕਾਰਨ ਦਾ ਕਰਕੇ ਆ, ਪਰ ਬਹੁਤ ਵਾਰ ਜ਼ਿਕਰ ਹੋ ਚੁੱਕਾ ਹੈ ਕਿ ਮੋਟਾਪਾ, ਈਵਨ ਹੁਣ ਤਾਂ ਕਹਿ ਲਓ ਕਿ ਰਿਸਰਚਾਂ ਵੀ ਇਹ ਗੱਲ ਮੰਨ ਚੁੱਕੀਆਂ ਨੇ ਕਿ ਮੋਟਾਪਾ ਬਹੁਤ ਸਾਰੀਆਂ ਬਿਮਾਰੀਆਂ ਦੀ ਜੜ੍ਹ ਹੈ। ਅਤੇ ਕਈ ਵਾਰ ਆਪਾਂ ਮੋਟਾਪੇ ਨੂੰ ਇਗਨੋਰ ਕਰ ਜਾਂਦੇ ਹਾਂ ਅਤੇ ਆਪਾਂ ਇਹ ਕਹਿੰਦੇ ਕਿ ਸ਼ਾਇਦ ਇਹ ਸਿਹਤ ਬਣੀ ਹੈ ਅਤੇ ਸਿਹਤ ਵਧੀਆ ਲੱਗਦੀ ਹੈ। ਸੋ ਠੀਕ ਹੈ, ਪਹਿਲਾਂ ਦੇ ਹਿਸਾਬ ਨਾਲ ਉਹ ਸਿਹਤਾਂ ਚਾਹੀਦੀਆਂ ਸੀ ਕਿਉਂਕਿ ਬੰਦਾ ਹੱਥੀਂ ਕੰਮ ਕਰਦਾ ਸੀ, ਪਰ ਹੁਣ ਆਪਾਂ ਤੁਸੀਂ ਨੋਟ ਕਰਕੇ ਦੇਖਿਓ 24 ਘੰਟਿਆਂ ਦੇ ਵਿੱਚੋਂ ਆਪਾਂ ਕਿੰਨਾ ਕੁ ਦੇਰ ਖੜ੍ਹੇ ਹੁੰਦੇ ਹਾਂ ਜਾਂ ਚੱਲਦੇ ਜਾਂ ਤੁਰਦੇ ਫਿਰਦੇ ਹਾਂ। ਸੋ ਆਪਣਾ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਉਹ ਬੜਾ ਆਰਾਮਦਾਇਕ ਹੋ ਚੁੱਕਾ। ਪਰ ਜੇ ਆਪਾਂ ਛਕਣ ਛਕਾਉਣ ਦੀ ਗੱਲ ਕਰੀਏ ਤਾਂ ਪਹਿਲਾਂ ਸਗੋਂ ਰੋਟੀ ਪਾਣੀ ਸਾਦਾ ਹੁੰਦਾ ਸੀ, ਅਤੇ ਹੁਣ ਤਾਂ ਆਪਾਂ ਤੁਹਾਨੂੰ ਪਤਾ ਪਦਾਰਥ ਹੀ ਇੰਨੇ ਜ਼ਿਆਦਾ ਨੇ ਵੀ ਬੰਦੇ ਦੇ ਮੂੰਹ 'ਚ ਵਧੋ ਵਧੀ ਪਾਣੀ ਆ ਜਾਂਦਾ। ਸੋ ਇਹ ਸਾਰੇ ਕੁਛ ਦੇ ਵਿੱਚ ਇਹ ਜਿਹੜਾ ਲਾਈਫ ਸਟਾਈਲ ਆਪਣਾ ਚੇਂਜ ਹੋ ਗਿਆ, ਉਹਦਾ ਕਰਕੇ ਮੋਟਾਪਾ ਇੱਕ ਕਹਿ ਲਓ ਕਿ ਭਿਅੰਕਰ ਬਿਮਾਰੀ ਦੀ ਤਰ੍ਹਾਂ ਆਪਾਂ ਨੂੰ ਚੰਬੜਦਾ ਜਾ ਰਿਹਾ। ਆਪਾਂ ਉਹਨੂੰ ਪਹਿਲਾਂ ਸਟਾਰਟਿੰਗ ਦੇ ਵਿੱਚ ਇਗਨੋਰ ਕਰ ਦਿੰਦੇ ਹਾਂ, ਪਰ ਹੌਲੀ ਹੌਲੀ ਉਹੀ ਮੋਟਾਪਾ ਜਦੋਂ ਗੋਡਿਆਂ 'ਤੇ ਅਸਰ ਪਾਉਣ ਲੱਗ ਪੈਂਦਾ, ਫਿਰ ਹੌਲੀ ਹੌਲੀ ਹੋਰਨਾਂ ਚੀਜ਼ਾਂ ਦੇ ਉੱਪਰ ਅਸਰ ਪਾਉਣ ਲੱਗ ਪੈਂਦਾ, ਤਾਂ ਅੰਦਰਲੀ ਫੈਟ ਕਿਤੇ ਨਾ ਕਿਤੇ ਸਾਨੂੰ ਅੰਦਰੋਂ ਖੋਖਲਾ ਕਰ ਦਿੰਦੀ ਹੈ। ਅਤੇ ਅਖੀਰ ਜਦੋਂ ਅਸੀਂ ਹੌਸਪੀਟਲ ਪਹੁੰਚਦੇ ਹਾਂ ਤਾਂ ਉਨੀ ਦੇਰ ਤੱਕ ਤਾਂ ਡਾਕਟਰ ਕਹਿੰਦੇ ਵੀ ਹੁਣ ਤਾਂ ਜੀ ਸੇਵਾ ਹੀ ਹੈ। ਸੋ ਕਾਰਨ ਇਹ ਹੈ ਕਿ ਇਸ ਮੋਟਾਪੇ ਨੂੰ ਆਪਾਂ ਥੋੜ੍ਹਾ ਜਿਹਾ ਸੀਰੀਅਸ ਲੈਣਾ ਚਾਹੀਦਾ, ਅਤੇ ਅੱਜ ਕੱਲ੍ਹ ਬਹੁਤ ਸਾਰੀਆਂ ਟੈਕਨੀਕਸ ਅਵੇਲੇਬਲ ਨੇ ਜਿਹਦੇ ਨਾਲ ਆਪਾਂ ਮੋਟਾਪੇ ਨੂੰ ਘਟਾ ਸਕਦੇ ਹਾਂ, ਮੋਟਾਪੇ ਬਾਰੇ ਹੋਰ ਇਨਫੋਰਮੇਸ਼ਨ ਜਾਂ ਲੈ ਸਕਦੇ ਹਾਂ। ਅੱਜ ਦੀ ਜਿਹੜੀ ਸਾਡੀ ਵਿਚਾਰ ਚਰਚਾ ਹੈ ਉਹ ਮੋਟਾਪੇ ਨਾਲ ਸੰਬੰਧਿਤ ਹੈ, ਅਤੇ ਸਾਰੀ ਗੱਲਬਾਤ ਦੇ ਲਈ ਮੇਰੇ ਨਾਲ ਸਟੂਡੀਓ 'ਚ ਨੇ ਡਾਕਟਰ ਜਸਮੀਤ ਸਿੰਘ ਆਹਲੂਵਾਲੀਆ, ਲਾਜਵੰਤੀ ਹੌਸਪੀਟਲ ਜਲੰਧਰ ਤੋਂ। ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਬਹੁਤ ਬਹੁਤ ਸਵਾਗਤ ਡਾਕਟਰ ਸਾਹਿਬ। ਗੁੱਡ ਮਾਰਨਿੰਗ। ਅਤੇ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਜ਼ਰੂਰ ਚਾਹਾਂਗਾ ਕਿ ਤੁਸੀਂ ਪ੍ਰਾਈਮ ਏਸ਼ੀਆ ਟੀਵੀ ਦੇ ਦਰਸ਼ਕਾਂ ਨੂੰ ਜ਼ਰੂਰ ਆਪਣੇ ਬਾਰੇ ਦੱਸੋ ਕਿ ਤੁਹਾਡੇ ਕੋਲ ਜਦੋਂ ਤੁਸੀਂ ਕਿਹਾ ਕਿ ਸੁਪਰ ਸਪੈਸ਼ਲਿਸਟ ਹੋ ਤੁਸੀਂ ਇਹ ਸਾਰੇ ਕੁਛ, 'ਤੇ ਤੁਸੀਂ ਥੋੜ੍ਹੀ ਜਿਹੀ ਆਪਣੇ ਬਾਰੇ ਜਾਣਕਾਰੀ ਜ਼ਰੂਰ ਸਾਡੇ ਦਰਸ਼ਕਾਂ ਨਾਲ ਸਾਂਝੀ ਕਰੋ। ਦੇਖੋ, ਹਰ ਕੰਮ ਦੇ ਵਿੱਚ ਅੱਜ ਕੱਲ੍ਹ ਸੁਪਰ ਸਪੈਸ਼ਲਿਟੀ ਹੈ, ਹਰ ਚੀਜ਼ ਫਰਦਰ ਰਿਫਾਈਨ ਹੋ ਰਹੀ ਹੈ ਜੀ। ਇਸੇ ਤਰ੍ਹਾਂ ਹੀ ਸਰਜਰੀ ਦੇ ਵਿੱਚ ਵੀ ਪਹਿਲਾਂ MS ਜਨਰਲ ਸਰਜਰੀ ਤੱਕ ਲੋਕ ਪੜ੍ਹਾਈ ਕਰਦੇ ਸੀ, ਫਿਰ ਅਲੱਗ-ਅਲੱਗ ਬ੍ਰਾਂਚਿਸ ਬਣ ਗਈਆਂ, ਜਿਸ ਤਰ੍ਹਾਂ ਯੂਰੋਲੋਜੀ, GI ਸਰਜਰੀ, ਕੈਂਸਰ ਸਰਜਰੀ। ਇਸ ਤਰ੍ਹਾਂ ਹੀ ਦੂਰਬੀਨ ਦੇ ਆਪਰੇਸ਼ਨਾਂ ਦੀ ਇੱਕ ਸੁਪਰ ਸਪੈਸ਼ਲਿਟੀ ਹੈ ਫੈਲੋਸ਼ਿਪ ਆਫ ਨੈਸ਼ਨਲ ਬੋਰਡ ਇਨ ਮਿਨੀਮਲ ਐਕਸੈਸ ਸਰਜਰੀ। ਸੋ ਉਹ ਅਸੀਂ ਕੀਤੀ ਹੋਈ ਹੈ, ਜਿਹਦੇ ਨਾਲ ਅਸੀਂ ਦੂਰਬੀਨ ਦੇ ਹੈਲਪ ਦੇ ਨਾਲ ਪੇਟ ਦੇ ਆਲਮੋਸਟ ਸਾਰੇ ਤਰ੍ਹਾਂ ਦੇ ਆਪਰੇਸ਼ਨ ਕਰ ਸਕਦੇ ਹਾਂ। ਉਸ ਤੋਂ ਇਲਾਵਾ ਅਸੀਂ ਫੈਲੋਸ਼ਿਪ ਕੀਤੀ ਹੋਈ ਹੈ ਸਪੈਸ਼ਲੀ ਇਨ ਬੈਰੀਐਟ੍ਰਿਕ ਐਂਡ ਮੈਟਾਬੋਲਿਕ ਸਰਜਰੀ ਅਬਰੋਡ ਤੋਂ, ਤਾਇਵਾਨ ਤੋਂ। ਔਰ ਸਾਡਾ ਜਿਹੜਾ ਸੈਂਟਰ ਹੈ ਉਹ ਵੀ ਇੰਟਰਨੈਸ਼ਨਲ ਐਕਸਲੈਂਸ ਫੈਡਰੇਸ਼ਨ ਨਾਲ ਮਾਨਿਅਤਾ ਪ੍ਰਾਪਤ ਹੈ ਫॉर ਬੈਰੀਐਟ੍ਰਿਕ ਐਂਡ ਮੈਟਾਬੋਲਿਕ ਸਰਜਰੀ। ਮਤਲਬ ਕਿ ਸਾਡਾ ਸੈਂਟਰ ਦੇ ਸਟੈਂਡਰਡਸ ਇੰਟਰਨੈਸ਼ਨਲ ਸਟੈਂਡਰਡਸ ਨੂੰ ਮੈਚ ਕਰਦੇ ਨੇ। ਸਾਡੇ ਰਿਜ਼ਲਟਸ, ਸਾਡੇ ਕੰਮ ਕਰਨ ਦਾ ਤਰੀਕਾ, ਸਾਡੀ ਟੈਕਨੀਕ, everything matches what should be at par with the international levels ਜੀ। ਅਤੇ ਡਾਕਟਰ ਸਾਹਿਬ, ਇੱਕ ਗੱਲ ਹੈ ਕਿ ਵੀ ਜਿਵੇਂ ਕਹਿ ਲਓ ਕਿ ਵੀ ਤਕਨੀਕਸ ਆ ਰਹੀਆਂ ਨੇ, ਜਿਵੇਂ ਕਹਿ ਲਓ ਕਿ ਜਦੋਂ ਤੁਸੀਂ ਦੱਸਿਆ ਕਿ ਹਰ ਚੀਜ਼ ਦੇ ਵਿੱਚ ਐਡਵਾਂਸਮੈਂਟ ਆਈ ਜਾ ਰਹੀ ਹੈ, ਅਤੇ ਮੈਨੂੰ ਲੱਗਦਾ ਕਿ ਬਿਮਾਰੀਆਂ ਵੀ ਬੰਦੇ ਨੂੰ ਵੱਧਦੀਆਂ ਜਾ ਰਹੀਆਂ। ਅਤੇ ਹੁਣ ਮੇਰਾ ਖਿਆਲ ਮੋਟਾਪਾ ਜਿਹੜਾ ਉਹ ਵੀ ਕਈ ਤਰ੍ਹਾਂ ਦਾ ਨਹੀਂ ਹੋ ਗਿਆ। ਤੁਸੀਂ ਥੋੜ੍ਹਾ ਜਿਹਾ ਇਹਨੂੰ ਐਕਸਪਲੇਨ ਕਰ ਸਕੋਗੇ ਕਿ ਮੋਟਾਪਾ ਇੱਕੋ ਤਰ੍ਹਾਂ ਦਾ ਹੁੰਦਾ ਜਾਂ ਉਹਦੀਆਂ ਵੀ ਅਲੱਗ-ਅਲੱਗ ਕਹਿ ਲਓ ਕਿ ਵੀ ਵਰਾਇਟੀਆਂ ਹੁੰਦੀਆਂ ਨੇ? ਐਗਜ਼ੈਕਟਲੀ ਵੈਰਾਈਟੀ ਨਹੀਂ ਕਹਿ ਸਕਦੇ, ਪਰ ਅਲੱਗ-ਅਲੱਗ ਕਾਰਨ ਹੈ ਜੀ। ਜਿਸ ਤਰ੍ਹਾਂ ਅਗਰ ਤੁਸੀਂ ਦੇਖੋ, ਕੁਛ ਲੋਕਾਂ 'ਚ ਫੈਮਿਲੀ 'ਚ ਮੋਟਾਪਾ ਰਨ ਕਰਦਾ ਹੈ ਕਿ ਪੇਰੈਂਟਸ ਦਾ ਵੇਟ ਥੋੜ੍ਹਾ ਜ਼ਿਆਦਾ ਸੀਗਾ, ਅੱਗੋਂ ਇੱਕ ਬੱਚੇ ਦਾ ਵੇਟ ਜ਼ਿਆਦਾ ਹੈ, ਦੂਸਰੇ ਦਾ ਜ਼ਿਆਦਾ ਹੈ। ਸੋ ਉਹ ਲੋਕ ਵੇਟ ਲੂਜ਼ ਕਰਨ ਲਈ ਕੁਛ ਸਟਰਗਲ ਕਰਦੇ, ਬਟ ਦੈਟ ਡਜ਼ਨਟ ਮੀਨ ਹੈ ਕਿ ਉਹ ਆਫਟਰ ਪ੍ਰੈਗਨੈਂਸੀ ਵੇਟ ਗੇਨ ਕਰ ਲੈਂਦੇ ਹੈ ਔਰ ਸੋਸ਼ਲ ਪ੍ਰੈਸ਼ਰ ਦੇ ਅੰਦਰ ਆ ਕੇ ਹਾਈ ਕੈਲਰੀ ਫੂਡ ਜ਼ਿਆਦਾ ਲੈਂਦੇ, ਔਰ ਬਾਅਦ ਦੇ ਵਿੱਚ ਉਹ ਵੇਟ ਲੂਜ਼ ਕਰਨਾ ਮੁਸ਼ਕਿਲ ਹੋ ਜਾਂਦਾ। ਸੋ ਬੇਸਿਕਲੀ ਵੇਟ ਗੇਨ ਕਰਨਾ ਈਜ਼ੀ ਹੈ ਉਹਨਾਂ ਲਈ, ਪਰ ਬਾਅਦ 'ਚ ਜਦੋਂ ਉਨਾ ਹੀ ਵੇਟ ਘਟਾਉਣਾ ਹੈ ਫਿਰ ਉਹ ਪੂਰੀ ਲਾਈਫ ਸਟਰਗਲ ਕਰਦੇ ਰਹਿੰਦੇ, ਵੇਟ ਘਟਦਾ ਨਹੀਂ। ਦੂਸਰੇ ਸਾਈਡ 'ਤੇ ਕਾਫੀ ਸਾਰੇ ਮੇਲ ਜਿਸ ਤਰ੍ਹਾਂ ਦੇ ਆਉਂਦੇ ਜਿਹੜੇ ਯੰਗਰ ਏਜ 'ਚ ਡਰਿੰਕ ਜ਼ਿਆਦਾ ਕਰਨ ਲੱਗ ਗਏ। ਡਰਿੰਕ ਦੇ ਨਾਲ, ਡਰਿੰਕ ਵੀ ਹਾਈ ਕੈਲਰੀ ਹੈ, ਪਲੱਸ ਨਾਲ ਸਨੈਕਸ ਕਾਫੀ ਹਾਈ ਕੈਲਰੀ ਹੈ। ਸੋ ਉਹਨਾਂ ਦੇ ਲਾਈਫ ਸਟਾਈਲ ਕਰਕੇ ਵੇਟ ਇੱਕ ਵਾਰੀ ਵੱਧ ਗਿਆ, ਬਟ ਆਫਟਰ ਮੈਨੀ ਈਅਰਸ ਦੇ ਰਿਅਲਾਈਜ਼ ਕਿ ਹੁਣ ਅਸੀਂ ਇਹਨੂੰ ਘਟਾਉਣਾ ਹੈ, ਪਰ ਫਿਰ ਉਹ ਘਟਦਾ ਨਹੀਂ। ਇੱਕ ਜਗ੍ਹਾ 'ਤੇ ਜਦੋਂ ਪਹੁੰਚ ਗਿਆ ਦੈਨ ਅਗੇਨ ਇਟ ਬਿਕਮਸ ਅ ਪ੍ਰੋਬਲਮ। ਸੋ ਡਿਫਰੈਂਟ ਰੀਜ਼ਨਸ ਹੈ ਟੂ ਰੀਚ ਸਟੇਟ ਜਿਹਨੂੰ ਅਸੀਂ ਓਬੈਸਿਟੀ ਕਹਿੰਦੇ। ਓਬੈਸਿਟੀ ਦਾ ਮਤਲਬ ਇਹ ਹੈ ਕਿ ਫੈਟ ਹੁਣ ਇੰਨੀ ਜ਼ਿਆਦਾ ਹੋ ਗਈ ਬੋਡੀ 'ਚ ਕਿ ਇਹ ਸਾਡੀ ਸਿਹਤ ਲਈ ਹਾਨੀਕਾਰਕ ਹੋ ਗਈ।
ਅਗਰ ਥੋੜਾ ਜਿਹਾ ਫੈਟ ਜ਼ਿਆਦਾ ਨੂੰ ਅਸੀਂ ਓਵਰਵੇਟ ਕਹਿੰਦੇ, ਜਿਹਨੂੰ ਅਸੀਂ ਬਾਕੀ ਤਰੀਕੇ ਨਾਲ ਘਟਾ ਸਕਦੇ। ਪਰ ਜਦੋਂ ਇਹ ਓਬੈਸਿਟੀ ਔਰ ਮੋਰਬਿਡ ਓਬੈਸਿਟੀ ਵੱਲ ਚਲੇ ਜਾਂਦਾ ਜੀ ਜੀ, ਫਿਰ ਬੈਰੀਐਟ੍ਰਿਕ ਸਰਜਰੀ ਦਾ ਰੋਲ ਸਟਾਰਟ ਹੋ ਜਾਂਦਾ। ਪਰ ਇੱਕ ਗੱਲ ਹੈ ਡਾਕਟਰ ਸਾਹਿਬ, ਮੈਂ ਕਈ ਵਾਰ ਦੇਖਿਆ ਕਿ ਬੰਦਾ ਕਹਿੰਦਾ ਜੀ ਬਾਕੀ ਤਾਂ ਸਰੀਰ ਮੇਰਾ ਪਤਲਾ, ਬਸ ਪੇਟ ਹੀ ਵਧਿਆ, ਹਾਂਜੀ, ਉਹ ਵੀ ਮੋਟਾਪੇ 'ਚ ਆਉਂਦਾ? ਇਹ ਪੇਟ ਦਾ ਵਧਣਾ ਸਭ ਤੋਂ ਖਤਰਨਾਕ ਹੈ। ਅਗਰ ਮੋਟਾਪੇ ਦੀ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕਿਸਮਾਂ, ਦੋ ਤਰੀਕੇ ਨਾਲ ਨੂੰ ਇਸ ਤਰ੍ਹਾਂ ਵੀ ਕਲਾਸੀਫਾਈ ਕਰ ਸਕਦੇ। ਇੱਕ ਹੈ ਸੈਂਟਰਲ ਓਬੈਸਿਟੀ, ਜਿਹਦੇ 'ਚ ਪੇਟ ਜ਼ਿਆਦਾ ਹੈ ਜੀ, ਦੂਸਰਾ ਹੈ ਪੈਰੀਫਰਲ, ਕਿ ਬਾਕੀ ਬੋਡੀ ਜ਼ਿਆਦਾ ਹੈ ਲੇਕਿਨ ਪੇਟ ਥੋੜਾ ਘੱਟ ਹੈ। ਇਹਨਾਂ ਦੋਨਾਂ 'ਚੋਂ ਸੈਂਟਰਲ ਓਬੈਸਿਟੀ ਜ਼ਿਆਦਾ ਖਤਰਨਾਕ ਹੈ, ਕਿਉਂਕਿ ਪੇਟ ਦੇ ਅੰਦਰ ਹੀ ਜ਼ਿਆਦਾਤਰ ਆਰਗਨਸ ਹੈ, ਉਹਨਾਂ ਦੇ ਅਰਾਊਂਡ ਫੈਟ ਹੁੰਦੀ ਕਾਫੀ ਜ਼ਿਆਦਾ ਜੀ ਜੀ, ਔਰ ਇਹ ਫੈਟ ਅੰਦਰ ਕਾਫੀ ਸਾਰੇ ਹਾਰਮੋਨਸ ਇਸ ਤਰ੍ਹਾਂ ਦੇ ਬਣਾਉਂਦੇ ਜਿਹੜੇ ਬੋਡੀ ਲਈ ਖਤਰਨਾਕ ਹੈ ਜੀ। ਸੋ ਇਹਦੇ ਨਾਲ ਸ਼ੂਗਰ, ਬੀਪੀ ਪਲੱਸ ਹੋਰ ਜਿੰਨੀਆਂ ਬਿਮਾਰੀਆਂ ਮੋਟਾਪੇ ਨਾਲ ਜੁੜੀਆਂ ਹੋਈਆਂ ਉਹ ਹੋਣ ਦਾ ਜ਼ਿਆਦਾ ਰਿਸਕ ਹੈ ਐਜ਼ ਕੰਪੇਅਰ ਟੂ ਕਿ ਜੇ ਅਗਰ ਪੇਟ ਘੱਟ ਹੈ ਤੇ ਬਾਕੀ ਬੋਡੀ ਜ਼ਿਆਦਾ ਹੈਵੀ ਹੈ। ਨਹੀਂ, ਪਰ ਜਦੋਂ ਆਪਾਂ ਦੇਖਦੇ ਹਾਂ ਨਾ ਤਾਂ ਕਈ ਬੰਦਿਆਂ ਦੇ ਵਿੱਚ ਨਾ ਤੁਸੀਂ ਦੇਖੋ ਕਿ ਉਹ ਸਰੀਰ ਦਾ ਜਿਹੜਾ ਮਾਸ ਹੈ ਉਹ ਡਲਕਣ ਲੱਗ ਪੈਂਦਾ ਨੀਚੇ ਨੂੰ, ਇੰਨਾ ਜ਼ਿਆਦਾ ਮੋਟਾਪਾ ਆ ਜਾਂਦਾ ਉਹਨਾਂ ਦੇ ਵਿੱਚ। ਉਹ ਕੋਈ ਵੱਖਰੀ ਤਰ੍ਹਾਂ ਦਾ ਮੋਟਾਪਾ ਹੈ ਜਾਂ ਉਹ ਵੀ ਕਹਿ ਲਓ ਕਿ ਵੀ ਇੱਕ ਐਕਸਟ੍ਰੀਮ ਸਟੇਜ ਹੈ ਮੋਟਾਪੇ ਦੀ? ਅਗਰ ਤੁਸੀਂ ਬਹੁਤ ਮੋਟੇ ਲੋਕਾਂ ਦੀ ਗੱਲ ਕਰਦੇ ਹੋ ਜਿਨ੍ਹਾਂ ਦਾ weight ਸੇ ਅਰਾਊਂਡ 200 kg ਹੈ ਪਲੱਸ ਹੈ, ਉਹ ਅਲੱਗ ਕੈਟੇਗਰੀ, ਮਤਲਬ ਉਹ ਤਾਂ ਐਕਸਟ੍ਰੀਮ ਐਂਡ ਆਫ ਓਬੈਸਿਟੀ ਹੈ। ਉਹ ਮਾਸ ਹੀ ਨਹੀਂ ਜਾ ਰਿਹਾ, ਮਾਸ ਦੇ ਨਾਲ ਨਾਲ ਫੈਟ ਵੀ ਹੈ। ਮਾਸ ਸਕਿਨ ਦੇ ਨੀਚੇ ਬੇਸਿਕਲੀ ਫੈਟ ਹੀ ਜਿਹੜੀ ਤੁਹਾਨੂੰ ਨਜ਼ਰ ਆਉਂਦੀ ਹੈ, ਲੇਅਰਸ ਬਣ ਗਈਆਂ। ਹਾਂਜੀ ਹਾਂਜੀ ਹਾਂਜੀ। ਸੋ ਉਹ ਐਕਸਟ੍ਰੀਮ ਕਾਈਂਡ ਆਫ ਓਬੈਸਿਟੀ ਹੈ। ਬਟ ਇਨ ਜਨਰਲ ਪੋਪੂਲੇਸ਼ਨ ਦੇਖੋ ਜਿਨ੍ਹਾਂ ਦਾ ਥੋੜਾ weight ਜਾ ਰਿਹਾ, ਜਿਸ ਤਰ੍ਹਾਂ ਅਗਰ ਮੇਰੀ ਹਾਈਟ ਦਾ 5-7 ਦਾ ਕੋਈ ਮੇਲ ਹੈ, ਉਹਦਾ weight ਅਰਾਊਂਡ 90-100 ਇੰਨਾ ਹੈ, ਸੋ ਉਹਨਾਂ ਨੂੰ ਵੀ ਮੋਟਾਪੇ ਨਾਲ ਪ੍ਰੋਬਲਮਸ ਆ ਰਹੀਆਂ, ਮੋਟਾਪੇ ਕਰਕੇ ਬਾਕੀ ਬਿਮਾਰੀਆਂ ਲੱਗ ਰਹੀਆਂ ਜੀ ਜੀ। ਸੋ ਉਹ ਜ਼ਿਆਦਾ ਅੱਛੇ ਕੈਂਡੀਡੇਟ ਹੈ ਟੂ ਰਿਡਿਊਸ weight ਰਾਦਰ ਦੈਨ ਜਿਹੜੇ ਐਕਸਟ੍ਰੀਮ ਤੇ ਪਹੁੰਚ ਗਏ, ਉਹ ਰੇਅਰ ਪੇਸ਼ੈਂਟਸ ਹੈ ਐਂਡ ਉਹ ਕਹਿ ਲਓ ਕਿ ਟਰਮੀਨਲ ਸਟੇਜ ਤੇ। ਜੀ। ਅੱਛਾ, ਤੁਸੀਂ ਜਿੱਦਾਂ ਗੱਲ ਕਰ ਰਹੇ ਹੋ ਗੁਰਵਿੰਦਰ ਸਿੰਘ ਜੀ, ਤੁਸੀਂ ਨਿਊਜ਼ੀਲੈਂਡ ਤੋਂ ਦੇਖ ਰਹੇ ਹੋ ਜੀ, ਤੁਸੀਂ ਕੋਈ ਵੀ ਸਵਾਲ ਤੁਹਾਡਾ ਜ਼ਿਹਨ 'ਚ ਆਵੇ ਤਾਂ ਤੁਸੀਂ ਵੀ ਪੁੱਛ ਸਕਦੇ ਹੋ ਜੀ। ਇਸ ਵਕਤ ਡਾਕਟਰ ਸਾਹਿਬ ਆਪਣੇ ਨਾਲ ਲਾਈਵ ਨੇ, ਮੋਟਾਪੇ ਨਾਲ ਰਿਲੇਟਡ, ਖਾਣ ਪੀਣ ਨਾਲ ਰਿਲੇਟਡ ਐਂਡ ਪਲੱਸ ਇਸ ਸਾਰੇ ਕੁਛ ਦੇ ਲਈ ਜਿਹੜਾ ਆਪਰੇਸ਼ਨ ਹੈ ਜਾਂ ਜਿਹੜਾ ਅਗਲੀਆਂ ਐਡਵਾਂਸ ਟੈਕਨੀਕਸ ਨੇ ਉਹਨਾਂ ਦੇ ਰਿਸਕ ਕੀ ਨੇ, ਉਹਨਾਂ ਦੀਆਂ ਪ੍ਰੋਬਲਮਸ ਕੀ ਨੇ, ਅਤੇ ਉਹਨਾਂ ਦੇ ਵਧੀਆ ਕਹਿ ਲਓ ਕਿ ਅੱਜ ਦੀ ਡੇਟ ਦੇ ਵਿੱਚ ਜਿਹੜੇ ਆਪਰੇਸ਼ਨਸ ਨੇ ਉਹ ਕਿਹੜੇ ਅਵੇਲੇਬਲ ਨੇ ਜਿਹਦੇ ਨਾਲ ਆਪਾਂ ਸੌਖੇ ਹਾਂ ਉਹ ਸਾਰਾ ਕੰਮ ਜਿਹੜਾ ਕੰਟਰੋਲ ਕਰ ਸਕਦੇ ਹਾਂ। ਇਹਦੇ ਬਾਰੇ ਸਵਾਲ ਤੁਹਾਡੇ ਜ਼ਿਹਨ 'ਚ ਆਵੇ ਤਾਂ ਤੁਸੀਂ ਪੁੱਛ ਸਕਦੇ ਹੋ। ਇੱਕ ਬਲਵੀਰ ਸਿੰਘ ਜੀ ਦਿਓਲ ਪੁੱਛਣਾ ਚਾਹੁੰਦੇ, ਉਹ ਕਹਿੰਦੇ ਜੇ ਪਰਿਵਾਰ ਦਾ ਹੀ ਮੰਨ ਲਓ ਟੱਬਰ ਹੀ ਮੋਟਾ ਹੈ, ਹਾਂਜੀ, ਤੇ ਉਹ ਫਿਰ ਉਹਦਾ ਕੀ ਹੱਲ ਹੈ ਜੀ? ਇੱਕ ਬੰਦੇ ਦਾ ਆਪਰੇਸ਼ਨ ਕਰਾ ਲਾਂਗੇ, ਉਹਦਾ ਕੀ ਹੋਊਗਾ? ਨਹੀਂ, ਇੱਕ ਇੱਕ ਕਰਕੇ ਕਰਾਉਣਾ ਪਏਗਾ। ਅੱਛਾ ਜੀ। ਜਾਂ ਸਾਰੇ ਇਕੱਠੇ ਆਣ, ਪਰ ਇਹ ਜ਼ਰੂਰੀ ਨਹੀਂ ਕਿ ਹਰ ਇੱਕ ਨੂੰ ਆਪਰੇਸ਼ਨ ਦੀ ਲੋੜ ਹੈ। ਮਤਲਬ ਜਦੋਂ ਸਾਡੇ ਕੋਲ ਆਉਣਗੇ ਅਸੀਂ ਹਾਈਟ ਵੇਟ ਦੇਖ ਕੇ, ਉਹਨਾਂ ਦਾ ਬੋਡੀ ਕੰਪੋਜੀਸ਼ਨ ਦੇਖ ਕੇ ਵੈਲਿਊਏਟ ਕਰਕੇ ਦੱਸ ਸਕਦੇ ਹਾਂ ਕਿ ਬਾਕੀ ਇਹਨਾਂ ਨੂੰ ਆਪਰੇਸ਼ਨ ਦੀ ਲੋੜ ਹੈ ਜਾਂ ਨਹੀਂ। ਦੂਸਰੀ ਗੱਲ ਇਹ ਹੈ ਕਿ ਜਿਨ੍ਹਾਂ ਨੇ ਬਾਕੀ ਸਾਰੇ ਮੈਥਡਸ ਟਰਾਈ ਕਰ ਲਏ, ਜਿਸ ਤਰ੍ਹਾਂ ਡਾਈਟਿੰਗ ਹੈ, ਐਕਸਰਸਾਈਜ਼ ਹੈ, ਉਹ ਸਭ ਕੁਝ ਫੇਲ ਹੋ ਗਿਆ ਓਵਰ ਅ ਲੌਂਗ ਪੀਰੀਅਡ, 6 ਮਹੀਨੇ ਸਾਲ ਕਰਕੇ ਦੇਖ ਲਿਆ, ਕੋਈ ਅਸਰ ਨਹੀਂ ਆ ਰਿਹਾ, ਫਿਰ ਉਹਨਾਂ ਦਾ weight ਇੰਨਾ ਜ਼ਿਆਦਾ ਆਉਂਦਾ ਹੈ ਕਿ ਬੈਰੀਐਟ੍ਰਿਕ ਸਰਜਰੀ 'ਚ ਫਾਲ ਕਰਦਾ, ਕਿਉਂਕਿ ਬੈਰੀਐਟ੍ਰਿਕ ਸਰਜਰੀ ਕਰਨ ਲਈ ਕੁਝ ਮਿਨੀਮਮ ਅਮਾਊਂਟ ਆਫ weight ਜਾਂ BMI ਹੋਣਾ ਜ਼ਰੂਰੀ ਹੈ। ਅਸੀਂ ਮੋਟਾਪੇ ਨੂੰ ਕਲਾਸੀਫਾਈ ਕਰਦੇ ਹਾਂ ਬੋਡੀ ਮਾਸ ਇੰਡੈਕਸ ਦੇ ਹਿਸਾਬ ਨਾਲ। हर एक गिवन हाइट ਤੇ weight ਅਲੱਗ-ਅਲੱਗ ਹੋਏਗਾ। ਅਸੀਂ ਅਗਰ ਕੰਪੈਰੀਜ਼ਨ ਕਰਨਾ ਜਾਂ ਸਟੈਂਡਰਡਾਈਜ਼ ਕਰਨਾ 22.5 ਹੈ, ਸੋ 22.5 ਤੋਂ ਲੈ ਕੇ 27.5 ਤੱਕ ਅਸੀਂ ਓਵਰਵੇਟ ਕਹਿੰਦੇ ਜੀ, 27.5 ਤੋਂ 32.5 ਤੱਕ ਅਸੀਂ ਓਬੈਸਿਟੀ ਗ੍ਰੇਡ 1 ਕਹਿੰਦੇ ਕਿ ਹੁਣ ਮੋਟਾਪਾ ਹੈ, ਖਤਰਨਾਕ ਹੈ, ਲੇਕਿਨ ਹਾਲੇ ਵੀ ਥੋੜਾ ਕੰਟਰੋਲ ਹੋ ਸਕਦਾ, ਹਾਲੇ ਆਪਰੇਸ਼ਨ ਦੀ ਲੋੜ ਨਹੀਂ, ਲੇਕਿਨ 32.5 ਤੋਂ ਉੱਪਰ ਆਪਰੇਸ਼ਨ ਦੀ ਕੈਟੇਗਰੀ ਸਟਾਰਟ ਹੋ ਜਾਂਦੀ ਹੈ। ਅੱਛਾ ਜੀ, ਇਹਦੋਂ ਤੋਂ ਅਸੀਂ ਸਟਾਰਟ ਕਰਦੇ ਹਾਂ। ਇਹ ਮੇਰਾ ਖਿਆਲ ਹਰਪ੍ਰੀਤ ਜੀ, ਤੁਸੀਂ ਜਿੱਦਾਂ ਸਵਾਲ ਪੁੱਛਿਆ ਕਿ ਵੀ ਹਾਈਟ ਵੇਟ ਦੇ ਹਿਸਾਬ ਨਾਲ ਨਾਰਮਲ ਵੇਟ ਕਿੰਨਾ ਹੋਣਾ ਚਾਹੀਦਾ, ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਕਿ BMI ਦਾ ਜਿਹੜਾ ਕਹਿ ਲਓ ਕਿ ਫਾਰਮੂਲਾ ਹੈ, ਤੁਸੀਂ ਗੂਗਲ 'ਤੇ ਵੀ ਜਾ ਕੇ ਦੇਖ ਸਕਦੇ ਹੋ, ਈਵਨ ਆਪਣੇ ਫੋਨ 'ਚ ਐਪ ਤੋਂ ਵੀ ਡਾਊਨਲੋਡ ਕਰਕੇ ਦੇਖ ਸਕਦੇ ਹਾਂ। ਉਹਦੇ 'ਚ ਕਰਨਾ ਕੀ ਹੈ ਕਿ ਤੁਸੀਂ ਆਪਣੀ ਜਿਹੜੀ ਹਾਈਟ ਹੈ ਉਹ ਅਤੇ ਆਪਣਾ ਜਿਹੜਾ ਵੇਟ ਹੈ ਉਹਦੇ ਵਿੱਚ ਫਿੱਟ ਕਰਨਾ, ਅਤੇ ਉਸ ਤੋਂ ਬਾਅਦ ਜੋ ਉਹਦੀ ਵੈਲਿਊ ਆਉਂਦੀ ਹੈ, ਜਿਵੇਂ ਕਿ ਡਾਕਟਰ ਸਾਹਿਬ ਨੇ ਦੱਸਿਆ ਕਿ ਉਹ 22.5 ਤੋਂ ਲੈ ਕੇ ਅਤੇ 27.5 ਦੇ ਵਿੱਚ ਮੋਟਾਪੇ ਦੀ ਗੱਲਬਾਤ ਹੈ, 27.5 ਤੋਂ 32.5 ਤੱਕ ਜਾਂਦਿਆਂ ਓਬੇਸਿਟੀ ਯਾਨੀ ਕਿ ਨੰਬਰ 1 ਵਾਲੀ ਓਬੇਸਿਟੀ ਹੋ ਗਈ, ਯਾਨੀ ਕਿ ਆਪਰੇਸ਼ਨ ਨਾਲ ਨੂੰ ਤੁਰਨ ਲੱਗੇ ਹੋ। ਅਤੇ ਜੇ 32.5 ਤੋਂ ਉੱਪਰ ਨੂੰ ਤੁਰ ਪਿਆ ਕੰਮ, ਅਤੇ ਨਾਲ ਦੀ ਨਾਲ ਤੁਹਾਨੂੰ ਪ੍ਰੋਬਲਮਸ ਵੀ ਨੇ, ਸ਼ੂਗਰ ਹੈ ਜਾਂ ਮਾੜਾ ਮੋਟਾ ਚੈੱਕਅਪ ਕਰਾਉਣੇ ਹੋ ਤਾਂ ਕੋਲੈਸਟਰੋਲ ਦੀ ਲੈਵਲ ਵੀ ਆਉਣ ਲੱਗ ਪੈਂਦੇ ਗੱਲਬਾਤ, ਤਾਂ ਫਿਰ ਉੱਥੇ ਤੁਹਾਨੂੰ ਆਪਰੇਸ਼ਨ ਦੀ ਲੋੜ ਹੋ ਸਕਦੀ ਹੈ। ਮੇਰਾ ਖਿਆਲ ਤੁਸੀਂ ਇਸ ਵਕਤ ਨਾਲ ਦੀ, ਜਿਵੇਂ ਕਿ ਡਾਕਟਰ ਸਾਹਿਬ ਨੇ ਦੱਸਿਆ ਕਿ ਉਹ 22.5 ਤੋਂ ਲੈ ਕੇ ਅਤੇ 27.5 ਦੇ ਵਿੱਚ ਮੋਟਾਪੇ ਦੀ ਗੱਲਬਾਤ ਹੈ, 27.5 ਤੋਂ 32.5 ਤੱਕ ਜਾਂਦਿਆਂ ਓਬੇਸਿਟੀ ਯਾਨੀ ਕਿ ਨੰਬਰ 1 ਵਾਲੀ ਓਬੇਸਿਟੀ ਹੋ ਗਈ, ਯਾਨੀ ਕਿ ਆਪਰੇਸ਼ਨ ਨਾਲ ਨੂੰ ਤੁਰਨ ਲੱਗੇ ਹੋ।
ਤੇ ਜੇ 32.5 ਤੋਂ ਉੱਪਰ ਨੂੰ ਤੁਰ ਪਿਆ ਕੰਮ ਤੇ ਨਾਲ ਦੀ ਨਾਲ ਤੁਹਾਨੂੰ ਪ੍ਰੋਬਲਮਸ ਵੀ ਨੇ, ਸ਼ੂਗਰ ਹੈ ਜਾਂ ਮਾੜਾ ਮੋੜ ਚੈੱਕਅਪ ਕਰਾਉਣੇ ਹੋ ਤਾਂ ਕੋਲੈਸਟਰੋਲ ਦੀ ਲੈਵਲ ਵੀ ਆਉਣ ਲੱਗ ਪੈਂਦੇ ਗੱਲਬਾਤ, ਤਾਂ ਫਿਰ ਉੱਥੇ ਤੁਹਾਨੂੰ ਆਪਰੇਸ਼ਨ ਦੀ ਲੋੜ ਹੋ ਸਕਦੀ ਹੈ। ਮੇਰਾ ਖਿਆਲ ਤੁਸੀਂ ਇਸ ਵਕਤ ਨਾਲ ਦੀ ਨਾਲ ਤਾਂ ਸ਼ੋਅ ਦੇਖੀ ਜਾਓ ਤੇ ਨਾਲ ਦੀ ਨਾਲ ਇਹਨੂੰ ਚੈੱਕ ਵੀ ਕਰ ਲਓ ਕਿ ਤੁਹਾਡਾ ਇਸ ਵਕਤ ਹਾਲਾਤ ਕੀ ਨੇ, ਤੇ ਜੇ ਉਸ ਤੋਂ ਉੱਪਰ ਆਉਂਦਾ ਤਾਂ ਚੱਲਦੇ ਸ਼ੋਅ ਦੇ ਵਿੱਚ ਤੁਸੀਂ ਉਹਦੇ ਬਾਰੇ ਵੀ ਸਵਾਲ ਪੁੱਛ ਸਕਦੇ ਹੋ ਵੀ ਹੁਣ ਇਹਦਾ ਹੱਲ ਜਿਹੜਾ ਆਪਾਂ ਉਹ ਕੀ ਕਰਨਾ। ਅੱਛਾ, ਇੱਕ ਸਵਾਲ ਅਕਸਰ ਆਉਂਦਾ ਰਹਿੰਦਾ, ਹੁਣ ਉਸ ਤੋਂ ਫਿਰ ਆ ਗਿਆ ਜੀ ਇੱਕ ਵਾਰ ਦੁਬਾਰਾ। ਬਲਵੀਰ ਸਿੰਘ ਜੀ ਪੁੱਛਦੇ ਆ, ਖਰਚਾ ਕਿੰਨਾ ਕੁ ਆਉਂਦਾ ਜੀ ਸਾਰੇ ਕੁਛ ਦਾ? ਕਿਉਂਕਿ ਇਹ ਤਾਂ ਪਹਿਲਾ ਰੌਲਾ ਨਾ ਜੀ, ਕਿਉਂਕਿ ਜਦੋਂ ਬੰਦਾ ਡਾਕਟਰਾਂ ਵੱਲ ਨੂੰ ਤੁਰਦਾ ਤੇ ਬੰਦਾ ਕਹਿੰਦਾ ਵੀ ਆ ਡਾਕਟਰ ਕੋਲੇ ਗਏ ਤਾਂ ਫਿਰ ਖਰਚਾ ਤਾਂ ਹੋਊਗਾ। ਹਾਂਜੀ, ਤੇ ਕੋਈ ਤੁਸੀਂ ਦੱਸ ਸਕਦੇ ਹੋ ਵੀ ਕਿੰਨਾ ਖਰਚਾ ਹੁੰਦਾ ਜੀ ਸਾਰੇ ਕੁਛ ਦਾ? ਦੇਖੋ, ਇਹਦਾ ਖਰਚਾ ਨਾਰਮਲ ਆਪਰੇਸ਼ਨ ਨਾਲ ਥੋੜ੍ਹਾ ਜ਼ਿਆਦਾ ਇਸ ਕਰਕੇ ਹੈ ਕਿਉਂਕਿ ਇਹ ਦੂਰਬੀਨ ਨਾਲ ਹੁੰਦਾ। ਨਾਰਮਲ ਅਗਰ ਅਸੀਂ ਪੇਟ ਨੂੰ ਖੋਲ ਕੇ ਚੀਰਾ ਦੇ ਕੇ ਹੱਥ ਨਾਲ ਸਟਿਚ ਕਰੀਏ ਫਿਰ ਉਹਦਾ ਖਰਚਾ ਘੱਟ ਹੁੰਦਾ, ਲੇਕਿਨ ਇਹਦੇ ਚ ਹੋਲ ਬਹੁਤ ਛੋਟੇ ਗੱਲ ਮਾੜੀ ਹੈ ਡਾਕਟਰ ਸਾਹਿਬ, ਨਾਲੇ ਅਗਲੇ ਦਾ ਪੇਟ ਪਾੜ ਦੇਣਾ ਤੇ ਨਾਲੇ ਖਰਚੇ ਘੱਟ। ਪੇਟ ਨਹੀਂ ਪਾੜਨਾ। ਅੱਛਾ, ਦੂਰਬੀਨ ਨਾਲ ਅਸੀਂ ਉਦਾਂ ਨਹੀਂ ਕਰਦੇ ਨਾ, ਇਹ ਬਹੁਤ ਛੋਟੇ ਹੋਲਸ ਹੁੰਦੇ ਆ, ਉਹਦੇ ਥਰੂ ਹੀ ਲੈਪਰੋਸਕੋਪਿਕ ਲੰਬੇ ਇੰਸਟਰੂਮੈਂਟਸ ਹੈ ਜਿਹੜੇ ਬਹੁਤ ਥੋੜਾ ਡਾਇਮੀਟਰ ਹੁੰਦਾ, ਉਹਦੇ ਨਾਲ ਹੀ ਸਾਰੀ ਕਟਿੰਗ ਹੁੰਦੀ। ਸੋ ਸਾਰੇ ਇੰਸਟਰੂਮੈਂਟਸ ਬੇਸਿਕਲੀ ਡਿਸਪੋਜ਼ੇਬਲ ਹੈ, ਇੰਪੋਰਟਡ ਹੈ ਔਰ ਇਹ ਕਾਫੀ ਮਹਿੰਗੇ ਹੈ। ਸੋ ਉਹਦਾ ਖਰਚਾ ਜਿਹੜਾ ਹੈ ਲਗਭਗ 2.5 ਲੱਖ ਤੋਂ ਸਟਾਰਟ ਹੋ ਜਾਂਦਾ, ਡਿਪੈਂਡਿੰਗ ਅਪੋਨ ਕਿ ਪੇਸ਼ੈਂਟ ਦੀ ਕੰਡੀਸ਼ਨ ਕਿਸ ਤਰ੍ਹਾਂ ਹੈ, ਉਹਨਾਂ ਦਾ ਕਿਹੜਾ ਆਪਰੇਸ਼ਨ ਹੋਣਾ, ਬਿਕੋਜ਼ ਅਲੱਗ-ਅਲੱਗ ਤਰ੍ਹਾਂ ਦੀ ਸਰਜਰੀਜ਼ ਹੈ, ਏਜ ਕਿੰਨੀ ਹੈ, ਕੀ ਨਾਲ ਪ੍ਰੋਬਲਮਸ ਹੈਗੀਆਂ। ਅੱਛਾ, ਇਹ ਮੈਂ ਨਾ ਆਪਾਂ ਇਹ ਥੋੜ੍ਹਾ ਤੁਸੀਂ ਕਲੀਅਰ ਕਰ ਹੀ ਦਿਓ, ਕਿਉਂਕਿ ਮੇਰਾ ਖਿਆਲ ਇਹ ਇੱਕ ਤਰ੍ਹਾਂ ਦਾ ਆਪਰੇਸ਼ਨ ਨਹੀਂ ਹੁੰਦਾ। ਹਾਂਜੀ, ਇਹ ਕਈ ਤਰ੍ਹਾਂ ਦੇ ਆਪਰੇਸ਼ਨਸ ਨੇ, ਤੇ ਮੈਨੂੰ ਇਹ ਕਿ ਜੇ ਤਾਂ ਆਪਾਂ ਆਪਣੇ ਦਰਸ਼ਕਾਂ ਨੂੰ ਦੱਸ ਸਕੀਏ ਕਿ ਕਿਹੜੀ ਤਰ੍ਹਾਂ ਦੇ ਆਪਰੇਸ਼ਨ ਹੁੰਦੇ ਆ ਤੇ ਉਹਨਾਂ ਦੇ ਵਿੱਚ ਕੀ ਚੀਜ਼ਾਂ ਜਿਹੜੀਆਂ ਨੇ ਉਹ ਲੋਕਾਂ ਨੂੰ ਖਿਆਲ ਰੱਖਣ ਦੀ ਲੋੜ ਹੈ ਜਾਂ ਆਪਾਂ ਸਰੀਰ ਦੇ ਵਿੱਚ ਚੇਂਜ ਕਰਦੇ ਹਾਂ ਉਸ ਆਪਰੇਸ਼ਨ ਦੇ ਜ਼ਰੀਏ। ਓਕੇ, ਅਗਰ ਤੁਸੀਂ ਸਾਡੇ ਖਾਣ ਦਾ ਰਸਤਾ ਦੇਖੋ ਤਾਂ ਜਦੋਂ ਅਸੀਂ ਮੂੰਹ 'ਚੋਂ ਖਾਣਾ ਖਾਂਦੇ ਹਾਂ, ਪਹਿਲੀ ਚੀਜ਼ ਜਿਹੜਾ ਆਰਗਨ ਆਉਂਦਾ ਫੂਡ ਪਾਈਪ ਹੈ, ਜਿਹੜੇ ਇੱਥੋਂ ਲੈ ਕੇ ਪੇਟ ਤੱਕ ਖਾਣੇ ਨੂੰ ਲੈ ਕੇ ਜਾਂਦੇ। ਉਸ ਤੋਂ ਅੱਗੇ ਇੱਕ ਸਟੋਰੇਜ ਆਰਗਨ ਹੈ ਜਿਹਨੂੰ ਅਸੀਂ ਸਟਮਕ ਕਹਿੰਦੇ ਹਾਂ, ਜਿਹੜੀ ਇੱਕ ਥੈਲੀ ਦੀ ਸ਼ੇਪ ਦਾ ਆਰਗਨ ਹੈ ਜਿਹਦੇ 'ਚ ਖਾਣਾ ਜਾ ਕੇ ਰੁਕਦਾ। ਸੋ ਅਸੀਂ ਉਦੋਂ ਤੱਕ ਖਾਣਾ ਖਾਂਦੇ ਇੱਕ ਮੀਲ ਦੇ ਵਿੱਚ ਜਦੋਂ ਤੱਕ ਸਟਮਕ ਆਲਮੋਸਟ ਭਰ ਨਹੀਂ ਜਾਂਦਾ। ਜਦੋਂ ਸਟਮਕ ਦੀ ਥੈਲੀ ਭਰ ਜਾਂਦੀ ਹੈ, ਸਾਨੂੰ ਲੱਗਦਾ ਹੈ ਕਿ ਹੁਣ ਪੇਟ ਭਰ ਗਿਆ, ਹੁਣ ਅਸੀਂ ਹੋਰ ਨਹੀਂ ਖਾਣਾ। ਉਸ ਤੋਂ ਬਾਅਦ ਉਹ ਖਾਣਾ ਹੌਲੀ ਹੌਲੀ ਕ੍ਰਸ਼ ਹੋ ਕੇ ਅੱਗੇ ਜਾਂਦਾ, ਸਮੌਲ ਇੰਟੈਸਟਾਈਨ 'ਚ, ਫਿਰ ਲਾਰਜ ਇੰਟੈਸਟਾਈਨ 'ਚ। ਸੋ ਛੋਟੀ ਆਂਤ ਵੱਡੀ ਆਂਤ ਤੋਂ ਹੌਲੀ ਹੌਲੀ ਅਬਜ਼ੌਰਬ ਹੋ ਜਾਂਦਾ ਬੋਡੀ 'ਚ। ਸੋ ਜਿਸ ਤਰ੍ਹਾਂ ਵੇਟ ਵੱਧਦਾ ਹੈ, ਸਾਡੇ ਬੋਡੀ ਦੇ ਆਰਗਨ ਵੀ ਗਰੋ ਕਰਦੇ। ਲੀਵਰ ਦਾ ਸਾਈਜ਼ ਵੱਡਾ ਹੋ ਜਾਂਦਾ, ਹਾਰਟ ਦਾ ਸਾਈਜ਼ ਵੱਡਾ ਹੋ ਜਾਂਦਾ, ਬਿਕੋਜ਼ ਉਹ ਇੱਕ ਲਿਮਿਟ ਲਈ ਬਣੇ। ਜਦੋਂ ਉਸ ਨੂੰ ਓਵਰਲੋਡ ਕਰਦੇ ਆ, ਉਹਨਾਂ ਨੂੰ ਕੰਮ ਜ਼ਿਆਦਾ ਕਰਨਾ ਪੈਂਦਾ, ਉਹਨਾਂ ਦਾ ਸਾਈਜ਼ ਵੀ ਥੋੜਾ ਵੱਡਾ ਹੋ ਜਾਂਦਾ। ਇਸੇ ਤਰ੍ਹਾਂ ਸਟਮਕ ਦਾ ਸਾਈਜ਼ ਵੀ ਥੋੜਾ ਵੱਡਾ ਹੋ ਜਾਂਦਾ। ਸੋ ਸਟਮਕ ਦੇ ਉੱਪਰਲੇ ਹਿੱਸੇ 'ਚ ਹਾਰਮੋਨਸ ਬਣਦੇ ਆ ਜਿਹੜੇ ਕਿ ਭੁੱਖ ਲਗਾਉਂਦੇ। ਸੋ ਜਿੰਨਾ ਵੱਡਾ ਸਟਮਕ ਹੋਏਗਾ ਉਨੇ ਹੀ ਜ਼ਿਆਦਾ ਹਾਰਮੋਨਸ ਹੋਣਗੇ, ਉਨਾ ਹੀ ਡਾਈਟਿੰਗ ਕਰਨਾ ਔਰ ਐਕਸਰਸਾਈਜ਼ ਕਰਕੇ ਵੇਟ ਘਟਾਉਣ ਦਾ ਮੁਸ਼ਕਿਲ ਹੁੰਦਾ ਜਾਏਗਾ। ਨਾਰਮਲ ਪੇਸ਼ੈਂਟ 'ਚ ਹਾਰਮੋਨਸ ਘੱਟ ਹੈ, ਉਹਨੂੰ ਓਵਰ ਪਾਵਰ ਨਹੀਂ ਕਰ ਪਾਉਂਦੇ ਜਲਦੀ, ਮਗਰ ਵੇਟ ਜ਼ਿਆਦਾ ਹੈ ਤਾਂ ਉਹ ਥੋੜ੍ਹੀ ਦੇਰ ਬਾਅਦ ਹੀ ਡਾਈਟਿੰਗ ਐਕਸਰਸਾਈਜ਼ ਦਾ ਜਿਹੜਾ ਸ਼ਡਿਊਲ ਹੈ ਉਹ ਖਤਮ ਹੋ ਜਾਂਦਾ, ਵੇਟ ਜਲਦੀ ਵੱਧ ਜਾਂਦਾ। ਸੋ ਅੱਜ ਕੱਲ੍ਹ ਜਿਹੜੀ ਸਭ ਤੋਂ ਪਪੂਲਰ ਸਰਜਰੀ ਹੈ ਵਰਲਡ ਓਵਰ, ਉਹਦਾ ਨਾਮ ਹੈ ਸਲੀਵ ਗੈਸਟ੍ਰੈਕਟਮੀ, ਜਿਹਦੇ 'ਚ ਅਸੀਂ ਸਟਮਕ ਦਾ ਸਿਰਫ ਸਾਈਜ਼ ਘਟਾਉਂਦੇ, ਜਿੰਨਾ ਸਟਮਕ ਫਾਲਤੂ ਹੈ ਉਹਨੂੰ ਕੱਢ ਦੇਈਦਾ, ਇੱਕ ਸਟੈਂਡਰਡ ਸਟਮਕ ਜਿੰਨਾ ਸਾਨੂੰ ਚਾਹੀਦਾ ਨਾਰਮਲੀ ਉਨਾ ਰੱਖ ਲਈਦਾ। ਸੋ ਉਹਦੇ ਨਾਲ ਮਲਟੀਪਲ ਇਫੈਕਟਸ ਹੁੰਦੇ। ਪਹਿਲੀ ਗੱਲ ਤਾਂ ਹਾਰਮੋਨ ਦੇ ਲੈਵਲ ਕਾਫੀ ਘੱਟ ਜਾਂਦੇ, ਸੋ ਇਮੀਡੀਏਟਲੀ ਪੇਸ਼ੈਂਟ ਨੂੰ ਭੁੱਖ ਲੱਗਣੀ ਘੱਟ ਜਾਂਦੀ, ਕਿ ਨੈਕਸਟ ਡੇ ਮਾਰਨਿੰਗ ਉੱਠਣਗੇ ਤਾਂ ਭੁੱਖ ਕਾਫੀ ਘੱਟ ਹੋਏਗੀ। ਦੈਨ ਹਾਰਮੋਨ ਘਟਣ ਦੇ ਨਾਲ ਨਾਲ ਉਹਨਾਂ ਦੀ ਖਾਣ ਦੀ ਕੈਪੈਸਿਟੀ ਵੀ ਘੱਟ ਜਾਂਦੀ, ਕਿਉਂਕਿ ਪਹਿਲਾਂ ਪੂਰਾ ਸਟਮਕ ਭਰ ਕੇ ਖਾਣਾ ਪੈਂਦਾ ਸੀ, ਹੁਣ ਸਟਮਕ ਛੋਟਾ ਹੈ ਤਾਂ ਥੋੜਾ ਖਾਣ ਦੇ ਨਾਲ ਹੀ ਛੋਟਾ ਸਟਮਕ ਭਰ ਜਾਂਦਾ, ਮੀਲ ਪੋਰਸ਼ਨਸ ਛੋਟੇ ਹੋ ਜਾਂਦੇ, ਕੈਲਰੀ ਇਨਟੇਕ ਘੱਟ ਜਾਂਦੀ। ਥਰਡਲੀ, ਪਹਿਲਾਂ ਸਟਮਕ ਵੱਡਾ ਸੀਗਾ, ਕਾਫੀ ਦੇਰ ਖਾਣਾ ਉੱਥੇ ਪਿਆ ਰਹਿੰਦਾ ਸੀ, ਉਹ ਜ਼ਿਆਦਾ ਐਬਜ਼ੌਰਬ ਹੁੰਦਾ ਸੀ ਜਾਂ ਸਲੋਲੀ ਅੱਗੇ ਜਾਂਦਾ ਸੀ। ਹੁਣ ਉਹਦੀ ਅੱਗੇ ਜਾਣ ਦੀ ਸਪੀਡ ਤੇਜ਼ ਹੋ ਜਾਏਗੀ। ਸੋ ਅਗਰ ਛੋਟੀ ਆਂਤ ਤੋਂ ਖਾਣਾ ਸਪੀਡ ਨਾਲ ਅੱਗੇ ਜਾਏਗਾ ਤਾਂ ਉਹ ਬੋਡੀ 'ਚ ਐਬਜ਼ੌਰਬ ਘੱਟ ਹੋਏਗਾ, ਇਸ ਕਰਕੇ ਵੀ ਵੇਟ ਘੱਟਦਾ। ਔਰ ਇਹਦੀ ਸਪੀਡ ਤੇਜ਼ ਹੋਣ ਨਾਲ ਕਾਫੀ ਸਾਰੇ ਹਾਰਮੋਨਲ ਚੇਂਜਸ ਆਉਂਦੇ, ਜਿਨ੍ਹਾਂ ਕਰਕੇ ਸਾਡੀ ਸ਼ੂਗਰ, BP, ਕੋਲੈਸਟਰੋਲ, ਇਹਨਾਂ ਸਾਰਿਆਂ ਨੂੰ ਅਸਰ ਪੈਂਦਾ। ਯੂਜਲੀ ਜਿਨ੍ਹਾਂ ਦਾ ਡਾਇਬਟਿਕਸ ਹੈ ਉਹਨਾਂ ਦੀ ਡਾਇਬਟੀਜ਼ ਜਾਂ ਠੀਕ ਹੋ ਜਾਂਦੀ ਹੈ ਜਾਂ ਪਹਿਲਾਂ ਨਾਲੋਂ ਕਾਫੀ ਬੈਟਰ ਹੋ ਜਾਂਦੀ ਹੈ। ਇਸੇ ਤਰ੍ਹਾਂ ਹੀ BP, ਕੋਲੈਸਟਰੋਲ ਹਰੇਕ ਨੂੰ ਫਰਕ ਪੈਂਦਾ। ਮੈਂ ਸਮਝ ਗਿਆ। ਸੋ ਇਹ ਹੈ ਸਲੀਵ ਗੈਸਟ੍ਰੈਕਟਮੀ, ਜਿਹੜੀ ਕਿ ਇਸ ਵੇਲੇ ਇੰਡੀਆ 'ਚ ਔਰ ਵਰਲਡ ਓਵਰ ਨੰਬਰ 1 ਤੇ। ਔਰ ਜਿਹਦੇ 'ਚ ਮੈਂ ਦੇਸੀ ਤਰੀਕੇ ਨਾਲ ਇਹ ਕਹਾਂ ਕਿ ਵੀ ਬੇਸਿਕਲੀ ਜਿਹੜਾ ਪੇਟ ਹੈ ਉਹਦਾ ਸਾਈਜ਼ ਛੋਟਾ ਕਰ ਦਿੱਤਾ ਜਾਂਦਾ। ਹਾਂਜੀ, ਬੰਦੇ ਨੂੰ ਸਟਮਕ ਨੂੰ ਛੋਟਾ ਕਰ ਦਿੱਤਾ। ਹਾਂ, ਮੇਰਾ ਖਿਆਲ ਦਰਸ਼ਕ ਵੀ ਥੋੜੇ ਸਮਝ ਗਏ ਹੋਣੇ ਵੀ ਆਪਾਂ ਪੇਟ ਮੋਸਟਲੀ ਹੋਲ ਪੇਟ ਸਮਝ ਲੈਂਦੇ ਹਾਂ ਵੀ ਵੱਡੀ ਸਾਰੀ ਜਿਹੜੀ ਗੋਗੜ ਹੈ ਵੀ ਇਹਦੇ 'ਚੋਂ ਕੱਟ ਕੇ ਕੁਛ ਨਾ ਕੁਛ ਕਰ ਦੇਣਗੇ, ਇੱਦਾਂ ਦਾ ਕੁਛ ਨਹੀਂ ਹੈ। ਉਹਦੇ ਅੰਦਰ ਜਿਹੜਾ ਸਟਮਕ ਹੈ ਉਹਦਾ ਸਾਈਜ਼ ਛੋਟਾ ਕੀਤਾ ਜਾਂਦਾ, ਜਿਹਦੇ ਵਿੱਚ ਖਾਣਾ ਜਿਹੜਾ ਕਹਿ ਲਓ ਕਿ ਵੀ ਜਾਣਾ, ਜਿੱਥੋਂ ਆਪਾਂ ਨੂੰ ਪਤਾ ਲੱਗਦਾ ਕਿ ਆਪਣਾ ਜਿਹੜਾ ਕਹਿ ਲਓ ਕਿ ਪੇਟ ਭਰਿਆ ਕਿ ਨਹੀਂ ਭਰਿਆ। ਪਰ ਇੱਕ ਗੱਲ ਹੈ ਡਾਕਟਰ ਸਾਹਿਬ, ਜਦੋਂ ਆਪਾਂ ਇਹ ਸਾਰਾ ਕੁਛ ਕਰਦੇ ਹਾਂ ਤਾਂ ਇਹਦੇ ਕੋਈ ਨਾ ਕੋਈ ਸਾਈਡ ਇਫੈਕਟ ਵੀ ਹੁੰਦੇ ਆ ਜੀ, ਇਸ ਆਪਰੇਸ਼ਨ ਦੇ ਖਾਸ ਕਰਕੇ?
ਨਹੀਂ, ਇਹਦੇ 'ਚ ਜਿਹੜੀ ਮੇਨ ਸਮਝਣ ਵਾਲੀ ਗੱਲ ਹੈ ਕਿ ਇੱਕ ਪਰਸਨ ਜਿਹਦਾ weight ਜ਼ਿਆਦਾ ਉਹਦੇ ਕੋਲ ਦੋ ਆਪਸ਼ਨ ਹੈ, ਜਾਂ ਤਾਂ ਸਰਜਰੀ ਕਰਾਓ ਜਾਂ ਨਾ ਕਰਾਓ। ਅਗਰ ਸਰਜਰੀ ਨਹੀਂ ਕਰਾ ਰਹੇ ਤਾਂ ਫਿਰ ਉਹਦੇ ਸਾਈਡ ਇਫੈਕਟ ਬਹੁਤ ਜ਼ਿਆਦਾ ਹੈ। ਇੱਕ ਤਾਂ ਮੋਟਾਪਾ ਇਟਸੈਲਫ ਹੋ ਗਿਆ, ਫਿਰ ਨਾਲ ਤੁਹਾਨੂੰ ਆਉਣ ਵਾਲੇ ਟਾਈਮ 'ਚ ਸ਼ੂਗਰ, BP, ਕੋਲੈਸਟਰੋਲ, ਜੁਆਇੰਟ ਪੇਨਸ, ਫੀਮੇਲਸ ਇਨਫਰਟੀਲਿਟੀ, ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਇਹਦੇ ਨਾਲ ਐਸੋਸੀਏਟਡ ਹੈ, ਹਾਰਟ ਡਿਜ਼ੀਜ਼ ਹੈ। ਬਿਲਕੁਲ ਸਹੀ। ਸੋ ਉਹਨਾਂ ਨੂੰ ਅਸੀਂ ਸਾਈਡ ਇਫੈਕਟ ਨਹੀਂ ਮੰਨ ਰਹੇ ਤਾਂ ਫਿਰ ਉਹ ਜ਼ਿਆਦਾ ਮਾੜੀ ਗੱਲ ਹੈ। ਅਗਰ ਸਰਜਰੀ ਕਰਾ ਲੈਂਦੇ ਆ ਤਾਂ ਇਨੀਸ਼ੀਅਲੀ ਕਿਉਂਕਿ ਤੁਹਾਡਾ ਇਨਟੇਕ ਘੱਟ ਹੋਏਗਾ, ਖਾਣਾ ਥੋੜ੍ਹਾ ਹੋਏਗਾ, ਤਾਂ ਵਿਟਾਮਿਨ ਦੀ ਸਪਲੀਮੈਂਟ ਦੀ ਟੈਬਲੇਟ ਲੈਣੀ ਪੈਂਦੀ ਹੈ। ਉਹ ਅਗਰ ਤੁਸੀਂ ਰੈਗੂਲਰਲੀ ਲੈਂਦੇ ਰਹੋ, ਔਰ ਜਿਸ ਤਰ੍ਹਾਂ ਅਸੀਂ ਡਾਈਟ ਦੱਸਦੇ ਹਾਂ ਕਿ ਡਾਈਟ ਹੈਲਦੀ ਹੋਣੀ ਚਾਹੀਦੀ ਹੈ, ਜੋ ਘਰ ਦਾ ਖਾਣਾ ਬਣਿਆ ਉਹ ਲਓ, ਥੋੜ੍ਹੀ ਪ੍ਰੋਟੀਨ ਦੀ ਕੁਆਂਟਿਟੀ ਜ਼ਿਆਦਾ ਰੱਖੋ, ਇਹ ਸਭ ਫੋਲੋ ਕਰਦੇ ਰਹਿਣ ਤਾਂ ਬਾਏ ਐਂਡ ਲਾਰਜ ਕੋਈ ਇੱਦਾਂ ਸਾਈਡ ਇਫੈਕਟ ਨਹੀਂ ਹੁੰਦੇ। ਇੱਕ ਗੱਲ ਦੱਸੋ ਵੀ ਇਹ ਜਿਹੜੀਆਂ ਤੁਸੀਂ ਟੈਬਲੇਟ ਨਾਲ ਲੈਣ ਦੀ ਗੱਲ ਕੀਤੀ ਜਾਂ ਸਪਲੀਮੈਂਟਸ ਦੀ ਗੱਲ ਕੀਤੀ, ਕਿੰਨਾ ਕੁ ਚਿਰ ਖਾਣੇ ਪੈਂਦੇ ਜੀ? ਇਹ ਆਈਡੀਅਲੀ ਸਪੀਕਿੰਗ ਪਹਿਲੇ ਕੁਛ ਦੇਰ ਜਦੋਂ ਖਾਣਾ ਕਾਫੀ ਘੱਟ ਹੈ ਉਦੋਂ ਸਵੇਰੇ ਸ਼ਾਮ ਇੱਕ ਟੈਬਲੇਟ ਲੈਣੀ ਹੈ, ਮਲਟੀਵਿਟਾਮਿਨ ਦੀ ਜਾਂ ਕੈਲਸ਼ੀਅਮ ਦੀ। ਉਸ ਤੋਂ ਬਾਅਦ ਅਸੀਂ ਈਅਰਲੀ ਫੋਲੋ ਕਰਦੇ ਹਾਂ, ਟੈਸਟ ਕਰਵਾ ਕੇ ਦੇਖਦੇ ਕੋਈ ਡੈਫੀਸ਼ੀਐਂਸੀ ਤਾਂ ਨਹੀਂ ਹੋ ਰਹੀ। ਔਰ ਕੁਛ ਅਮਾਊਂਟ 'ਚ ਸਪਲੀਮੈਂਟ ਆਈਡੀਅਲੀ ਲਾਈਫ ਲੌਂਗ ਲੈਣੇ ਚਾਹੀਦੇ ਹੈ, ਕਿਉਂਕਿ ਖਾਣੇ ਦੀ ਕੈਪੈਸਿਟੀ ਥੋੜ੍ਹੀ ਘੱਟ ਰਹੇਗੀ, ਬਟ ਉਹਦਾ ਕੋਈ ਸਾਈਡ ਇਫੈਕਟ ਨਹੀਂ ਹੈ। ਦੈਟ ਇਜ਼ ਜਸਟ ਟੂ ਮੇਕ ਸ਼ੋਰ ਕਿ ਅਗਰ ਤੁਹਾਡੇ ਖਾਣੇ ਦੀ ਕੁਆਂਟਿਟੀ ਘੱਟ ਹੈ ਤਾਂ ਬਾਈ ਚਾਂਸ ਕੋਈ ਵਿਟਾਮਿਨ ਦੀ ਡੈਫੀਸ਼ੀਐਂਸੀ ਨਾ ਹੋ ਜਾਏ। ਅੱਛਾ। ਨਹੀਂ, ਪਰ ਇੱਕ ਚੀਜ਼ ਹੈ ਕਿ ਵੀ ਜਦੋਂ ਆਪਾਂ ਸਟੈਂਡਰਡ ਸਾਈਜ਼ ਕਰ ਦਿੰਦੇ ਜੀ ਸਟਮਕ ਦਾ, ਜੋ ਕੁਦਰਤੀ ਹੋਣਾ ਚਾਹੀਦਾ ਇੱਕ ਬੰਦੇ ਦੇ ਲਈ, ਤਾਂ ਫਿਰ ਉਹ ਸਟੈਂਡਰਡ ਸਾਈਜ਼ ਦੇ ਵਿੱਚ ਜਿਹੜਾ ਖਾਣਾ ਜਿੰਨਾ ਕੁ ਬੰਦਾ ਖਾਂਦਾ ਉਹਦੇ ਚੋਂ ਉਹਦੀ ਉਹ ਸਾਰਾ ਸਟੈਂਡਰਡ ਨਹੀਂ ਹੁੰਦਾ, ਸਟੈਂਡਰਡ ਤੋਂ ਵੀ ਘੱਟ ਹੁੰਦਾ। ਕਿਉਂਕਿ ਅਗਰ ਤੁਸੀਂ ਦੇਖੋਗੇ ਕਿ ਕਾਫੀ ਸਾਰੇ ਲੋਕ ਹੈ ਜਿਹੜੇ ਓਬੀਜ਼ ਹੈ, ਉਹ ਕਹਿਣਗੇ ਅਸੀਂ ਤਾਂ ਜ਼ਿਆਦਾ ਖਾਂਦੇ ਨਹੀਂ, ਅਸੀਂ 1.5 ਰੋਟੀ 2 ਰੋਟੀ ਇੰਨੇ ਹੀ ਖਾਂਦੇ, ਸਾਨੂੰ ਖਾਣਾ ਜ਼ਿਆਦਾ ਲੱਗਦਾ। ਸੋ ਅਸੀਂ ਉਹਨੂੰ ਸਟੈਂਡਰਡ ਤੋਂ ਛੋਟਾ ਕਰਦੇ ਕਿਉਂਕਿ ਅੱਗੇ ਆਉਣ ਵਾਲੇ ਸਾਲਾਂ 'ਚ ਉਹ ਥੋੜ੍ਹਾ ਜਿਹਾ ਸਾਈਜ਼ ਉਹਦਾ ਵਧਣਾ ਵੀ ਹੈ। ਅੱਛਾ ਜੀ। ਸੋ ਪਹਿਲੇ ਕੁਛ ਮਹੀਨੇ ਜਦੋਂ weight loss ਹੋਣਾ, ਉਦੋਂ ਪੇਸ਼ੈਂਟ ਨੇ ਉਹਦੀ ਰਿਕੁਆਇਰਮੈਂਟ ਤੋਂ ਘੱਟ ਖਾਣਾ ਖਾਣਾ, ਇਸ ਲਈ weight ਘਟੀ ਜਾਣਾ। ਜਿਸ ਤਰ੍ਹਾਂ weight ਘਟੇਗਾ ਉਹਦੀ ਬੋਡੀ ਦੀ ਰਿਕੁਆਇਰਮੈਂਟ ਵੀ ਘਟ ਜਾਏਗੀ, ਖਾਣੇ ਦੀ ਕੈਪੈਸਿਟੀ ਥੋੜ੍ਹੀ ਵਧੇਗੀ। ਸੋ ਇਵੈਂਚੁਅਲੀ 6 ਮਹੀਨੇ 1 ਸਾਲ ਤੱਕ ਇਹ ਬੈਲੈਂਸ ਹੋ ਜਾਂਦਾ। ਜਿੰਨਾ ਕੋਲ ਐਕਸੈਸ weight ਉਹ ਘਟ ਜਾਏਗਾ, weight ਵੀ ਨਾਰਮਲ 'ਤੇ ਆ ਜਾਏਗਾ, ਖਾਣਾ ਜਿਹੜਾ ਹੈਗਾ ਉਹ ਲਗਭਗ 1 ਚਪਾਤੀ 'ਤੇ ਆ ਜਾਏਗਾ, ਉਹਦੇ ਨਾਲ ਉਹਦੀ ਖੁਰਾਕ ਵੀ ਠੀਕ ਰਹੇਗੀ, ਪਲੱਸ weight ਵੀ ਮੇਨਟੇਨ ਰਹੇਗਾ। ਅੱਛਾ, ਕੁਝ ਕੇਸਿਸ ਦੇ ਵਿੱਚ ਦੇਖਿਆ ਗਿਆ ਡਾਕਟਰ ਸਾਹਿਬ ਕਿ ਵੀ ਬਾਅਦ ਦੇ ਵਿੱਚ ਕੁਝ ਕੰਪਲੀਕੇਸ਼ਨਸ ਆ ਜਾਂਦੀਆਂ ਲੋਕਾਂ ਨੂੰ, ਐਂਡ ਉਹ ਕਹਿੰਦੇ ਨੇ ਕਿ ਵੀ ਇਹਨੂੰ ਅਸੀਂ ਰਿਵਰਸ ਕਰਾਉਣਾ, ਤੇ ਕੀ ਇਹ ਵੀ ਰਿਵਰਸੇਬਲ ਹੈ? ਸਲੀਵ ਗੈਸਟ੍ਰੈਕਟਮੀ ਐਜ਼ ਸੱਚ ਜਿਹੜਾ ਪ੍ਰੋਸੀਜਰ ਹੈ ਇਹਨੂੰ ਅਸੀਂ ਰਿਵਰਸੇਬਲ ਨਹੀਂ ਮੰਨਦੇ, ਕਿਉਂਕਿ ਜਿਹੜਾ ਐਕਸੈਸ ਪਾਰਟ ਹੈ ਉਹ ਅਸੀਂ ਰਿਮੂਵ ਕਰ ਦੇਣਾ। ਪਰ ਜਿਹੜੇ ਰਿਵਰਸੇਬਲ ਪ੍ਰੋਸੀਜਰਸ ਹੈ, ਜਿਸ ਤਰ੍ਹਾਂ ਮਿਨੀ ਗੈਸਟ੍ਰਿਕ ਬਾਈਪਾਸ ਹੋ ਗਿਆ, ਦੂਸਰੇ ਬਾਈਪਾਸ ਹੋ ਗਏ, ਉਹਨਾਂ 'ਚ ਸਟਮਕ ਰਿਮੂਵ ਨਹੀਂ ਹੁੰਦਾ। ਕਈ ਵਾਰੀ ਬਾਈਪਾਸ ਜ਼ਰੂਰਤ ਤੋਂ ਜ਼ਿਆਦਾ ਹੋ ਗਿਆ, ਪੇਸ਼ੈਂਟ ਨੂੰ ਸੂਟ ਨਹੀਂ ਕੀਤਾ, ਉਸ ਕਾਰਨ ਕਰਕੇ ਉਹ ਰਿਵਰਸ ਕਰਨਾ ਪੈ ਜਾਂਦਾ। ਪਰ ਸਲੀਵ ਗੈਸਟ੍ਰੈਕਟਮੀ 'ਚ ਯੂਜੂਅਲੀ ਜਿਹੜਾ ਤੁਹਾਡਾ weight ਘਟਣਾ ਉਹ ਜਿੰਨਾ ਚਾਹੀਦਾ ਉਸ ਤੋਂ ਜ਼ਿਆਦਾ ਨਹੀਂ ਘਟਦਾ, ਬਾਏ ਐਂਡ ਲਾਰਜ ਉੱਥੇ ਕਾ ਕੇ ਰੁਕ ਜਾਂਦਾ ਜੀ। ਪਰ ਅਗਰ ਕੋਈ ਪ੍ਰੋਬਲਮ ਆਏ ਤਾਂ ਇਹਦੇ ਦੂਸਰੇ ਤਰੀਕੇ ਨਾਲ ਰਿਵਰਸ ਕਰ ਸਕਦੇ ਹਾਂ ਕਿ ਅਸੀਂ ਸਲੀਵ ਨੂੰ ਥੋੜ੍ਹਾ ਬਾਈਪਾਸ ਕਰਕੇ ਇਹਦਾ ਬਾਈਪਾਸ ਬਣਾ ਦਈਏ, ਉਹਦੇ ਨਾਲ ਪੇਸ਼ੈਂਟ ਮਤਲਬ ਇਹ ਕੁਝ ਕੰਪਲੀਕੇਸ਼ਨਸ ਦਾ ਇਹ ਇੱਕ ਟ੍ਰੀਟਮੈਂਟ ਹੈ, ਬਟ ਬਾਏ ਐਂਡ ਲਾਰਜ ਇੱਦਾਂ ਦੀ ਲੋੜ ਨਹੀਂ ਪੈਂਦੀ। ਵੈਸੇ ਡਾਕਟਰ ਸਾਹਿਬ ਚਲੋ ਇਹ ਤਾਂ ਤੁਹਾਡੀਆਂ ਦੂਸਰੀ ਗੱਲ ਇਹ ਹੈ ਕਿ ਸਲੀਵ ਜਿਹੜੀ ਹੈ ਨਾ, ਦੇਖੋ ਉਹਦੇ 'ਚ ਅਸੀਂ ਇੱਕ ਵਾਰੀ ਸਟਮਕ ਛੋਟਾ ਕਰਤਾ, ਵਿਦ ਟਾਈਮ ਉਹਨੇ ਥੋੜ੍ਹਾ ਜਿਹਾ ਐਕਸਪੈਂਡ ਹੋਣਾ ਜੀ। ਸੋ ਇਨ ਅ ਵੇ ਇਹ ਸੈਲਫ ਰਿਵਰਸਿੰਗ ਸਰਜਰੀ ਵੀ ਮੰਨਦੇ ਹੈ ਕਿ ਤੁਸੀਂ ਇੱਕ ਵਾਰੀ ਤਾਂ ਪੇਸ਼ੈਂਟ ਨੂੰ ਸੈੱਟ ਕਰਤਾ, ਉਸ ਤੋਂ ਬਾਅਦ ਕੁਛ ਹੱਦ ਤੱਕ ਉਹਨੇ ਆਪਣੇ ਆਪ ਹੀ ਰਿਵਰਸ ਹੋ ਜਾਣਾ, ਟਾਈਮ ਪਾ ਕੇ, ਸਾਲ 2 ਸਾਲ। ਕਿਉਂਕਿ ਅਗਰ ਸਪੋਜ਼ ਕਿਸੇ ਦਾ weight 120 kg ਹੈ, ਨਾਰਮਲ ਉਹਦਾ 70 ਹੈ, ਤਾਂ ਉਹ 50 kg weight ਜਿਹੜਾ ਹੈ ਉਹ ਦੂਸਰੇ ਕਿਸੇ ਤਰੀਕੇ ਨਾਲ ਲੂਜ਼ ਨਹੀਂ ਕਰ ਪਾਏਗਾ। ਲੇਕਿਨ ਅਗਰ ਆਫਟਰ ਸਰਜਰੀ ਸਾਲ ਬਾਅਦ ਉਹਦਾ ਇੰਨਾ weight loss ਹੋ ਗਿਆ ਤਾਂ ਉਹਨੂੰ ਮੇਨਟੇਨ ਕਰ ਲਏਗਾ, ਇਹ ਉਸ ਤੋਂ ਰਿਲੇਟਿਵਲੀ ਮਚ ਈਜ਼ੀਅਰ ਹੈ। ਹੈਲਦੀ ਖਾਣਾ ਖਾਂਦਾ ਰਹੇ, ਮਾੜੀ ਮੋਟੀ ਵਾਕ ਕਰਦਾ ਰਹੇ, ਥੋੜਾ ਜਿਮ ਕਰਦਾ ਰਹੇ, ਮਿਨੀਮਲ ਐਕਟੀਵਿਟੀ ਰੱਖੇ। ਅਦਰਵਾਈਜ਼ ਸਾਰੀ ਐਕਟੀਵਿਟੀਜ਼ ਕਰਕੇ ਉਹਦਾ weight ਨਹੀਂ ਲੂਜ਼ ਹੋਣਾ, ਉਹਦਾ ਇੰਟਰਸਟ ਵੀ ਨਹੀਂ ਬਣਨਾ, ਔਰ ਕਰਨਾ ਵੀ ਔਖਾ ਹੋਣਾ, ਕਿਉਂਕਿ 120 kg ਨਾਲ ਇਹ ਸਭ ਕਰਨਾ ਵੀ ਮੁਸ਼ਕਿਲ ਹੈ, ਡਾਈਟ ਘੱਟ ਨਹੀਂ ਰੱਖ ਸਕਦੇ। ਆਫਟਰ ਸਰਜਰੀ ਇਹ ਸਭ ਬੜਾ ਆਸਾਨ ਹੋ ਜਾਂਦਾ। ਅੱਛਾ, ਇੱਕ ਗੱਲ ਦੱਸੋ ਕਿ ਵੀ ਇਹ ਜਦੋਂ ਆਪਾਂ ਇਹ ਖਾਣਾ ਘਟਾ ਦਿੰਦੇ ਹਾਂ, ਬੰਦੇ ਦੀ ਬੋਡੀ ਦੇ ਵਿੱਚ ਕਮਜ਼ੋਰੀ ਆਏਗੀ, ਸਰੀਰ ਜਿਹੜਾ ਉਹਦਾ ਵਜ਼ਨ ਘਟਣਾ, ਤੇ ਫਿਰ ਉਹਦੇ ਕੰਮਕਾਰ ਤੇ ਵੀ ਅਸਰ ਪੈਂਦਾ, ਮਤਲਬ ਉਹ ਕੰਮ ਤੇ ਜਾ ਸਕਦਾ? ਨਹੀਂ, ਬਿਲਕੁਲ ਜਾ ਸਕਦੇ ਹੈ। ਇਹ ਇੱਕ ਮਿਥ ਹੈ ਕਿ ਪੇਸ਼ੈਂਟ ਵੀਕ ਫੀਲ ਕਰਦਾ ਹੈ। ਸਾਡੇ ਬਹੁਤ ਸਾਰੇ NRI ਪੇਸ਼ੈਂਟਸ ਆਉਂਦੇ ਹੈ, ਉਹ ਸਰਜਰੀ ਕਰਵਾ ਕੇ ਹਫਤੇ 10 ਦਿਨ 'ਚ ਵਾਪਸ ਚਲੇ ਜਾਂਦੇ, ਔਰ ਜਾ ਕੇ ਉਹ ਇਮੀਡੀਏਟਲੀ ਜੋਬ ਜੁਆਇਨ ਕਰ ਲੈਂਦੇ। ਸੋ ਵੀਕ ਫੀਲ ਕਰਨ ਦੇ ਬਜਾਏ ਇਹ ਬੈਟਰ ਫੀਲ ਕਰਦੇ, ਕਿਉਂਕਿ weight ਘਟੀ ਜਾਏਗਾ ਤਾਂ ਬੋਡੀ 'ਚ ਚੁਸਤੀ ਫੁਰਤੀ ਵੱਧਦੀ ਜਾਂਦੀ ਰਾਦਰ ਦੈਨ ਘਟਣ ਦੇ। ਮੋਟਾਪੇ ਨਾਲ ਐਸੋਸੀਏਟਡ ਹੀ ਬਹੁਤ ਸਾਰੀ ਆਪਾਂ ਨੂੰ ਫੀਲਿੰਗਸ ਹੈ ਕਿ ਇਹਦੇ ਨਾਲ ਸੁਸਤੀ ਆ ਜਾਂਦੀ ਹੈ। ਅਗਰ ਤੁਸੀਂ
ਕਿਸੇ ਬੰਦੇ ਨੂੰ ਦੇਖੋ ਜਿਹੜਾ weight ਜ਼ਿਆਦਾ ਉਹਨਾਂ 'ਚੋਂ ਕਾਫੀ ਲੋਕ ਇਸ ਤਰ੍ਹਾਂ ਦੇ ਹੈ ਜਿਹੜੇ ਬਿਕੋਜ਼ ਆਫ ਓਬੈਸਿਟੀ ਆਪਣੇ ਆਪ ਨੂੰ ਸੁਸਤ ਫੀਲ ਕਰਦੇ, ਉਹਨਾਂ ਦੀ ਵਰਕ ਐਫੀਸ਼ੀਐਂਸੀ ਘੱਟ ਜਾਂਦੀ। ਜਿਸ ਤਰ੍ਹਾਂ weight ਘਟਦਾ ਹੈ ਉਹ ਮਹੀਨੇ ਬਾਅਦ ਦੇ ਫੀਲ ਮਚ ਮੋਰ ਐਕਟਿਵ ਰਾਦਰ ਦੈਨ ਕੀ ਵੀਕਨੈਸ। ਅੱਛਾ ਜੀ। ਅੱਛਾ, ਇੱਕ ਤੁਹਾਡੇ ਲਈ ਸਵਾਲ ਆ ਡਾਕਟਰ ਸਾਹਿਬ ਕਿ ਅੱਜ ਕੱਲ੍ਹ ਗ੍ਰੀਨ ਟੀ ਦਾ ਬੜਾ ਪ੍ਰਚਲਨ ਆ ਅਤੇ ਮੋਟਾਪਾ ਘਟਾਉਂਦੀ ਹੈ? ਨਹੀਂ, ਐਜ਼ ਸੱਚ ਕੋਈ ਬਹੁਤ ਜ਼ਿਆਦਾ ਇਹਦਾ ਇਫੈਕਟ ਨਹੀਂ ਹੈ। ਇਨਫੈਕਟ ਜਿੰਨੀਆਂ ਵੀ ਮੈਡੀਸਿਨਸ ਹੈ ਉਹਨਾਂ ਦਾ ਓਵਰਆਲ ਇਫੈਕਟ ਜਿਹੜਾ ਹੈ 5 ਤੋਂ 10% ਤੱਕ ਹੀ ਹੈ ਮੈਕਸਿਮਮ। ਜਿੰਨਾ ਤੁਹਾਡਾ weight ਹੈ ਇੰਨਾ ਹੀ ਘਟੇਗਾ। 5% ਜੇ ਤੁਸੀਂ ਮਿਨੀਮਲ ਟਰਾਈ ਕਰਦੇ ਹੋ, ਜਿਸ ਤਰ੍ਹਾਂ ਕਿਸੇ ਦੀ ਏਜ ਅਰਾਊਂਡ 45, 60 ਜਾਂ 50 ਹੈ, ਉਹ ਜ਼ਿਆਦਾ ਇੰਟੈਂਸਿਵ ਐਕਸਰਸਾਈਜ਼ ਨਹੀਂ ਕਰ ਸਕਦਾ, ਥੋੜ੍ਹੀ ਡਾਈਟਿੰਗ ਕਰਦੇ ਆ, ਥੋੜ੍ਹੀ ਵਾਕ ਕਰਦੇ, ਉਹ 5% weight ਘਟਾ ਲੈਂਦੇ। ਦੂਸਰੇ ਪਾਸੇ ਜਿਹੜੇ ਯੰਗ ਲੋਕ ਹੈ ਜਿਹੜੇ ਬਹੁਤ ਜ਼ਿਆਦਾ ਐਫਰਟ ਕਰਦੇ ਉਹ 10% ਘਟਾ ਲੈਂਦੇ। ਪਰ ਪ੍ਰੋਬਲਮ ਇਹ ਹੈ ਕਿ ਜਦੋਂ ਇਹ ਘਟਦਾ ਹੈ, ਸਪੋਜ਼ 3 ਮਹੀਨੇ 4 ਮਹੀਨੇ 'ਚ ਘਟਿਆ, ਉਸ ਤੋਂ ਬਾਅਦ ਇਹ ਕਿਤੇ ਨਾ ਕਿਤੇ ਜਾ ਕੇ ਬ੍ਰੇਕ ਹੋ ਜਾਂਦੀ ਹੈਬਿਟ, ਤੁਹਾਡੇ ਹਾਰਮੋਨਸ ਓਵਰ ਪਾਵਰ ਕਰ ਦਿੰਦੇ। ਸੋ ਅਗਰ ਤੁਸੀਂ 10 kg ਘਟਾਇਆ ਦੁਬਾਰਾ ਫਿਰ ਉਹ 12 kg ਵੱਧਦਾ। ਇਹਨੂੰ ਯੋਯੋ ਫਿਨੋਮੀਨਾ ਕਹਿੰਦੇ। ਯੋਯੋ ਬੱਚਿਆਂ ਦਾ ਟॉय ਹੁੰਦਾ ਜੀ, ਉਹਨੂੰ ਜਿੰਨੀ ਜ਼ੋਰ ਦੀ ਅਸੀਂ ਨੀਚੇ ਸੁੱਟਾਂਗੇ ਉਨੀ ਜ਼ੋਰ ਦੀ ਉਹ ਵਾਪਸ ਰੀਬਾਊਂਡ ਕਰੇਗਾ। ਸੋ ਇਹ ਨੋਨ ਰਿਸਰਚ ਦੇ ਵਿੱਚ ਇਹ ਟਰਮ ਯੂਜ਼ ਹੁੰਦੀ ਹੈ ਯੋਯੋ ਫਿਨੋਮੀਨਾ। weight ਜਿੰਨਾ ਘਟਾਇਆ ਤੁਸੀਂ ਉਸ ਤੋਂ ਜ਼ਿਆਦਾ ਵਧੇਗਾ, ਫਿਰ ਦੁਬਾਰਾ ਪੇਸ਼ੈਂਟ ਫਿਰ ਥੋੜ੍ਹੇ ਦਿਨ ਬਾਅਦ ਟਰਾਈ ਕਰੇਗਾ, ਉਹ ਫਿਰ ਉਸ ਤੋਂ ਜ਼ਿਆਦਾ ਵਧੇਗਾ। ਸੋ ਇਸੇ ਸਾਈਕਲ 'ਚ ਹੀ ਉਹ 100 ਤੋਂ 110 ਤੋਂ 120 ਇਸ ਤਰ੍ਹਾਂ ਘੁੰਮਦੇ ਰਹਿੰਦੇ ਰਾਦਰ ਦੈਨ ਨੀਚੇ ਆਉਂਦੇ। ਅੱਛਾ, ਇੱਕ ਗੱਲ ਦੱਸੋ, ਇੱਕ ਸਵਾਲ ਹੋਰ ਹੈ, ਉਹ ਕਹਿੰਦੇ ਆ ਕਿ ਵੀ ਕਈ ਬੰਦਿਆਂ ਨੂੰ ਤਾਂ ਪਾਣੀ ਵੀ ਘਿਓ ਵਾਂਗੂ ਲੱਗਦਾ ਅਤੇ ਕਈਆਂ ਨੂੰ ਘਿਓ ਵੀ ਕੁਛ ਨਹੀਂ ਆਉਂਦਾ, ਇਹ ਕੀ ਚੱਕਰ? ਇਹ ਕੁਛ ਹੱਦ ਤੱਕ ਠੀਕ ਹੈ। ਜਿਸ ਤਰ੍ਹਾਂ ਤੁਸੀਂ ਹੁਣੇ ਆਪਣੇ ਸਟੂਡੀਓ 'ਚ ਦੇਖੋ, ਕੁਛ ਲੋਕ ਜਿਹੜੇ ਹੈ ਉਹ ਸਭ ਕੁਝ ਖਾਂਦੇ ਆ ਲੇਕਿਨ ਫਿਰ ਵੀ weight ਨਹੀਂ ਵੱਧ ਰਿਹਾ। ਸੋ ਜਿਹਦਾ weight ਨਹੀਂ ਵੱਧ ਰਿਹਾ ਔਰ ਅਗਰ ਉਹਨੂੰ ਕੋਈ ਹੋਰ ਪ੍ਰੋਬਲਮ ਨਹੀਂ ਵੀ ਹੈ, ਦੈਨ ਆਈ ਵੁੱਡ ਸੇ ਇਹ ਤਾਂ ਗੋਡਸ ਗਿਫਟ ਹੈ ਕਿ ਤੁਹਾਡਾ weight ਨਹੀਂ ਵੱਧ ਰਿਹਾ ਔਰ ਏਜ ਹੋਣ ਦੇ ਬਾਵਜੂਦ ਤੁਹਾਡਾ weight ਸਟੇਬਲ ਹੈ। ਸੋ ਦੇ ਆਰ ਲੱਕੀ ਪੀਪਲ ਕਿ ਉਹਨਾਂ ਦੀ ਜੀਨਸ ਇਸ ਤਰ੍ਹਾਂ ਦੀਆਂ ਇਨਹੈਰੀਟਿਡ ਕਿ ਉਹਨਾਂ ਦਾ weight ਨਹੀਂ ਵੱਧ ਰਿਹਾ, ਪ੍ਰੋਵਾਈਡਡ ਕਿ ਉਹਨਾਂ ਨੂੰ ਕੋਈ ਹੋਰ ਬਿਮਾਰੀ ਨਹੀਂ ਹੈ, ਮਤਲਬ ਅੰਡਰਲਾਈਨ ਕੋਈ ਥਾਇਰੋਇਡ ਦੀ ਪ੍ਰੋਬਲਮ ਜਾਂ ਹੋਰ ਕੁਛ ਨਹੀਂ। ਬਾਕੀ ਕੁਛ ਲੋਕਾਂ 'ਚ ਡੈਫੀਨੇਟਲੀ ਜੈਨੇਟਿਕ ਪ੍ਰੋਬਲਮ ਹੁੰਦੀ ਹੈ ਕਿ weight ਜਲਦੀ ਵੱਧਦਾ। ਔਰ ਇੱਕ ਲੈਵਲ 'ਤੇ ਜਦੋਂ ਤੁਹਾਡਾ weight ਵੱਧ ਗਿਆ, ਸਪੋਜ਼ 70 ਨਾਰਮਲ ਹੈ, ਤੁਸੀਂ 80 'ਤੇ ਆ ਗਏ, 85 'ਤੇ ਆ ਗਏ, 90 'ਤੇ ਆ ਗਏ, ਉਸ ਤੋਂ ਉੱਪਰ ਵਧਾਉਣਾ ਹੋਰ ਵੀ ਈਜ਼ੀ ਹੈ ਕਿਉਂਕਿ ਤੁਹਾਡੀ ਸਟਮਕ ਦੀ ਕੈਪੈਸਿਟੀ ਜ਼ਿਆਦਾ ਹੈ। ਤੁਹਾਡੇ ਅੰਦਰ ਜਿਹੜਾ ਬੋਡੀ ਦਾ ਇੱਕ ਬੇਜ਼ਲ ਮੈਟਾਬੋਲਿਕ ਰੇਟ ਹੁੰਦਾ ਹੈ ਕਿ ਬੋਡੀ ਰੈਸਟ 'ਤੇ ਆਪਣਾ ਕਿੰਨਾ ਐਨਰਜੀ ਸਪੈਂਡ ਕਰਦੇ। ਸੋ ਇਹਨਾਂ ਲੋਕਾਂ 'ਚੋਂ ਐਨਰਜੀ ਸਪੈਂਡ ਕਰਨ ਦੀ ਪਾਵਰ ਘੱਟ ਹੁੰਦੀ। ਜੋ ਤੁਸੀਂ ਖਾਇਆ ਉਹ ਬੋਡੀ ਅਦਰਵਾਈਜ਼ ਸਪੈਂਡ ਨਹੀਂ ਕਰਦੀ, ਉਹ ਜਾ ਕੇ ਸਟੋਰ ਹੋ ਜਾਂਦਾ ਫੈਟ ਦੇ ਫਾਰਮ 'ਚ। ਉਸ ਤੋਂ ਅੱਗੇ ਹੋਰ ਵਧਾਉਣਾ ਹੋਰ ਵੀ ਈਜ਼ੀ ਹੋ ਜਾਂਦਾ, ਇਟ ਇਜ਼ ਬਿਕਮਸ ਈਵਨ ਮੋਰ ਈਜ਼ੀਅਰ ਬਿਕਮ ਮੋਰ ਓਬੀਸ। ਦੂਸਰੀ ਇੱਕ ਗੱਲ ਰਹਿ ਗਈ, ਅਸੀਂ ਸਿਰਫ ਸਲੀਵ ਗੈਸਟ੍ਰੈਕਟਮੀ ਦੀ ਗੱਲ ਕੀਤੀ। ਸੋ ਲਗਭਗ 50% ਪੇਸ਼ੈਂਟਸ ਇਸ ਤਰ੍ਹਾਂ ਦੇ ਹੈ ਜਿਨ੍ਹਾਂ 'ਚ ਸਾਡੇ ਸੈਂਟਰ 'ਚ ਸਲੀਵ ਹੋ ਜਾਂਦੀ ਹੈ, ਪਰ 50% ਇਸ ਤਰ੍ਹਾਂ ਦੇ ਹੈ ਜਿਨ੍ਹਾਂ 'ਚ ਸਲੀਵ ਅੱਛਾ ਆਪਰੇਸ਼ਨ ਨਹੀਂ ਮੰਨਿਆ ਜਾਂਦਾ। ਸਪੋਜ਼ ਕਿਸੇ ਦਾ weight ਕਾਫੀ ਜ਼ਿਆਦਾ ਹੈ, BMI 45, 50 ਤੋਂ ਜ਼ਿਆਦਾ ਹੈ, ਜਾਂ ਕਿਸੇ ਨੂੰ ਡਾਇਬਟੀਜ਼ ਹੈ, ਫਿਰ ਅਸੀਂ ਬਾਈਪਾਸ ਕਰਦੇ ਹਾਂ। ਬਾਈਪਾਸ ਅੱਜ ਕੱਲ੍ਹ ਸਭ ਤੋਂ ਕਾਮਨ ਜਿਹੜਾ ਇੰਡੀਆ 'ਚ 2017 ਦੇ ਡੇਟਾ 'ਚ ਹੈਗਾ, ਦੈਟ ਇਜ਼ ਮਿਨੀ ਗੈਸਟ੍ਰਿਕ ਬਾਈਪਾਸ। ਪਹਿਲਾਂ ਰੂਅਨਵਾਈ ਗੈਸਟ੍ਰਿਕ ਬਾਈਪਾਸ ਨੰਬਰ 1 ਸੀਗਾ, ਹੁਣ ਮਿਨੀ ਗੈਸਟ੍ਰਿਕ ਬਾਈਪਾਸ ਦਾ ਟ੍ਰੈਂਡ ਜ਼ਿਆਦਾ ਹੈ ਬਿਕੋਜ਼ ਇਹਦੇ 'ਚ ਪੇਸ਼ੈਂਟ ਦੀ ਲਾਈਫ ਸਟਾਈਲ ਥੋੜ੍ਹੀ ਬੈਟਰ ਹੁੰਦੀ। ਸੋ ਬਾਈਪਾਸ ਦਾ ਮਤਲਬ ਇਹ ਹੈ ਕਿ ਅਸੀਂ ਸਟਮਕ ਰਿਮੂਵ ਨਹੀਂ ਕਰਦੇ, ਉਹਦੇ 2 ਹਿੱਸੇ ਕਰ ਦਿੰਦੇ। ਜਿਹੜੇ ਹਿੱਸੇ 'ਚ ਖਾਣਾ ਜਾਏਗਾ ਉਹ ਛੋਟਾ ਰਹੇਗਾ ਤਾਂ ਕਿ ਇਨਟੇਕ ਥੋੜ੍ਹੀ ਘਟੇ, ਔਰ ਉਹ ਉਸ ਤੋਂ ਬਾਅਦ ਖਾਣਾ ਡਾਇਰੈਕਟਲੀ ਛੋਟੀ ਆਂਤ 'ਚ ਨਹੀਂ ਜਾਏਗਾ, ਉਹ ਛੋਟੀ ਆਂਤ ਦਾ ਕੁਛ ਹਿੱਸਾ ਅਸੀਂ ਬਾਈਪਾਸ ਕਰ ਦੇਂਗੇ। ਲਗਭਗ 1/3 to 1/4 ਹਿੱਸਾ ਅਸੀਂ ਬਾਈਪਾਸ ਕਰ ਦਾਂਗੇ। ਉਹ ਹਿੱਸਾ ਜਿਹਦੇ ਵਿੱਚ ਜ਼ਿਆਦਾਤਰ ਸ਼ੂਗਰ ਅਤੇ ਫੈਟ ਐਬਜ਼ੌਰਬ ਹੁੰਦੀ, ਕੁਛ ਪ੍ਰੋਟੀਨ ਵੀ ਉਸ ਹਿੱਸੇ 'ਚ ਐਬਜ਼ੌਰਬ ਹੁੰਦੀ। ਸੋ ਇੱਕ ਤਾਂ ਖਾਣ ਦੀ ਇਨਟੇਕ ਘਟੇਗੀ, ਸੈਕੰਡਲੀ ਉਹ ਜਿਹੜਾ ਖਾਣਾ ਖਾਇਆ ਉਹ ਕਿਉਂਕਿ ਬਾਈਪਾਸ ਹੋ ਰਿਹਾ ਹੈ ਤਾਂ 100% ਬੋਡੀ ਨੂੰ ਲੱਗੇਗਾ ਨਹੀਂ, ਕੁਛ ਹਿੱਸਾ ਬਿਨਾਂ ਐਬਜ਼ੌਰਬ ਹੋਏ ਬਾਹਰ ਨਿਕਲ ਜਾਏਗਾ। ਸੋ ਇਹਦੇ ਨਾਲ weight loss ਅੱਛਾ ਹੋਏਗਾ। ਸੈਕੰਡਲੀ ਜਿਨ੍ਹਾਂ ਨੂੰ ਡਾਇਬਟੀਜ਼ ਹੈ ਉਹਨਾਂ ਦੀ ਡਾਇਬਟੀਜ਼ 'ਚ ਇਹਦਾ ਰਿਸਪੌਂਸ ਜ਼ਿਆਦਾ ਅੱਛਾ, ਡਾਇਬਟੀਜ਼ ਠੀਕ ਕਰਨ 'ਚ ਜਾਂ ਉਹਨੂੰ ਬੈਟਰ ਕਰਨ 'ਚ, ਕਿਉਂਕਿ ਜਿਹੜਾ ਸਾਡਾ ਇੰਟੈਸਟਾਈਨ ਦਾ ਡਿਸਟਲ ਹਿੱਸਾ ਹੈ ਉਹਦੇ ਵਿੱਚ ਸੈਂਸਰਸ ਹੁੰਦੇ ਹੈ ਜਿਹੜੇ ਕੁਝ ਹਾਰਮੋਨ ਸਿਕਰੀਟ ਕਰਦੇ ਇਨਸੂਲਿਨ ਬਣਾਉਣ ਲਈ। ਅਗਰ ਖਾਣਾ ਡਾਇਰੈਕਟਲੀ ਅੱਗੇ ਜਾਏਗਾ ਉਹਦੇ ਵਿੱਚ ਗਲੂਕੋਜ਼ ਦੀ ਕੁਆਂਟਿਟੀ ਜ਼ਿਆਦਾ ਹੋਏਗੀ ਤਾਂ ਉਹ ਹਾਰਮੋਨਸ ਜ਼ਿਆਦਾ ਰਿਲੀਜ਼ ਹੋਣਗੇ, ਇਨਸੂਲਿਨ ਜ਼ਿਆਦਾ ਬਣੇਗੀ, ਇਨਸੂਲਿਨ ਦੇ ਅਗੇਂਸਟ ਰੈਜ਼ਿਸਟੈਂਸ ਘੱਟ ਜਾਏਗੀ। ਸ਼ੂਗਰ 'ਚ 2 ਚੀਜ਼ਾਂ ਹੁੰਦੀਆਂ, ਇੱਕ ਤਾਂ ਮੇ ਬੀ ਇਨਸੂਲਿਨ ਜਾਂ ਘੱਟ ਬਣਦੀ ਹੈ ਜਾਂ ਬਣਦੀ ਠੀਕ ਹੈ ਲੇਕਿਨ ਉਹ ਐਕਟ ਨਹੀਂ ਕਰ ਪਾਉਂਦੀ, ਉਹਦੇ ਅਗੇਂਸਟ ਰੈਜ਼ਿਸਟੈਂਸ ਕਾਫੀ। ਸੋ ਇਹ ਜਿਹੜੇ ਹਾਰਮੋਨਸ ਹੈ ਜਿਹੜੇ ਬਾਈਪਾਸ ਤੋਂ ਬਾਅਦ ਹੋਰ ਵੀ ਜ਼ਿਆਦਾ ਵੱਧ ਜਾਂਦੇ ਆ, ਇਹ ਸਾਰੇ ਡਿਸਟਰਬੈਂਸ ਨੂੰ ਠੀਕ ਕਰਦੇ, ਇਨਸੂਲਿਨ ਦਾ ਐਕਸ਼ਨ ਵੀ ਬੈਟਰ ਕਰਦੇ, ਉਹਦੀ ਰੈਜ਼ਿਸਟੈਂਸ ਵੀ ਘਟਾਉਂਦੇ ਆ, ਔਰ ਇਹ ਸਭ ਕਰਕੇ ਡਾਇਬਟੀਜ਼ ਠੀਕ ਹੁੰਦੀ ਹੈ। ਸੋ ਆਫਟਰ ਸਰਜਰੀ ਖਾਣਾ ਹੀ ਡਾਇਬਟੀਜ਼ ਦਾ ਕਿਉਰ ਬਣ ਜਾਂਦਾ। ਜਿਸ ਤਰ੍ਹਾਂ ਸੇ ਨਾਰਮਲੀ ਦੇਖੋ ਤਾਂ ਖਾਲੀ ਪੇਟ ਸ਼ੂਗਰ ਘੱਟ ਆਉਂਦੀ ਹੈ, ਖਾਣ ਦੇ 2 ਘੰਟੇ ਬਾਅਦ ਜ਼ਿਆਦਾ ਆਉਂਦੀ, ਬਟ ਆਫਟਰ ਸਰਜਰੀ ਬੜੇ ਸਾਰੇ ਪੇਸ਼ੈਂਟਸ 'ਚ ਅਗਰ ਫਾਸਟਿੰਗ 130 ਆ ਰਹੀ ਹੈ ਤਾਂ ਖਾਣਾ ਖਾ ਕੇ ਮੇ ਬੀ 120 ਆਵੇ,
ਕਿਉਂਕਿ ਖਾਣਾ ਹੀ ਅੱਛਾ, ਉਲਟਾ ਕਰ ਦਿੰਦੇ ਕੰਮ। ਖਾਣਾ ਹੀ ਤੁਹਾਡੀ ਸ਼ੂਗਰ ਜਿਹੜੀ ਹੈ ਉਹਨੂੰ ਕੰਟਰੋਲ ਕਰਨਾ ਸ਼ੁਰੂ ਕਰ ਦਿੰਦਾ। ਅੱਛਾ ਜੀ। ਨਹੀਂ ਤੇ ਇਹ ਜਿਹੜੀ ਸ਼ੂਗਰ ਕੰਟਰੋਲ ਕਰਨ ਵਾਲੀ ਸਰਜਰੀ ਹੈ ਤਾਂ ਫਿਰ ਜਿਹੜੇ ਬੰਦੇ ਦਾ ਮੰਨ ਲਓ ਓਵਰਵੇਟ ਨਹੀਂ ਵੀ ਹੈ ਜਿਹੜਾ, ਪਰ ਉਹਨੂੰ ਸ਼ੂਗਰ ਦੀ ਪ੍ਰੋਬਲਮ ਹੈ ਤਾਂ ਉਹਦੇ 'ਚ ਵੀ ਕਰਾਈ ਜਾ ਸਕਦੀ? ਉਹਨਾਂ 'ਚ ਹੁਣ ਜਿਹੜਾ ਲੇਟੈਸਟ ਡੇਟਾ ਹੈਗਾ ਇਹਦੇ 'ਚ ਰეკਮੈਂਡੇਸ਼ਨ ਹੈ ਜੀ, ਇੰਟਰਨੈਸ਼ਨਲ ਫੈਡਰੇਸ਼ਨਸ ਜਿੱਦਾਂ ਕਿ ਅਮਰੀਕਨ ਡਾਇਬਟੀਜ਼ ਐਸੋਸੀਏਸ਼ਨ ADA ਜਿਹੜੀ ਕਾਫੀ ਵੱਡੀ ਐਸੋਸੀਏਸ਼ਨ ਮੰਨੀ ਜਾਂਦੀ ਹੈ ਜੀ, ਇਸ ਤਰ੍ਹਾਂ ਹੀ ਇੰਟਰਨੈਸ਼ਨਲ ਡਾਇਬਟੀਜ਼ ਫੈਡਰੇਸ਼ਨ IDF ਇਹਨਾਂ ਦੇ ਗਾਈਡਲਾਈਨਸ ਨਾਲ ਲਗਭਗ ਸਾਰੀ ਦੁਨੀਆ ਚੱਲਦੀ ਹੈ ਕਿ ਜੋ ਇਹ ਕਹਿੰਦੇ ਆ ਅਸੀਂ ਸ਼ੂਗਰ ਉਸ ਤਰ੍ਹਾਂ ਠੀਕ ਕਰਨੀ। ਸ਼ੂਗਰ ਵਾਲੇ ਡਾਕਟਰ ਇਹਨਾਂ ਦੇ ਐਲਗੋਰਿਦਮ ਮੰਨਦੇ ਜੀ। ਉਹਨਾਂ ਦੇ ਵਿੱਚ ਵੀ ਹੁਣ ਇਹ ਗਾਈਡਲਾਈਨਸ ਹੈ ਕਿ ਅਗਰ 27.5 ਤੋਂ BMI ਜ਼ਿਆਦਾ, ਜਿਸ ਤਰ੍ਹਾਂ ਮੈਂ ਦੱਸਿਆ ਕਿ 27.5 ਸਿਰਫ ਗ੍ਰੇਡ 1 ਓਬੇਸਿਟੀ ਮੰਨਦੇ, ਉਦੋਂ ਉਸ ਤੋਂ ਜ਼ਿਆਦਾ ਹੈ ਔਰ ਉਹਨਾਂ ਦੀ ਦਵਾਈਆਂ ਨਾਲ ਜਾਂ ਇਨਸੂਲਿਨ ਨਾਲ ਸ਼ੂਗਰ ਨਹੀਂ ਕੰਟਰੋਲ ਹੋ ਰਹੀ, ਫਿਰ ਇਹ ਸਰਜਰੀ ਕਰਵਾਉਣੀ ਚਾਹੀਦੀ ਹੈ। ਇਹਦੇ ਨਾਲ ਉਹਨਾਂ ਦੀ ਸ਼ੂਗਰ ਮੱਚ ਬੈਟਰ ਵੇ ਨਾਲ ਕੰਟਰੋਲ ਹੋਏਗੀ। ਅੱਛਾ, ਮਤਲਬ ਇੱਕ ਤਰ੍ਹਾਂ ਨਾਲ ਸ਼ੂਗਰ ਦਾ ਇਲਾਜ ਵੀ ਹੈ ਜਿਹੜੀ ਸਰਜਰੀ? ਹਾਂਜੀ ਹਾਂਜੀ ਬਿਲਕੁਲ। ਇਹਦਾ ਖਰਚਾ ਕੋਈ ਵੱਖਰਾ ਹੈ ਜੀ? ਨਹੀਂ, ਲਗਭਗ ਸੇਮ ਹੈ। ਆਪਰੇਸ਼ਨ ਲਗਭਗ ਉਸ ਤਰ੍ਹਾਂ ਦੇ ਹੁੰਦੇ ਆ, ਪਰ ਥੋੜ੍ਹਾ ਜਿਹਾ ਅਸੀਂ ਵੇਰੀਏਸ਼ਨ ਕਰਦੇ ਹਾਂ ਕਿਉਂਕਿ ਉਹਨਾਂ ਦਾ ਵੇਟ ਘੱਟ ਹੈ, ਸੋ ਬਾਈਪਾਸ ਦੀ ਲੈਂਥ ਥੋੜ੍ਹੀ ਘੱਟ ਰੱਖੀ ਜਾਂਦੀ ਹੈ। ਇਸ ਤੋਂ ਪਹਿਲਾਂ ਕੁਝ ਸਪੈਸ਼ਲ ਟੈਸਟ ਕੀਤੇ ਜਾਂਦੇ ਆ ਜਿਹੜੇ ਦਿਖਾਉਂਦੇ ਆ ਕਿ ਪੈਂਕਰੀਆਸ ਦਾ ਫੰਕਸ਼ਨ ਕਿੰਨਾ, ਕਿਉਂਕਿ ਪੈਂਕਰੀਆਸ ਅਗਰ ਇੱਕ ਲੈਵਲ ਤੱਕ ਫੰਕਸ਼ਨ ਕਰੇਗਾ ਤਾਂ ਹੀ ਸਰਜਰੀ ਕਾਮਯਾਬ ਹੋਏਗੀ। ਜੇ ਪੈਂਕਰੀਆਸ ਪਹਿਲਾਂ ਹੀ ਬਰਨ ਆਊਟ ਹੋ ਗਿਆ, ਉਹ ਇਨਸੂਲਿਨ ਬਣਾ ਹੀ ਨਹੀਂ ਰਿਹਾ, ਫਿਰ ਇਹ ਸਰਜਰੀ ਦਾ ਇਫੈਕਟ ਉਹਨਾਂ ਅੱਛਾ ਨਹੀਂ ਆਏਗਾ। ਅੱਛਾ, ਇੱਕ ਗੱਲ ਡਾਕਟਰ ਸਾਹਿਬ, ਜਦੋਂ ਤੁਸੀਂ ਇੰਨੀਆਂ ਗੱਲਾਂ ਦੱਸਦੇ ਹੋ ਨਾ ਵੀ ਅਸੀਂ ਉੱਧਰੋਂ ਇਹ ਬਾਈਪਾਸ ਬਣਾ ਦਿੰਦੇ ਹਾਂ, ਅਤੇ ਮੈਂ ਬਾਈਪਾਸ ਆ ਸੋਚਦਾ ਜਿਹੜੇ ਆਪਣੇ ਅੱਜ ਕੱਲ੍ਹ ਸ਼ਹਿਰਾਂ ਦੇ ਆਸ-ਪਾਸ ਬਣਦੇ ਆ ਵੀ ਚਲੋ ਜੀ ਜਿਹੜਾ ਟਰੈਫਿਕ ਹੈ ਉਹਨੂੰ ਬਾਰੇ-ਬਾਰ ਕੱਢ ਦਿੱਤਾ, ਪਰ ਗੱਲ ਹੈ ਵੀ ਉਹ ਟਰੈਫਿਕ ਕੱਢਣ ਦੇ ਲਈ ਜਗ੍ਹਾ ਲੈਣੀ, ਉਸ ਤੋਂ ਬਾਅਦ ਉਹ ਜਿਹੜੀ ਜਗ੍ਹਾ ਦੇ ਵਿੱਚ ਸੜਕ ਬਣਾਉਣੀ ਅਤੇ ਉਹ ਸਾਰਾ ਕੁਛ, ਇਹ ਪੇਟ ਦੇ ਅੰਦਰ ਜਦੋਂ ਆਪਾਂ ਇੰਨਾ ਕੁਛ ਕਰਦੇ ਹਾਂ ਤਾਂ ਕੀ ਉਹਨੂੰ ਸਰੀਰ ਦੇ ਬਾਕੀ ਔਰਗਨਸ 'ਤੇ ਜਾਂ ਹੋਰਨਾਂ ਥਾਵਾਂ ਦੇ ਉੱਪਰ ਕੋਈ ਅਸਰ ਨਹੀਂ ਪੈਂਦਾ ਮਾੜਾ? ਇਹ ਪੋਜ਼ੀਟਿਵ ਅਸਰ ਹੀ ਪੈਂਦਾ। ਮੈਂ ਦੱਸਿਆ ਕਿ ਜਿਹੜੀ ਡਾਇਬਟੀਜ਼ ਹੈ ਉਹ ਹਰ ਔਰਗਨ ਨੂੰ ਖਰਾਬ ਕਰਦੇ ਜੀ। ਜਿਹੜੀ ਫੈਟ ਹੈ ਉਹ ਫੈਟ ਸੈਲਸ ਇਸ ਤਰ੍ਹਾਂ ਦੇ ਮਤਲਬ ਹਾਰਮਫੁਲ ਕੈਮੀਕਲਸ ਪ੍ਰੋਡਿਊਸ ਕਰਦਾ ਹੈ ਜਾਂ ਹਾਰਮੋਨਸ ਪ੍ਰੋਡਿਊਸ ਕਰਦਾ ਹੈ ਜਿਹੜੇ ਬੋਡੀ 'ਚ ਹਰ ਔਰਗਨ ਨੂੰ ਖਰਾਬ ਕਰਦਾ ਹੈ। ਸੋ ਆਫਟਰ ਸਰਜਰੀ ਇਹ ਸਾਰੇ ਹਾਰਮੋਨਲ ਇੰਬੈਲੈਂਸ ਬੈਟਰ ਹੋਏਗਾ ਅਤੇ ਸਾਰੇ ਔਰਗਨਸ ਨੂੰ ਫਾਇਦਾ ਹੀ ਹੋਏਗਾ। ਈਵਨ ਟੂ ਦੀ ਟਿਊਨ ਕਿ ਕਹਿੰਦੇ ਕਿ ਅਗਰ ਟਾਈਮਲੀ ਸਰਜਰੀ ਕਰਾਓ, ਰਿਸਰਚ 'ਚ ਪ੍ਰੂਵਨ ਹੈ ਕਿ ਤੁਸੀਂ ਆਪਣੀ ਲਾਈਫ 'ਚ 5 ਤੋਂ 10 ਸਾਲ ਐਡ ਕਰ ਸਕਦੇ ਹੋ, ਕਿਉਂਕਿ ਕਿਉਂਕਿ ਮੋਟਾਪੇ ਨਾਲ ਐਸੋਸੀਏਟਡ ਬਿਮਾਰੀਆਂ ਨਾਲ ਮੋਟੇ ਲੋਕਾਂ ਦੀ ਡੈਥ ਨਾਰਮਲ ਜਿੰਨੀ ਲਾਈਫ ਚਾਹੀਦੀ ਉਸ ਤੋਂ 5 ਤੋਂ 10 ਸਾਲ ਪਹਿਲਾਂ ਹੋ ਜਾਂਦੇ, ਬਿਕੋਜ਼ ਆਫ ਆਲ ਦਿਸ ਐਸੋਸੀਏਟਡ ਪ੍ਰੋਬਲਮ। ਸੋ ਤੁਸੀਂ ਲਾਈਫ 'ਚ 5 ਤੋਂ 10 ਸਾਲ ਵਧਾ ਸਕਦੇ ਹੋ ਟਾਈਮਲੀ ਆਪਣੇ ਵੇਟ ਨੂੰ ਨਾਰਮਲ ਲੈ ਆਓ। ਅੱਛਾ, ਇੱਕ ਸਵਾਲ ਸੀਗਾ, ਹੁਣ ਨਾਮ ਤਾਂ ਉੱਪਰ ਨਿਕਲ ਗਿਆ, ਉਹਨਾਂ ਦਾ ਕਹਿਣਾ ਇਹ ਸੀ ਕਿ ਜੇ ਤੁਸੀਂ ਡਾਕਟਰ ਸਾਹਿਬ ਦੇ ਕੋਲੋਂ ਅਸੀਂ ਆਪਰੇਸ਼ਨ ਕਰਾ ਕੇ ਅਤੇ ਉਹ ਸਾਰਾ ਕੁਛ ਘਟਾਉਣਾ ਹੈ ਅਤੇ ਉਹਦੇ ਨਾਲ ਚੰਗਾ ਕਿ ਬੰਦਾ ਆਪ ਹੀ ਖਾਣਾ ਪੀਣਾ ਜਿਹੜਾ ਉਹ ਘਟਾ ਦੇਵੇ, ਛੱਡ ਦੇਵੇ, ਅਤੇ ਫਿਰ ਵੀ ਭਾਰ ਘਟਾਇਆ ਜਾ ਸਕਦਾ? ਇਹ ਮਿਥ ਹੈ, ਜੇ ਇੱਦਾਂ ਹੁੰਦਾ ਤਾਂ ਫਿਰ ਕੋਈ ਵੀ ਓਬੀਸ ਨਾ ਹੁੰਦਾ। ਨੋਬਡੀ ਵਾਂਟਸ ਟੂ ਬੀ ਓਬੀਸ। ਜਿਹਦਾ ਵੇਟ ਜ਼ਿਆਦਾ ਹਰ ਕੋਈ ਘਟਾਉਣ ਦੀ ਕੋਸ਼ਿਸ਼ ਕਰਦਾ, ਪਰ ਇਹ ਵੀ ਰਿਸਰਚ ਪ੍ਰੂਵਨ ਹੈ ਕਿ 95% ਲੋਕ ਇਹ ਘਟਾ ਨਹੀਂ ਪਾਉਂਦੇ ਔਰ ਜਿਹੜੇ 5% ਘਟਾ ਲੈਂਦੇ ਉਹਨਾਂ 'ਚੋਂ 95% ਮੇਨਟੇਨ ਨਹੀਂ ਕਰ ਪਾਉਂਦੇ। ਸੋ ਇਵੈਂਚੁਅਲੀ ਇਹ ਸਭ ਕਰਨ ਦਾ ਸਕਸੈਸ ਰੇਟ ਬਹੁਤ ਘੱਟ ਹੈ ਅਗਰ ਉਹਨਾਂ ਦਾ ਵੇਟ ਬੈਰੀਐਟ੍ਰਿਕ ਸਰਜਰੀ ਵਾਲੀ ਰੇਂਜ 'ਚ ਫਾਲ ਕਰਦਾ। ਜੇ BMI ਥੋੜ੍ਹਾ ਹੀ ਜ਼ਿਆਦਾ ਹੈ, ਮਤਲਬ ਅਗਰ 27 ਹੈ ਜਾਂ ਸੇ 28 29 30 ਇੱਥੇ ਤੱਕ ਹੈਗਾ ਔਰ ਥੋੜ੍ਹਾ ਘਟਾਉਣਾ ਚਾਹੁੰਦੇ ਉਹ ਘਟਾ ਸਕਦੇ। ਉਸ ਤੋਂ ਜ਼ਿਆਦਾ ਜਦੋਂ ਬੈਰੀਐਟ੍ਰਿਕ ਸਰਜਰੀ ਬਣਾਈ ਇਸ ਕੰਡੀਸ਼ਨ 'ਤੇ ਗਈ ਹੈ ਕਿ ਇਹ ਹੁਣ ਇੰਨਾ ਵੇਟ ਹੋ ਗਿਆ ਕਿ ਇਹ ਬਾਕੀ ਮੈਥਡਸ ਇਹਦੇ 'ਤੇ ਲਗਭਗ ਫੇਲ ਹੋ ਜਾਣਗੇ। ਫਿਰ ਵੀ ਟਰਾਈ ਕਰਨਾ ਚਾਹੀਦਾ। ਅਸੀਂ ਹਰ ਪੇਸ਼ੈਂਟ ਨੂੰ ਜਿਹੜਾ ਸਾਡੇ ਕੋਲ ਆਉਂਦੇ ਯੂਜੂਅਲੀ ਉਹਨਾਂ ਨੇ ਟਰਾਈ ਕੀਤਾ ਹੁੰਦਾ, ਅਗਰ ਨਹੀਂ ਕੀਤਾ ਤਾਂ ਅਸੀਂ ਉਹਨੂੰ 6 ਮੰਥਸ ਦਿੰਦੇ ਹਾਂ ਕਿ ਤੁਸੀਂ ਆਪਣਾ ਬਾਕੀ ਮੈਥਡਸ ਨਾਲ ਟਰਾਈ ਕਰ ਲਓ, ਡਾਈਟਿੰਗ, ਫਿਜ਼ੀਓਥੈਰੇਪੀ ਸਾਡੇ ਕੋਲ ਵੀ ਹੈਗਾ ਇਹ ਸਾਰਾ ਮੈਥਡਸ, ਉਹ ਸਾਰੇ ਦੇ ਕੇ ਈਵਨ ਮੈਡੀਸਿਨਸ ਦੇ ਕੇ 6 ਮੰਥਸ ਤੋਂ 1 ਈਅਰ ਟਰਾਈ ਕਰ ਲਓ, ਨਹੀਂ ਹੁੰਦਾ ਦੈਨ ਯੂ ਗੋ ਫॉर ਸਰਜਰੀ। ਅੱਛਾ ਜੀ। ਅਤੇ ਇੱਕ ਚੀਜ਼ ਮੈਨੂੰ ਜ਼ਰੂਰ ਸਮਝਾਓ ਡਾਕਟਰ ਸਾਹਿਬ ਕਿ ਜਿੱਦਾਂ ਆਪਾਂ ਇਹ ਗੱਲ ਕਰਦੇ ਹਾਂ ਤਾਂ ਜਿਹੜੀ ਕਿਸੇ ਵੀ ਬੰਦੇ ਨੇ ਡਿਸਾਈਡ ਕਰਨਾ ਕਿ ਮੈਂ ਕਿਸ ਡਾਕਟਰ ਕੋਲ ਜਾਣਾ ਜਾਂ ਕਿਸ ਸੈਂਟਰ 'ਚ ਜਾਣਾ, ਤਾਂ ਉਹਦੇ ਲਈ ਕਿਹੜੀਆਂ ਐਸੀਆਂ ਚੀਜ਼ਾਂ ਤੁਸੀਂ ਦੱਸਣੀਆਂ ਚਾਹੋਗੇ ਕਿ ਵੀ ਆਹ ਚੀਜ਼ਾਂ ਜ਼ਰੂਰ ਦੇਖੀਆਂ ਜਾਣ ਕਿ ਜਿਹੜਾ ਸਰਜਨ ਹੈ ਉਹ ਕੌਣ ਆ ਜਾਂ ਜਿਹੜਾ ਸੈਂਟਰ ਹੈ ਮੈਂ ਕਿੱਥੇ ਜਾ ਰਿਹਾ, ਜਾਂ ਉਸ ਤੋਂ ਪਹਿਲਾਂ ਜੇ ਮੈਂ ਕੁਛ ਪ੍ਰੈਪਰੇਸ਼ਨ ਕਰਨੀ ਹੈ ਤਾਂ ਕੀ ਕਰੇ ਬੰਦਾ? ਓਕੇ, ਸੋ ਇਸ ਤਰ੍ਹਾਂ ਨਹੀਂ ਕਿ ਕੋਈ ਇੱਕ ਸੈਂਟਰ ਵਰਲਡ ਓਵਰ ਜਾਂ ਇੰਡੀਆ 'ਚ ਸਭ ਤੋਂ ਅੱਛਾ ਹੈ, ਬਾਕੀ ਨਹੀਂ। ਕਾਫੀ ਸਾਰੇ ਸੈਂਟਰਸ ਨੇ ਜਿਹੜੇ ਐਕਸਲੈਂਸ ਫॉर ਸਰਜਰੀਕਲ ਹੈ। ਮੈਂ ਤੁਹਾਨੂੰ ਬਰੋਡਲੀ ਦੱਸ ਸਕਦਾ ਕਿ ਸੈਂਟਰ ਦਾ ਜਿਹੜਾ ਸਰਜਨ ਜੋ ਆਪਰੇਟ ਕਰ ਰਿਹਾ ਹੈ ਉਹਦੀ ਟ੍ਰੇਨਿੰਗ ਇੰਨੀ ਅੱਛੀ ਹੋਣੀ ਚਾਹੀਦੀ ਹੈ ਕਿ ਇੱਕ ਲੈਵਲ ਤੱਕ ਕਿ ਉਹ ਵਾਕਈ ਸਰਜਰੀ ਨੂੰ ਸੇਫਲੀ ਕਰ ਸਕੇ, ਨੌਲੇਜ ਦੇ ਹਿਸਾਬ ਨਾਲ ਐਗਜ਼ੈਕਟ ਕੀ ਪ੍ਰੋਸੀਜਰ ਕਰਨਾ ਹੈ ਉਹ ਤੁਹਾਨੂੰ ਐਕਸਪਲੇਨ ਕਰ ਸਕੇ ਤਾਂ ਕਿ ਤੁਹਾਡੀ ਬੈਸਟ ਚਾਂਸ ਹੋਵੇ। ਅਸੀਂ ਚਾਹੁੰਦੇ ਹਾਂ ਕਿ ਇੱਕੋ ਵਾਰੀ ਸਰਜਰੀ ਹੋਵੇ, ਲਾਈਫ ਬਿਲਕੁਲ ਠੀਕ ਰਹੇ, ਸਿਰਫ ਮੋਟਾਪਾ ਹੀ ਨਾ ਘਟੇ, ਉਹਦੇ ਨਾਲ ਜੋ ਐਸੋਸੀਏਟਡ ਪ੍ਰੋਬਲਮਸ ਹੈ ਉਹ ਸਾਰੀਆਂ ਠੀਕ ਹੋਣ।
ਔਰ weight ਜਿਹੜਾ ਉਹ ਜ਼ਰੂਰਤ ਤੋਂ ਜ਼ਿਆਦਾ ਨਾ ਘਟੇ, ਜਿੰਨਾ ਸਾਨੂੰ ਚਾਹੀਦਾ ਉੱਥੇ ਆਵੇ, ਉਸ ਤੋਂ ਜ਼ਿਆਦਾ ਨਾ ਘਟੇ। ਇਹ ਵੈਸੇ ਡਾਕਟਰ ਸਾਹਿਬ ਮੈਂ ਇੱਥੇ ਪੁੱਛਣਾ ਚਾਹੂੰਗਾ, ਇਹ ਕਿਵੇਂ ਡਿਸਾਈਡ ਕੀਤਾ ਜਾਂਦਾ ਕਿ ਅਸੀਂ ਕਿੰਨਾ ਕੁ ਪੋਰਸ਼ਨ ਬਾਈਪਾਸ ਕਰਾਂਗੇ ਜਾਂ ਕਿੰਨਾ ਕੁ ਜਿਹੜਾ ਸਟਮਕ ਦਾ ਪੋਰਸ਼ਨ ਜਿਹੜਾ ਉਹ ਕੱਟਾਂਗੇ ਤਾਂ ਫਿਰ ਇੰਨਾ ਕੁ weight ਜਿਹੜਾ ਉਹ ਮੇਨਟੇਨ ਹੋਊਗਾ? ਇਹਦੀ ਕੋਈ ਪਾਰਟਿਕੂਲਰ ਟੈਕਨੀਕ ਹੈ ਜਾਂ ਕਿਵੇਂ ਡਿਸਾਈਡ ਕੀਤਾ ਜਾਂਦਾ? ਇਹ ਬਿਫੋਰ ਸਰਜਰੀ ਅਸੀਂ ਪੇਸ਼ੈਂਟ ਦਾ BMI ਕਿੰਨਾ ਹੈ, ਉਹਦੀ ਬੋਡੀ 'ਚ ਪ੍ਰੋਟੀਨ ਕਿੰਨੀ ਹੈ ਔਰ ਫੈਟ ਕਿੰਨਾ, ਉਹਦਾ ਐਨਾਲਿਸਿਸ, ਪਲੱਸ ਉਹਨੂੰ ਡਾਇਬਟੀਜ਼ ਕਿਸ ਤਰ੍ਹਾਂ ਦੀ, ਕਿੰਨੇ ਸਾਲ ਤੋਂ ਹੈ, ਉਹ ਇਨਸੂਲਿਨ ਲੈ ਰਿਹਾ ਕਿ ਨਹੀਂ ਲੈ ਰਿਹਾ, ਫਿਰ ਉਹਦਾ ਪੈਂਕਰੀਆਸ ਦਾ ਕਿੰਨਾ ਫੰਕਸ਼ਨ ਹੈ, ਇਹ ਸਾਰਾ ਦੇਖ ਕੇ ਇੱਕ ਲੈਵਲ ਬਿਫੋਰ ਸਰਜਰੀ ਡਿਸਾਈਡ ਹੁੰਦਾ ਕਿ ਅਸੀਂ ਇੰਨਾ ਕੁ ਬਾਈਪਾਸ ਕਰਨਾ। ਡਿਊਰਿੰਗ ਸਰਜਰੀ ਵੀ ਅਸੀਂ ਇੰਟੈਸਟਾਈਨ ਦੀ ਲੈਂਥ ਦੇਖਦੇ ਹਾਂ ਕਿ ਟੋਟਲ ਇੰਟੈਸਟਾਈਨ ਦੀ ਲੈਂਥ ਕਿੰਨੀ ਹੈ, ਤਾਂ ਕਿ ਉਹਦੇ ਹਿਸਾਬ ਨਾਲ ਬਾਈਪਾਸ ਕਰੀਏ। ਇਹ ਨਾ ਹੋਏ ਕਿ ਲੈਂਥ ਛੋਟੀ ਸੀ ਅਸੀਂ ਜ਼ਿਆਦਾ ਬਾਈਪਾਸ ਕਰਤਾ, ਜਾਂ ਲੈਂਥ ਬਹੁਤ ਜ਼ਿਆਦਾ ਸੀਗੀ ਉਹਦੇ ਹਿਸਾਬ ਨਾਲ ਜਿੰਨਾ ਅਸੀਂ ਕੀਤਾ ਉਹ ਘੱਟ ਰਹਿ ਗਿਆ। ਸੋ ਸਾਰੀਆਂ ਕੈਲਕੂਲੇਸ਼ਨਸ ਕਰਕੇ ਡਿਊਰਿੰਗ ਸਰਜਰੀ ਅਸੀਂ ਛੋਟੀ ਆਂਤ ਨਾਪਦੇ ਹਾਂ ਤੇ ਉਹਨਾਂ ਬਾਈਪਾਸ ਕਰਦੇ ਹਾਂ ਜਿੰਨਾ ਪੇਸ਼ੈਂਟ ਨੂੰ ਚਾਹੀਦਾ। ਤੇ ਇਹਦੇ ਲਈ ਜੇ ਮੰਨ ਲਓ ਅੱਜ ਦੀ ਡੇਟ 'ਚ ਆਪਣੇ ਦਰਸ਼ਕ, ਕਿਉਂਕਿ ਪੂਰੀ ਦੁਨੀਆ 'ਚ ਬੈਠੇ ਦੇਖ ਰਹੇ ਆਪਾਂ ਨੂੰ, ਤੇ ਕਿਸੇ ਨੇ ਬਾਹਰੋਂ ਹੁਣ ਆਉਣਾ, ਬਾਹਰ ਵਾਲਿਆਂ ਕੋਲੇ ਤਾਂ ਅੱਗੇ ਗਿਣਤੀ ਮਿਣਤੀ ਦੇ ਦਿਨ ਹੁੰਦੇ ਆ ਤੇ ਪਤਾ ਲੱਗਿਆ ਆਪਾਂ ਗਿਣਤੀਆਂ ਮਿਣਤੀਆਂ 'ਚ ਲੰਘਾ ਲਈਏ ਉਹ ਜਿਹੜੀਆਂ ਛੁੱਟੀਆਂ ਨੇ, ਤਾਂ ਇਹਦਾ ਕੋਈ ਪਹਿਲਾਂ ਵੀ ਸੁਜੈਸ਼ਨ ਤੁਸੀਂ ਦੇ ਸਕਦੇ ਹੋ ਕਿ ਕਿਵੇਂ ਸੰਪਰਕ ਕਰਨ ਜਾਂ ਕੀ ਤਰੀਕਾ ਹੈ, ਕ੍ਰਾਈਟੇਰੀਆ ਕੀ ਹੈ ਕਿ ਮੈਂ ਕਿੰਨੇ ਕੁ ਦਿਨਾਂ ਲਈ ਛੁੱਟੀ ਲੈਣੀ ਪਏਗੀ ਜਾਂ ਕਿੰਨੇ ਕੁ ਦਿਨਾਂ ਲਈ ਮੈਂ ਜਾ ਕੇ ਸਾਰਾ ਪ੍ਰੋਸੀਜਰ ਕਰਾ ਸਕਦਾ? ਇਹ ਜਿਸ ਤਰ੍ਹਾਂ ਸਾਡੇ ਕੋਲ NRI ਪੇਸ਼ੈਂਟਸ ਆਉਂਦੇ, ਉਹ ਆਪਣਾ ਡੇਟਾ ਸਾਨੂੰ ਯੂਜੂਅਲੀ ਪਹਿਲਾਂ ਹੀ WhatsApp 'ਤੇ ਭੇਜ ਦਿੰਦੇ ਕਿ ਸਾਡਾ ਇੰਨਾ weight, ਇੰਨੀ ਹਾਈਟ, ਇਹ ਪ੍ਰੋਬਲਮ, ਸਾਰਾ ਡਿਟੇਲ। ਫਿਰ ਉਹ ਟੈਸਟ ਦੀ ਲਿਸਟ ਲੈ ਲੈਂਦੇ ਕਿ ਅਸੀਂ ਇਹ ਟੈਸਟ ਅਗਰ ਇੱਥੋਂ ਕਰਵਾ ਲਈਏ, ਆਈ ਥਿੰਕ ਉਹਨਾਂ ਨੂੰ ਡਿਸਕਾਊਂਟਡ ਜਾਂ ਫ੍ਰੀ ਰੇਟ 'ਤੇ ਉੱਥੋਂ ਹੋ ਜਾਂਦੇ। ਜਿੰਨੇ ਟੈਸਟ ਉੱਥੋਂ ਕਰਵਾ ਲੈਂਦੇ ਆ ਉਹ ਵਾਪਸ ਆ ਕੇ ਰਿਪੀਟ ਨਹੀਂ ਕਰਨੇ ਪੈਂਦੇ, ਜੋ ਅਗਰ ਕੁਛ ਰਹਿ ਗਿਆ ਉਹ ਅਸੀਂ ਇੱਥੇ ਕਰਦੇ। ਯੂਜੂਅਲੀ ਉਹ ਏਅਰਪੋਰਟ ਤੋਂ ਡਾਇਰੈਕਟਲੀ ਸਾਡੇ ਕੋਲ ਆਉਂਦੇ, ਨੈਕਸਟ ਡੇ ਸਾਰੇ ਟੈਸਟ ਕਰਕੇ ਆਪਰੇਸ਼ਨ ਹੋ ਜਾਂਦਾ, 2 ਦਿਨ ਬਾਅਦ ਡਿਸਚਾਰਜ ਹੋ ਜਾਂਦਾ। ਫਿਰ ਹਫਤੇ ਬਾਅਦ ਉਹ ਇੱਕ ਵਾਰੀ ਸਾਨੂੰ ਮਿਲਣ ਆਉਂਦੇ ਆ ਤੇ ਇੱਕ ਵਾਰੀ ਚੈੱਕਅਪ ਕਰਕੇ ਦੇ ਕੈਨ ਗੋ ਬੈਕ ਮੇਬੀ ਅਰਾਊਂਡ 10 days ਫਰੋਮ ਸਰਜਰੀ, ਵਾਪਸ ਚਲੇ ਜਾਂਦੇ। ਅੱਛਾ ਜੀ। ਅਤੇ ਇਹਦੀਆਂ ਜੋ ਵੀ ਸਾਈਡ ਇਫੈਕਟ ਜਾਂ ਕੰਪਲੀਕੇਸ਼ਨਸ ਜਾਂ ਜੋ ਵੀ ਆਪਾਂ ਟੈਸਟ ਚੈੱਕਅਪਸ ਕਰਨੇ ਹੁੰਦੇ ਆ, ਉਹ ਉਹਦੇ ਲਈ ਕਿੰਨੇ ਦਿਨ ਆਪਾਂ ਨੂੰ ਉਹਨਾਂ ਨੂੰ ਅੰਡਰ ਆਬਜ਼ਰਵੇਸ਼ਨ ਰੱਖਣਾ ਪੈਂਦਾ? ਉਹੀ ਮੈਂ ਦੱਸ ਰਿਹਾ ਕਿ ਜਦੋਂ ਸਾਡੇ ਕੋਲ ਆਏ ਸਵੇਰੇ ਖਾਲੀ ਪੇਟ ਸਾਡੇ ਹਸਪੀਟਲ ਆਉਂਦੇ, ਸੇਮ ਡੇ ਸਾਰੇ ਟੈਸਟ ਹੋ ਜਾਂਦੇ। ਜੀ। ਨਹੀਂ, ਆਪਰੇਸ਼ਨ ਤੋਂ ਬਾਅਦ ਦੀ ਗੱਲ ਕਰਦਾ। ਆਪਰੇਸ਼ਨ ਤੋਂ ਬਾਅਦ ਸਾਡੇ ਕੋਲ ਅੱਜ ਆਪਰੇਸ਼ਨ ਹੋਇਆ, ਪਰਸੋਂ ਡਿਸਚਾਰਜ ਹੋ ਗਿਆ, ਉਸ ਤੋਂ ਇੱਕ ਹਫ਼ਤੇ ਬਾਅਦ ਇੱਕ ਵਾਰੀ ਦੁਬਾਰਾ ਆਉਂਦੇ ਦਿਖਾਉਣ ਲਈ ਕਿ ਸਾਰਾ ਜੋ ਵੀ ਸਕਿਨ ਦੇ ਉੱਤੇ ਅਗਰ ਕੋਈ ਸਟਿਚ ਹੈ ਜਾਂ ਸਕਿਨ ਦੇ ਅੰਦਰ ਸਟਿਚ ਹੈ ਉਹ ਪ੍ਰੋਪਰਲੀ ਹੀਲ ਹੋ ਗਿਆ ਕਿ ਨਹੀਂ, ਕਿਸ ਤਰ੍ਹਾਂ ਫੀਲ ਕਰ ਰਹੇ ਹੈ। ਹਫ਼ਤੇ ਬਾਅਦ ਉਹਨਾਂ ਨੂੰ ਆਪਣੇ ਆਪ ਇੰਡੀਪੈਂਡੈਂਟ ਹੋ ਗਏ ਜਾਂ ਨਹੀਂ। ਜੀ। ਉਸ ਤੋਂ 2 ਦਿਨ ਬਾਅਦ ਵਾਪਸ ਚਲੇ ਜਾਂਦੇ ਕੈਨੇਡਾ। ਫਿਰ ਉਹ ਸਾਡੇ ਨਾਲ WhatsApp 'ਤੇ ਫੀਡਬੈਕ ਦਿੰਦੇ ਰਹਿੰਦੇ, ਹਫ਼ਤੇ ਬਾਅਦ, 15 ਦਿਨ ਬਾਅਦ, ਉਸ ਤੋਂ ਬਾਅਦ ਮਹੀਨੇ ਬਾਅਦ, 3 ਮਹੀਨੇ ਬਾਅਦ, ਇਵੈਂਚੁਅਲੀ 1 ਸਾਲ ਦੇ ਬਾਅਦ, 6 ਮਹੀਨੇ ਬਾਅਦ ਇੱਕ ਵਾਰੀ, ਉਸ ਤੋਂ ਬਾਅਦ ਸਾਲ 'ਚ ਇੱਕ ਵਾਰੀ ਸਾਨੂੰ ਅਪਡੇਟ ਕਰਦੇ ਰਹਿਣ ਕਿ ਸਭ ਠੀਕ ਚੱਲ ਰਿਹਾ। ਕੁਛ ਟੈਸਟ ਹੈ ਜਿਹੜੇ ਅਸੀਂ ਰਿਕਮੈਂਡ ਕਰਦੇ ਹਾਂ ਕਿ ਈਅਰਲੀ ਕਰਵਾ ਕੇ ਸਾਨੂੰ ਰਿਪੋਰਟਸ ਭੇਜ ਦਿਓ, ਉਹਦੇ ਨਾਲ ਫੋਲੋਅਪ ਹੁੰਦਾ ਰਹਿੰਦਾ। ਅੱਛਾ, ਇੱਕ ਹਰਪ੍ਰੀਤ ਜੀ ਵੈਨਕੂਵਰ ਤੋਂ ਪੁੱਛ ਰਹੇ ਨੇ, ਉਹ ਕਹਿੰਦੇ ਕਿ ਉਹਨਾਂ ਦੀ ਕਹਿ ਲਓ ਕਿ ਵੀ ਪ੍ਰੋਬਲਮ ਹੈ ਕਿ ਵੀ ਇਹ ਦੱਸਿਆ ਜਾਵੇ, ਹਾਂ, ਕਿ ਵੀ ਓਬੀਸ ਤੇ ਉਹ ਜਿਹੜੀ ਤੁਸੀਂ BMI ਵਾਲੀ ਗੱਲ ਦੱਸ ਰਹੇ ਸੀ, ਮੇਰਾ ਖਿਆਲ ਇੱਕ ਵਾਰ ਫਿਰ ਦੱਸ ਦਿਓ, ਸ਼ਾਇਦ ਆਪਣੇ ਨਾਲ ਬਾਅਦ 'ਚ ਜੁੜੇ ਨੇ, ਇੱਕ ਵਾਰ ਉਹ ਤਰੀਕਾ ਫਿਰ ਦੱਸ ਦਿਓ ਕਿ BMI ਕੈਲਕੂਲੇਸ਼ਨ। ਹਾਂਜੀ। ਕੈਲਕੂਲੇਸ਼ਨ ਲਈ ਬੜਾ ਸਿੰਪਲ ਹੈ, ਤੁਸੀਂ ਆਪਣੇ ਮੋਬਾਈਲ 'ਤੇ ਐਪ ਡਾਊਨਲੋਡ ਕਰ ਲਓ BMI ਕੈਲਕੂਲੇਟਰ, ਉਹਦੇ 'ਚ ਆਪਣੀ ਹਾਈਟ ਔਰ weight ਐਂਟਰ ਕਰਨੀ ਹੈ ਤੇ ਤੁਹਾਨੂੰ BMI ਦੱਸ ਦੇਗਾ। ਏਸ਼ੀਅਨਸ ਲਈ, ਜਿਨ੍ਹਾਂ 'ਚ ਇੰਡੀਅਨ ਵੀ ਏਸ਼ੀਅਨਸ ਹੈ, ਉਹਨਾਂ ਲਈ ਨਾਰਮਲ ਅਪਰ ਲਿਮਿਟ BMI ਦੀ 22.5 ਹੈ। 22.5 ਤੋਂ 27.5 ਤੱਕ ਅਸੀਂ ਓਵਰਵੇਟ ਮੰਨਦੇ ਕਿ weight ਜ਼ਿਆਦਾ ਹੈ, ਲੇਕਿਨ ਇਹਨੂੰ ਅਸੀਂ ਸਿੰਪਲ ਮੈਥਡ ਨਾਲ ਘਟਾ ਸਕਦੇ ਹਾਂ। 27.5 ਤੋਂ 32.5 ਤੱਕ ਓਬੇਸਿਟੀ ਗ੍ਰੇਡ 1, ਜਿਹੜਾ ਹੁਣ weight ਕਾਫੀ ਜ਼ਿਆਦਾ ਹੈ, ਬਿਮਾਰੀ ਬਣ ਗਈ ਓਬੇਸਿਟੀ, ਇਹਨੂੰ ਅਗਰੈਸਿਵਲੀ ਘਟਾਓ। ਔਰ ਅਗਰ 32.5 ਤੋਂ ਜ਼ਿਆਦਾ ਹੋ ਗਿਆ ਫਿਰ ਤੁਹਾਨੂੰ ਸਾਡੇ ਵਰਗੇ ਕਿਸੇ ਸੈਂਟਰ 'ਚ ਜਾਣਾ ਚਾਹੀਦਾ, ਇਵੈਲੂਏਸ਼ਨ ਕਰਾਓ, ਦੇਖੋ ਕਿ ਹੋਰ ਕੋਈ ਪ੍ਰੋਬਲਮ ਤਾਂ ਨਹੀਂ ਹੋਗੀ ਨਾਲ। ਔਰ ਅਗਰ ਉਹ ਬੈਰੀਏਟ੍ਰਿਕ ਸਰਜਰੀ ਦੀ ਇੰਡੀਕੇਸ਼ਨ ਬਣਦੀ ਹੈ ਔਰ ਅਗਰ ਤੁਸੀਂ ਦੂਸਰੇ ਮੈਥਡਸ ਨਾਲ weight ਨਹੀਂ ਘਟਾ ਪਾ ਰਹੇ, ਫਿਰ ਸਰਜਰੀ ਕਰਾ ਲੈਣੀ ਚਾਹੀਦੀ ਹੈ। ਬਿਲਕੁਲ ਸਹੀ ਗੱਲ। ਅੱਛਾ ਡਾਕਟਰ ਸਾਹਿਬ, ਇੱਕ ਗੁਰਵਿੰਦਰ ਸਿੰਘ ਜੀ ਪੁੱਛਣਾ ਚਾਹੁੰਦੇ, ਉਹ ਕਹਿੰਦੇ ਕਿ ਉਹਨਾਂ ਦੀ ਸਿਸਟਰ ਹੈ, ਉਹਦਾ 80 ਕਿਲੋ ਭਾਰ ਹੈ ਅਤੇ 5 ਫੁੱਟ 1 ਇੰਚ ਉਹਨਾਂ ਦੀ ਹਾਈਟ ਹੈ, ਅਤੇ ਕੀ ਉਹ ਮੋਟਾਪੇ ਦਾ ਸ਼ਿਕਾਰ ਨੇ? BMI ਕੈਲਕੂਲੇਟ ਕਰਨਾ ਪਏਗਾ। ਅੱਛਾ ਜੀ। ਅੰਦਾਜ਼ਾ ਵੈਸੇ ਨਹੀਂ ਪਤਾ ਲੱਗ ਸਕਦਾ ਜੀ ਵੀ, ਕਿਉਂਕਿ 5 ਫੁੱਟ 1 ਇੰਚ ਹਾਈਟ ਤੇ ਜੇ ਉਹਨਾਂ ਦਾ 80 ਕਿਲੋ ਭਾਰ ਆ ਤਾਂ ਮੇਰਾ ਖਿਆਲ ਇੱਕ ਲੇਡੀ weight ਜ਼ਿਆਦਾ ਹੀ ਹੈ। ਹਾਂਜੀ। ਕਿੰਨੀ ਏਜ ਦੱਸੀ ਇਹਨਾਂ ਨੇ? ਏਜ ਨਹੀਂ ਲਿਖੀ ਜੀ। ਕੋਈ ਹੋਰ ਪ੍ਰੋਬਲਮ ਵੀ ਨਹੀਂ ਲਿਖੀ। ਜੇ ਕੋਈ ਹੋਰ ਪ੍ਰੋਬਲਮ ਹੈ ਤਾਂ ਤੁਹਾਨੂੰ ਤੁਸੀਂ ਥੋੜ੍ਹਾ ਜਿਹਾ ਚੀਜ਼ਾਂ ਡਿਟੇਲ 'ਚ ਦੱਸ ਦਿਓ। ਇਹਨਾਂ ਨੂੰ ਮੈਂ ਇਹ ਕਹਾਂਗਾ ਕਿ BMI ਕੈਲਕੂਲੇਟ ਕਰ ਲਓ, ਆਈ ਥਿੰਕ ਅਰਾਊਂਡ 32 ਦੇ ਅਰਾਊਂਡ ਤਾਂ ਬਣੇਗਾ ਹੀ। ਅਗਰ ਨਾਲ ਕੋਈ ਮੋਟਾਪੇ ਨਾਲ ਐਸੋਸੀਏਟਡ ਪ੍ਰੋਬਲਮ ਹੈ, ਜਿਸ ਤਰ੍ਹਾਂ ਸ਼ੂਗਰ, BP, ਕੋਲੈਸਟਰੋਲ, ਜੁਆਇੰਟ ਪੇਨਸ ਜਾਂ ਕੋਈ ਹੋਰ, ਔਰ weight ਨਹੀਂ ਘਟਾ ਪਾ ਰਹੇ, ਫਿਰ ਇਹ ਸਰਜਰੀ ਬਾਰੇ ਸੋਚ ਸਕਦੇ। ਇਸ ਤੋਂ ਜ਼ਿਆਦਾ BMI ਬਣਦਾ ਵੀ ਨਹੀਂ।
ਅੱਛਾ, ਇੱਕ ਲੋਮਨਾ ਕੈਨੇਡਾ ਤੋਂ ਸਵਾਲ ਹੈ ਜੀ ਹਰਜੀਤ ਜੀ ਦਾ। ਉਹ ਪੁੱਛਣਾ ਚਾਹੁੰਦੇ ਆ ਕਿ ਪ੍ਰੈਗਨੈਂਸੀ ਤੋਂ ਬਾਅਦ ਕਹਿੰਦੇ ਕਿ weight loss ਨਹੀਂ ਹੋ ਰਿਹਾ, ਮੋਟਾਪਾ ਹੈ, 5 ਫੁੱਟ 3 ਇੰਚ ਉਹਨਾਂ ਦੀ ਹਾਈਟ ਹੈ, 35 ਸਾਲ ਉਹਨਾਂ ਦੀ ਉਮਰ ਹੈ ਤੇ ਨੀਅਰ ਅਬਾਊਟ 90 ਕਿਲੋ ਭਾਰ, 89 kgs ਉਹਨਾਂ ਨੇ ਲਿਖਿਆ। ਇਹ ਫੀਮੇਲਸ 'ਚ ਪ੍ਰੋਬੇਬਲੀ ਮੋਸਟ ਕਾਮਨ ਕਾਜ਼ ਜੋ ਸਾਡੀ ਪ੍ਰੈਕਟਿਸ ਦੇਖਣ ਨੂੰ ਮਿਲਦਾ ਇਹੀ ਹੈ ਕਿ ਪ੍ਰੈਗਨੈਂਸੀ ਤੋਂ ਬਾਅਦ weight ਵਧਿਆ ਔਰ ਉਹ ਕਦੀ ਘਟਿਆ ਨਹੀਂ। ਮੈਂ ਪਹਿਲਾਂ ਵੀ ਦੱਸਿਆ। ਸੋ ਅਗਰ ਉਹਨਾਂ ਦਾ ਬੇਰੀਐਟ੍ਰਿਕ ਸਰਜਰੀ 'ਚ ਰੇਂਜ 'ਚ ਫਾਲ ਕਰਦਾ, BMI 32.5 ਤੋਂ ਜ਼ਿਆਦਾ ਹੈ ਪਲੱਸ ਐਸੋਸੀਏਟਡ ਕੋਮੋਰਬਿਡਿਟੀ ਜਾਂ 37.5 ਤੋਂ ਜ਼ਿਆਦਾ ਹੈ, ਤਾਂ ਫਿਰ weight ਨਹੀਂ ਘਟ ਰਿਹਾ ਤਾਂ ਸਰਜਰੀ ਨਾਲ ਡੈਫੀਨੇਟਲੀ ਘਟੇਗਾ। ਔਰ ਯੰਗ ਏਜ ਇਹਨਾਂ ਦੇ ਰਿਜ਼ਲਟ ਹੋਰ ਵੀ ਅੱਛੇ, ਕਿਉਂਕਿ ਪੇਸ਼ੈਂਟ ਐਕਟਿਵ ਹੁੰਦੇ ਆ, ਉਹ ਦੇ ਕੈਨ ਮੂਵ ਅਰਾਊਂਡ, ਆਪਣੀ ਵਾਕ ਵਗੈਰਾ ਅੱਛੀ ਕਰ ਲੈਂਦੇ, ਉਹਨਾਂ ਨੂੰ ਡਾਈਟ ਲੈਣ 'ਚ ਕੋਈ ਦਿੱਕਤ ਨਹੀਂ ਆਉਂਦੀ। ਸੋ ਅਗਰ ਇਹਨਾਂ ਦੀ ਸਾਡੀ ਕੈਟੇਗਰੀ ਦੇ ਹਿਸਾਬ ਨਾਲ ਫਾਲ ਕਰਦਾ ਤਾਂ ਕਰਾ ਲੈਣਾ ਚਾਹੀਦਾ। ਈਵਨ ਇਹ ਇੱਕ ਬੜਾ ਕਾਮਨ ਕੁਐਸਚਨ ਹੈ ਕਿ ਹਾਲੇ ਅਗਰ ਪ੍ਰੈਗਨੈਂਸੀ ਹੋਣੀ ਹੈ, ਕੋਈ ਅਨਮੈਰਿਡ ਹੈ ਜਾਂ ਹਾਲੇ ਨਿਊਲੀ ਮੈਰਿਡ ਹੈ, ਪ੍ਰੈਗਨੈਂਸੀ ਹੋਣੀ ਹੈ, ਫਿਰ ਕਰਾਉਣਾ ਚਾਹੀਦਾ ਕਿ ਨਹੀਂ ਕਰਾਉਣਾ ਚਾਹੀਦਾ। ਇਹ ਵੀ ਰਿਸਰਚ ਵੈਲ ਪ੍ਰੂਵਨ ਹੈ ਕਿ ਮੋਟਾਪੇ ਨਾਲ ਇਨਫਰਟੀਲਿਟੀ ਹੋ ਜਾਂਦੀ ਕੁਝ ਪੇਸ਼ੈਂਟਸ ਨੂੰ, ਕਿ ਬੱਚਾ ਨਹੀਂ ਹੋ ਰਿਹਾ। ਫੀਮੇਲਸ 'ਚ PCOS ਇੱਕ ਡਿਜ਼ੀਜ਼ ਹੈ, PCOS ਵੀ ਕਹਿੰਦੇ, PCOD ਵੀ ਕਹਿੰਦੇ, ਪੋਲੀਸਿਸਟਿਕ ਓਵੇਰੀਅਨ ਸਿੰਡਰੋਮ ਜਾਂ ਪੋਲੀਸਿਸਟਿਕ ਓਵੇਰੀਅਨ ਡਿਜ਼ੀਜ਼, ਉਹ ਮੋਟਾਪੇ ਨਾਲ ਐਸੋਸੀਏਟਡ ਹੈ। ਔਰ ਉਹ ਲੋਕ ਅਗਰ ਸਰਜਰੀ ਕਰਾਉਂਦੇ ਆ ਤਾਂ 100% PCOS ਠੀਕ ਹੋ ਜਾਂਦੇ। ਕੋਈ ਐਸੀ ਬਿਮਾਰੀ ਜਿਸ 'ਚ 100% ਰਿਜ਼ਲਟ ਹੈ ਇਹਦਾ ਕਿ ਠੀਕ ਹੋ ਜਾਂਦੀ, ਐਂਡ ਦੈਨ ਯੂਜੂਅਲੀ ਅਗਰ ਇਹੀ ਕਾਰਨ ਹੈ ਤਾਂ ਉਸ ਤੋਂ ਬਾਅਦ ਪ੍ਰੈਗਨੈਂਟ ਵੀ ਹੋ ਜਾਂਦਾ। ਔਰ ਸਲੀਵ ਨਾਲ ਯੂਜੂਅਲੀ ਉਹਨਾਂ ਨੂੰ ਕੋਈ ਡੈਫੀਸ਼ੀਐਂਸੀ ਨਹੀਂ ਹੁੰਦੀ, ਪ੍ਰੈਗਨੈਂਸੀ ਅੱਛੀ ਚੱਲਦੀ ਹੈ। ਰਾਦਰ ਜਿਨ੍ਹਾਂ ਦਾ weight ਜ਼ਿਆਦਾ ਹੈ ਉਹ ਅਗਰ ਫੀਮੇਲਸ ਪ੍ਰੈਗਨੈਂਟ ਹੁੰਦੀਆਂ ਤਾਂ ਪ੍ਰੈਗਨੈਂਸੀ 'ਚ ਕੰਪਲੀਕੇਸ਼ਨ ਹੋਣ ਦੇ ਚਾਂਸਸ ਜ਼ਿਆਦਾ ਹੈ, ਬਿਕੋਜ਼ ਓਬੇਸਿਟੀ 'ਚ ਬੱਚੇ ਨੂੰ ਕਾਫੀ ਸਾਰੀਆਂ ਪ੍ਰੋਬਲਮਸ ਆ ਸਕਦੀਆਂ। ਸੋ ਅਗਰ ਪਹਿਲਾਂ ਵੀ ਉਹ ਕਰਵਾ ਲੈਂਦੇ ਆ ਤਾਂ ਵੀ ਇਹ 'ਚ ਕੋਈ ਮਾੜੀ ਗੱਲ ਨਹੀਂ। ਅੱਛਾ, ਇੱਕ ਗੱਲ, ਜਦੋਂ ਤੁਸੀਂ ਪ੍ਰੈਗਨੈਂਸੀ ਦੀ ਗੱਲ ਕਰ ਰਹੇ ਹੋ ਤਾਂ ਮੇਰਾ ਖਿਆਲ ਪ੍ਰੈਗਨੈਂਸੀ ਦੇ ਦੌਰਾਨ ਤਾਂ ਡਾਕਟਰਸ ਬਹੁਤ ਸਾਰੀਆਂ ਜਿਹੜੀਆਂ ਕਹਿ ਲਓ ਕਿ ਡਾਈਟਸ ਦੱਸਦੇ ਨੇ ਕਿ ਤੁਸੀਂ ਆਹ ਖਾਣਾ, ਆਹ ਖਾਣਾ, ਆਹ ਖਾਣਾ, ਪਰ ਜਿੱਦਾਂ ਤੁਸੀਂ ਆਪਣੇ ਆਪਰੇਸ਼ਨ ਦੀ ਗੱਲ ਕਰ ਰਹੇ ਹੋ ਤਾਂ ਇਹਦੇ ਵਿੱਚ ਕੁਝ ਇੱਕ ਕਹਿ ਲਓ ਕਿ ਸਪਲੀਮੈਂਟਸ ਨਾਲ ਲੈਣੇ ਪੈ ਜਾਂਦੇ ਆ, ਤਾਂ ਉਹ ਕਿਤੇ ਦੋਵੇਂ ਖੁਰਾਕਾਂ ਜਾਂ ਕਹਿ ਲਓ ਕਿ ਉਹ ਬਾਡੀ ਉਹਦੇ ਲਈ ਠੀਕ ਹੁੰਦੀ ਹੈ, ਮਤਲਬ ਉਹ ਸਹੀ ਯੂਜੂਅਲੀ ਕੀ ਹੈ, ਜਿਸ ਤਰ੍ਹਾਂ ਤੁਸੀਂ ਇਹ ਵੀ ਦੱਸ ਰਹੇ ਕਿ ਪ੍ਰੈਗਨੈਂਸੀ 'ਚ ਜਿੰਨਾ ਖਾਣਾ ਰਿਕਮੈਂਡਡ ਹੈ ਪੇਸ਼ੈਂਟ ਉਸ ਤੋਂ ਕਈ ਗੁਣਾ ਜ਼ਿਆਦਾ ਖਾਂਦੇ ਜੀ, ਤਾਂ ਹੀ ਕਰਕੇ ਉਹਨਾਂ ਨੂੰ ਓਬੇਸਿਟੀ ਹੋ ਜਾਂਦੀ। ਪ੍ਰੈਗਨੈਂਸੀ ਦੇ ਖਾਣੇ ਦਾ ਮਤਲਬ ਇਹ ਨਹੀਂ ਕਿ ਤੁਸੀਂ ਆਪਣੇ ਆਪ ਨੂੰ ਓਬੀਜ਼ ਬਣਾ ਲਓ, ਅਸੀਂ ਉਨਾ ਹੀ ਜ਼ਿਆਦਾ ਖਾਣਾ ਹੈ ਜਿੰਨਾ ਅੰਦਰ ਬੱਚੇ ਨੂੰ ਐਕਸਟਰਾ ਚਾਹੀਦਾ ਹੈ ਜੀ, ਪਰ ਅਸੀਂ ਉਸ ਤੋਂ ਕਈ ਟਾਈਮ ਜ਼ਿਆਦਾ ਖਾ ਕੇ ਉਹ ਸਾਰਾ ਫਿਰ ਜਿਹੜਾ ਐਕਸਟਰਾ ਕੈਲੋਰੀਜ਼ ਹੈ ਉਹ ਫੈਟ ਦੀ ਫਾਰਮ 'ਚ ਸਟੋਰ ਹੋ ਜਾਂਦੇ ਔਰ ਉਹ ਬਾਅਦ 'ਚੋਂ ਬਰਨ ਆਊਟ ਨਹੀਂ ਹੁੰਦੇ। ਸੋ ਆਫਟਰ ਸਰਜਰੀ ਉਹ ਜਿਹੜਾ weight loss ਹੈ ਉਨਾ ਜ਼ਿਆਦਾ ਨਹੀਂ ਹੋਏਗਾ ਐਕਸਪੋਨੈਂਸ਼ੀਅਲ, ਕਿਉਂਕਿ ਉਹ ਇੱਕ ਲਿਮਿਟ ਤੱਕ ਹੀ ਖਾਣ ਪਾਉਣਗੇ, ਉਸ ਤੋਂ ਜ਼ਿਆਦਾ ਖਾ ਨਹੀਂ ਪਾਉਣਗੇ, ਔਰ ਉਨਾ ਕੀ ਹੋਏਗਾ ਜਿੰਨਾ ਕੁ ਚਾਹੀਦਾ। ਅੱਛਾ, ਇੱਕ ਗੱਲ ਦੱਸਿਓ, ਇਹਦੇ ਵਿੱਚ ਏਜ ਲਿਮਿਟ ਦੇ ਬਹੁਤ ਸਾਰੇ ਸਵਾਲ ਆ ਰਹੇ ਕਿ ਏਜ ਦੀ ਲਿਮਿਟ ਕੀ ਹੈ ਇਸ ਸਰਜਰੀ ਦੀ? ਕੋਈ ਜਿਹੜੇ ਨਾਰਮਲ ਅਸੀਂ ਗੱਲ ਕਰੀਏ ਕਿ ਪੈਰਾਮੀਟਰਸ ਦੀ ਤਾਂ 18 ਸਾਲ ਤੋਂ ਲੈ ਕੇ 65 ਈਅਰਸ ਤੱਕ ਇਹਦੀ ਏਜ ਲਿਮਿਟ ਹੈ ਜੀ, ਜਿਹਦੇ 'ਚ ਸਾਨੂੰ ਕੋਈ ਜ਼ਿਆਦਾ ਸੋਚਣ ਦੀ ਲੋੜ ਨਹੀਂ ਕਿ ਇੰਨੀ ਕੁ ਏਜ ਹੈ ਤਾਂ ਬਾਕੀ ਸਾਰੇ ਚੀਜ਼ਾਂ ਦੇਖ ਕੇ ਅਸੀਂ ਸਰਜਰੀ ਕਰ ਸਕਦੇ ਹਾਂ। ਅੱਛਾ ਜੀ, ਕੁਝ ਕੇਸਿਸ 'ਚ ਇਸ ਤੋਂ ਜ਼ਿਆਦਾ ਵੀ ਕਰ ਸਕਦੇ, ਅਗਰ 70 ਈਅਰ ਤੱਕ ਪੇਸ਼ੈਂਟ ਬਿਲਕੁਲ ਫਿੱਟ ਹੈ, ਉਹਨੂੰ ਹੋਰ ਸਰਜਰੀ ਦਾ ਰਿਸਕ ਇੰਨਾ ਜ਼ਿਆਦਾ ਨਹੀਂ ਹੈ ਔਰ ਸਰਜਰੀ ਦਾ ਬੈਨੀਫਿਟ ਉਹਨੂੰ ਦਿਖ ਰਿਹਾ ਕਿ ਕਾਫੀ ਹੋਏਗਾ, ਉਹਨਾਂ 'ਚ ਵੀ ਕਰ ਸਕਦੇ ਹਾਂ ਜੀ। ਔਰ ਕੁਛ ਯੰਗਰ ਪੇਸ਼ੈਂਟਸ 18 ਤੋਂ ਘੱਟ ਦੇ ਵੀ ਕਾਫੀਆਂ ਦੀ ਸਰਜਰੀਜ਼ ਹੋਈਆਂ, ਪਰ ਉਹ ਉਹਨਾਂ 'ਚ ਜਿਹੜੇ ਐਕਸਟ੍ਰੀਮਲੀ ਓਬੀਜ਼ ਹੈ, ਬਹੁਤ ਜ਼ਿਆਦਾ ਬੱਚਿਆਂ ਦਾ weight ਹੈ, ਹੋਰ ਕੁਝ ਨਹੀਂ ਕੰਮ ਕਰ ਪਾ ਰਿਹਾ, ਤਾਂ ਉਹਨਾਂ 'ਚ ਅਸੀਂ ਸਰਜਰੀ ਕਰ ਸਕਦੇ। ਪਰ ਯੂਜੂਅਲੀ ਜਿਹੜਾ ਰੇਂਜ ਹੈਗੀ ਹੈ ਦੈਟ ਇਜ਼ ਬਿਟਵੀਨ 18 ਐਂਡ 65 ਈਅਰਸ। ਅੱਛਾ, ਇੰਦਰਜੀਤ ਸਿੰਘ ਜੀ ਨਿਊਜ਼ੀਲੈਂਡ ਤੋਂ ਪੁੱਛ ਰਹੇ ਹੋ, ਕਹਿੰਦੇ ਕਿ ਵੀ ਮੇਰੀ ਨਾ ਘੁਰਾੜਿਆਂ ਦੀ ਬੜੀ ਪ੍ਰੋਬਲਮ ਹੈ ਜੀ, ਹਾਂਜੀ, ਮੋਟਾਪਾ ਵੀ ਹੈਗਾ, ਇਹ ਠੀਕ ਹੋ ਸਕਦੀ ਇਹਦੇ ਨਾਲ? ਬਿਲਕੁਲ ਠੀਕ ਹੋ ਸਕਦੀ। ਘੁਰਾੜਿਆਂ ਦਾ ਲਿੰਕ ਹੀ ਮੋਟਾਪੇ ਨਾਲ, ਥੋੜ ਦੇ ਅੰਦਰ, ਗਲੇ ਦੇ ਅੰਦਰ ਫੈਟ ਜ਼ਿਆਦਾ ਹੋ ਜਾਂਦੀ ਹੈ, ਜਦੋਂ ਪੇਸ਼ੈਂਟ ਸੌਂਦਾ ਤਾਂ ਇਹ ਮਸਲਸ ਰਿਲੈਕਸ ਹੋ ਜਾਂਦੇ, ਟੰਗ ਜਿਹੜੀ ਹੈ ਉਹ ਥੋੜੀ ਪਿੱਛੇ ਨੂੰ ਫਾਲ ਕਰਦੀ, ਉਹਦੇ ਕਰਕੇ ਖਰਾਟੇ ਆਉਂਦੇ। ਇਹ ਖਰਾਟੇ ਕਾਫੀ ਖਤਰਨਾਕ ਵੀ ਹੋ ਸਕਦੇ। ਅੱਛਾ ਜੀ, ਜਦੋਂ ਅਸੀਂ ਸੌਂਦੇ ਹਾਂ ਤਾਂ ਜਿਹੜਾ ਸਾਡਾ ਏਅਰ ਅੰਦਰ ਜਾ ਰਹੀ ਹੈ ਉਹ ਘਟਣ ਕਰਕੇ ਆਕਸੀਜਨ ਦੇ ਲੈਵਲ ਘਟਦੇ ਜਾਂਦੇ, ਫਿਰ ਇੱਕ ਲੈਵਲ 'ਤੇ ਆ ਕੇ ਪੇਸ਼ੈਂਟ ਇੰਨਾ ਫੈਡਅਪ ਹੋ ਜਾਂਦਾ ਕਿ ਇੱਕਦਮ ਉੱਠਦਾ ਘਬਰਾ ਕੇ ਕਿ ਆਕਸੀਜਨ ਘਟ ਗਈ, ਸਡਨ ਨੂੰ ਜਾਗ ਆਉਂਦੀ। ਜ਼ਿਆਦਾਤਰ ਇੱਦਾਂ ਦੇ ਪੇਸ਼ੈਂਟ ਨੂੰ ਯਾਦ ਨਹੀਂ ਰਹਿੰਦਾ ਮਾਰਨਿੰਗ ਕਿ ਉੱਠੇ, ਔਰ ਇਹ ਕਈ ਵਾਰੀ ਰਿਪੀਟ ਹੁੰਦਾ, ਪੂਰੀ ਰਾਤ ਉਹ ਥੋੜ੍ਹੀ ਦੇਰ ਸੌਂਦੇ ਹੈ, ਫਿਰ ਇੱਕ ਵਾਰ ਹਲਕਾ ਜਿਹਾ ਉੱਠਦੇ, ਫਿਰ ਸੌ ਜਾਂਦੇ, ਔਰ ਇਹੀ ਫਿਰ ਬਾਡੀ ਨੂੰ ਅਸਰ ਕਰਦੀ, ਇਹਦੇ ਨਾਲ BP ਵੱਧਦਾ ਹੈ, ਹਾਰਟ ਦੀ ਪ੍ਰੋਬਲਮ ਆਉਂਦੀ ਹੈ। ਦਿਨ ਦੇ ਟਾਈਮ ਉਹਨਾਂ ਨੂੰ ਜ਼ਿਆਦਾ ਨੀਂਦ ਆਉਂਦੀ ਬਿਕੋਜ਼ ਰਾਤ ਨੂੰ ਨੀਂਦ ਨਹੀਂ ਪੂਰੀ ਹੋਈ, ਔਰ ਇਹ ਲਾਈਫ ਲਈ ਕਾਫੀ ਖਤਰਨਾਕ ਵੀ ਹੋ ਸਕਦਾ। ਬੈਰੀਐਟ੍ਰਿਕ ਇਜ਼ ਦੀ ਬੈਸਟ ਆਂਸਰ। ਅਗਰ weight ਜ਼ਿਆਦਾ ਹੈ ਤਾਂ ਇਹਦਾ ਰੈਜ਼ੋਲੂਸ਼ਨ ਆਲਮੋਸਟ 100% ਹੈ, ਆਲਮੋਸਟ ਸਾਰੇ ਪੇਸ਼ੈਂਟ ਠੀਕ ਹੋ ਜਾਂਦੇ। ਅੱਛਾ, ਇੱਕ ਬਲਦੀਪ ਸਿੰਘ ਜੀ ਦਾ ਸਵਾਲ ਹੈ, ਐਂਡ ਇਹ ਪਹਿਲਾਂ ਵੀ ਕਈ ਵਾਰ ਅਕਸਰ ਸਵਾਲ ਆਉਂਦਾ ਕਿ ਵੀ ਜਿਹੜਾ ਲਿਟਲ ਵਾਲਾ ਕੰਮ ਹੈ ਜੀ, ਉਹ ਫਿਰ ਤੁਸੀਂ ਬੰਦ ਕਰਾ ਦਿੰਦੇ ਹੋ ਸਰਜਰੀ ਤੋਂ ਬਾਅਦ?
ਨਹੀਂ, ਇਹ ਦੇਖੋ ਡਰਿੰਕ ਕਰਨਾ ਸਰਜਰੀ ਨੂੰ ਵਜ੍ਹਾ ਅਸੀਂ ਭੁੱਲ ਵੀ ਜਾਈਏ, ਅਦਰਵਾਈਜ਼ ਵੀ ਕੋਈ ਡਾਕਟਰ ਨੂੰ ਪੁੱਛੇ ਕਿ ਡਰਿੰਕ ਜਿਹੜੀ ਹੈਲਦੀ ਹੈ ਜਾਂ ਨਹੀਂ ਹੈ, ਸੋ ਇਹਦਾ ਕੋਈ ਬਹੁਤ ਜ਼ਿਆਦਾ ਅੱਛਾ ਇਫੈਕਟ ਤਾਂ ਨਹੀਂ ਹੈ, ਬਟ ਓਕੇਜਨਲੀ ਤੁਸੀਂ ਲੈ ਸਕਦੇ ਹੋ। ਓਕੇਜਨ ਸ਼ੁੱਡ ਨਾਟ ਬੀ ਵੈਰੀ ਫ੍ਰੀਕੁਐਂਟ ਕਿ ਥੋੜਾ ਔਨ ਐਂਡ ਆਫ। ਨਹੀਂ, ਓਕੇਜਨਲੀ ਪੰਜਾਬੀਆਂ ਦਾ ਓਕੇਜਨ ਤਾਂ ਇਦਾਂ ਹੁੰਦਾ ਨਾ, ਉਹ ਕਹਿੰਦਾ ਵੀ ਅੱਜ ਯਾਰ ਮੀਂਹ ਪੈਣਾ ਸੀ ਤੇ ਮੈਂ ਤਾਂ ਪੀ ਲਈ, ਤੇ ਕਹਿੰਦਾ ਅੱਜ ਕਿਉਂ ਪੀਤੀ, ਕਹਿੰਦਾ ਅੱਜ ਮੀਂਹ ਪਿਆ ਨਹੀਂ ਤਾਂ ਪੀ ਲਈ, ਹੈ ਨਾ। ਨਹੀਂ, ਫਿਰ ਉਹੀ ਮੈਂ ਦੱਸ ਰਿਹਾ ਕਿ ਓਕੇਜਨ ਸ਼ੁੱਡ ਨਾਟ ਬੀ ਐਵਰੀ ਡੇ, ਕਿ ਹਰ ਰੋਜ਼ ਨਹੀਂ, but ਜੋ ਮਤਲਬ ਹੈਲਦੀ ਲਾਈਫ ਸਟਾਈਲ ਹੈ ਜਿਹਦੇ 'ਚ ਇਹ ਨਹੀਂ ਕਿ ਅਲਕੋਹਲ ਨੂੰ ਅਸੀਂ 100% ਸਟਾਪ ਹੀ ਕਰਨਾ। ਸੇ ਵਨਸ ਇਨ ਅ ਵੀਕ ਔਰ ਵਨਸ ਇਨ 2 ਵੀਕਸ ਥੋੜ੍ਹਾ ਜਿਹਾ ਅਲਕੋਹਲ ਲੈਣਾ ਇਜ਼ ਐਕਸੈਪਟੇਬਲ ਵਿਦ ਇਨ ਲਿਮਿਟਸ, ਉਹ ਤੁਸੀਂ ਫੋਲੋ ਕਰਨਾ। ਅਗਰ ਤੁਸੀਂ ਉਹ ਸਭ ਕਰੋਗੇ ਜੋ ਬਿਫੋਰ ਸਰਜਰੀ ਕਰਦੇ ਰਹੇ ਐਜ਼ ਸੱਚ, ਜਿਹੜਾ ਮੋਟਾਪੇ ਦਾ ਕਾਰਨ ਸੀਗਾ, ਫਿਰ ਤਾਂ ਤੁਸੀਂ ਹਰ ਸਰਜਰੀ ਨੂੰ ਓਵਰਪਾਵਰ ਕਰ ਦਿਓਗੇ ਓਵਰ ਈਅਰਸ, ਕਿਉਂਕਿ ਲਾਈਫ ਬੜੀ ਲੰਬੀ ਹੁੰਦੀ। ਸਾਨੂੰ ਲੱਗਦਾ ਸੀ ਅੱਜ ਸਰਜਰੀ ਕਰਾ ਲਈ, ਸਾਲ 'ਚ ਅਸੀਂ ਵੇਟ ਘਟਾ ਲਿਆ, ਪਰ ਉਹਦੇ ਅੱਗੇ ਬਹੁਤ ਸਾਰੇ ਸਾਲ ਹੋਰ ਪਏ ਜੀ। ਸੋ ਇੱਕ ਲਾਈਫ ਸਟਾਈਲ ਚੇਂਜ ਕਰਨਾ ਵੀ ਇੱਕ ਬੜਾ ਇੰਪੋਰਟੈਂਟ ਫੈਕਟਰ ਹੈ। ਅਗਰ ਕੋਈ ਡਿਸੀਜਨ ਲੈ ਰਿਹਾ ਕਿ ਹਾਂ ਹੁਣ ਮੈਂ ਵਾਕਈ ਵੇਟ ਘਟਾਉਣਾ ਹੈ, ਦੈਟ ਮੀਨਸ ਕਿ ਉਹਦੇ 'ਚ ਇੰਨੀ ਸੈਂਸ ਹੈ ਕਿ ਹੁਣ ਮੇਰਾ ਵੇਟ ਜਾਂ ਮੇਰਾ ਲਾਈਫ ਸਟਾਈਲ ਇੰਨਾ ਅਨਹੈਲਦੀ ਹੋ ਗਿਆ ਕਿ ਮੈਨੂੰ ਸਰਜਰੀ ਕਰਾਉਣੀ ਪੈ ਰਹੀ। ਸੋ ਉਹਦੇ ਨਾਲ ਇਹ ਵੀ ਆਪਣੇ ਅੰਦਰ ਇਹ ਥਾਟ ਪ੍ਰੋਸੈਸ ਗਰੋ ਕਰੋ ਕਿ ਅਸੀਂ ਹੁਣ ਆਪਣੇ ਡਿਸਿਪਲਿਨ ਵੀ ਲਿਆਉਣਾ ਹੈ, ਡਾਈਟ ਹੈਲਦੀ ਲੈਣੀ ਹੈ, ਔਰ ਡਰਿੰਕਸ ਨੂੰ ਇਨ ਕੰਟਰੋਲੇਬਲ ਫੈਸ਼ਨ ਲੈਣਾ ਜੋ ਐਕਸੈਪਟਡ ਹੈਗਾ, ਰਾਦਰ ਦੈਨ ਕਿ ਆਊਟ ਆਫ ਐਕਸੈਪਟਡ ਕੁਆਂਟੀਟੀਜ਼। ਸੋ ਮੇਰਾ ਖਿਆਲ ਹੈ ਜੀ ਇਹ ਵੀ ਤੁਹਾਨੂੰ ਜਵਾਬ ਮਿਲ ਗਿਆ ਹੋਣਾ ਇਸ ਗੱਲ ਦਾ, ਵੀ ਡਾਕਟਰ ਸਾਹਿਬ ਇਹ ਨਹੀਂ ਕਹਿੰਦੇ ਵੀ ਤੁਸੀਂ ਨਾ ਪੀਓ ਜੀ ਸਦਕੇ, ਪਰ ਉਹ ਕਹਿੰਦੇ ਵੀ ਉਹ ਤਾਂ ਵੈਸੇ ਹੀ ਮਾੜੀ ਚੀਜ਼ ਹੈ ਤੇ ਆਪਾਂ ਉਹਨੂੰ ਕੱਲ੍ਹ ਹੀ ਐਕਸੈਸ ਦੇ ਵਿੱਚ ਪੀਣਾ, ਜੋ ਰਿਕਮੈਂਡਡ ਹੈ ਉਨੀ ਕੁਆਂਟੀਟੀ 'ਚ। ਹਾਂ, ਇਹ ਰਿਕਮੈਂਡਡ ਕੀ ਹੈ ਜੀ ਉਹ ਵੀ ਦੱਸ ਹੀ ਦਿਓ, ਕਿਉਂਕਿ ਬਾਅਦ ਵੀ ਸਵਾਲ ਆ ਜਾਣਗੇ। ਉਹ ਡਿਪੈਂਡ ਕਰਦਾ, ਅਲੱਗ-ਅਲੱਗ ਪੇਸ਼ੈਂਟ ਟੂ ਪੇਸ਼ੈਂਟ ਹੈਗਾ। ਅੱਛਾ, ਲੈਟ ਅਸ ਨਾਟ ਗੋ ਇਨਟੂ ਦੈਟ। ਅੱਛਾ ਜੀ, ਮਤਲਬ ਆਪਾਂ ਰਿਕਮੈਂਡ ਨਾ ਹੀ ਕਰੀਏ ਵੀ ਕਿੰਨੀ ਪੀਣੀ ਚਾਹੀਦੀ ਹੈ। ਸੋ ਆਪਾਂ ਇਹ ਰਿਕਮੈਂਡ ਹੀ ਨਹੀਂ ਕਰਦੇ ਜੀ ਵੀ ਤੁਸੀਂ ਦਾਰੂ ਪੀਓ, ਸੋ ਦਾਰੂ ਕੋਈ ਵਧੀਆ ਚੀਜ਼ ਨਹੀਂ ਹੈਗੀ। ਹਾਂ, ਜੇ ਤੁਸੀਂ ਇਹਨੂੰ ਛੱਡ ਸਕਦੇ ਹੋ ਤਾਂ ਬਹੁਤ ਵਧੀਆ ਗੱਲ ਹੈ, ਕਿਉਂਕਿ ਅਲਟੀਮੇਟਲੀ ਤਾਂ ਜੀਵਨ ਹੈ, ਤੇ ਜੇ ਆਪਾਂ ਜੀਵਨ ਲੰਬਾ ਜੀਵਾਂਗੇ ਤਾਂ ਮੇਰੇ ਖਿਆਲ ਉਹ ਜ਼ਿਆਦਾ ਵਧੀਆ। ਤੇ ਜੇ ਆਪਾਂ ਇਹ ਕਹਿਣਾ ਵੀ ਮੈਂ 4 ਦਿਨ ਪੀ ਕੇ ਜੇ 3-4 ਘੰਟੇ ਤੁਸੀਂ ਸੁੱਤੇ ਰਹੇ ਤੇ ਉਹ ਜ਼ਿੰਦਗੀ ਤੇ ਗਵਾ ਲਏ, ਤੇ ਉਹਦਾ ਕੀ ਫਾਇਦਾ। ਉਹਦੇ ਨਾਲ ਚੰਗਾ ਬੰਦਾ ਕੋਈ ਨਾ ਕੋਈ ਵਧੀਆ ਕੰਮ ਕਰੇ, ਹੈਲਦੀ ਕੰਮ ਕਰੇ। ਅੱਛਾ, ਸਵਾਲ ਇੱਕ ਹੋਰ ਸੀਗਾ ਜੀ, ਉਹ ਇਹ ਸੀ ਕਿ ਜਿਹੜੇ ਤੁਸੀਂ 2 ਤਰੀਕੇ ਦੱਸੇ ਕਿ ਇੱਕ ਤਾਂ ਜਿਹੜਾ ਕਹਿ ਲਓ ਕਿ ਪੇਟ ਦਾ ਸਾਈਜ਼ ਛੋਟਾ ਕੀਤਾ ਜਾਂਦਾ, ਤੇ ਇੱਕ ਪੇਟ ਦੇ ਵਿੱਚ ਜਿਹੜੀ ਛੋਟੀ ਅੰਤੜੀ ਹੈ ਉਹਨੂੰ ਬਾਈਪਾਸ ਕੀਤਾ ਜਾਂਦਾ। ਇਸ ਤੋਂ ਇਲਾਵਾ ਵੀ ਕੋਈ ਮੋਟਾਪੇ ਦੇ ਵਿੱਚ ਟੈਕਨੀਕ ਹੈ, ਜਾਂ ਇਹ ਸਿਰਫ ਇਹੀ 2 ਟੈਕਨੀਕਸ ਅੱਜ ਦੀ ਡੇਟ ਚੱਲ ਰਹੀਆਂ? ਇਹ ਕਾਫੀ ਸਾਰੀਆਂ ਜਿਹੜੇ ਆਪਰੇਸ਼ਨਸ ਹੈ ਉਹ ਹੋਰ ਵੀ ਕਾਫੀ ਸਾਰੇ ਹੈ। ਇਹ 2 ਮੈਂ ਤਾਂ ਦੱਸੇ ਕਿਉਂਕਿ ਇਸ ਵੇਲੇ ਇੰਡੀਆ 'ਚ ਈਵਨ ਸਾਡੇ ਸੈਂਟਰ 'ਚ ਵੀ ਇਹ ਦੋਨੋਂ ਮੋਸਟ ਕਾਮਨ ਹੈ। ਜੀ। ਅਗਰ ਅਸੀਂ ਹੋਰ ਡਿਫਰੈਂਟ ਟਾਈਪਸ ਆਫ ਬਾਈਪਾਸ ਦੱਸਦੇ ਜਾਵਾਂਗੇ ਫਿਰ ਕਨਫਿਊਜ਼ਨ ਜ਼ਿਆਦਾ ਹੋਏਗਾ। ਉਸ ਤੋਂ ਇਲਾਵਾ ਇੱਕ ਅਪਕਮਿੰਗ ਚੀਜ਼ ਹੈ ਕਿ ਬੈਲੂਨ। ਬੈਲੂਨ ਦਾ ਮਤਲਬ ਹੈ ਕਿ ਅਸੀਂ ਐਂਡੋਸਕੋਪ ਨਾਲ ਇੱਕ ਕੈਮਰੇ ਦੇ ਰਾਹੀਂ ਸਟਮਕ ਦੇ ਵਿੱਚ ਬੈਲੂਨ ਪਾ ਦਿੰਦੇ ਹਾਂ। ਬੈਲੂਨ ਨੂੰ ਸਲਾਈਨ ਨਾਲ ਜਾਂ ਪਾਣੀ ਨਾਲ ਭਰ ਦਿੰਦੇ ਹਾਂ ਤਾਂ ਕਿ ਸਟਮਕ ਦੇ ਵਿੱਚ ਪਹਿਲਾਂ ਹੀ ਕਾਫੀ ਉਹਦੀ ਸਪੇਸ ਜਿਹੜੀ ਆਕੂਪਾਈਡ ਰਹੇ। ਅੱਛਾ। ਫਿਰ ਥੋੜਾ ਖਾਣਾ ਖਾ ਕੇ ਪੇਸ਼ੈਂਟ ਨੂੰ ਫੀਲਿੰਗ ਆਏਗੀ ਕਿ ਪੇਟ ਭਰ ਗਿਆ, ਕਿਉਂਕਿ ਪਹਿਲਾਂ ਹੀ ਬੈਲੂਨ ਹੈਗਾ। ਜੀ। ਸੋ ਇਹ ਇੱਕ ਨਵੀਂ ਟੈਕਨੀਕ ਹੈ, ਪਰ ਪ੍ਰੋਬਲਮ ਇਹ ਹੈ ਕਿ ਬੈਲੂਨ 6 ਮਹੀਨੇ ਤੋਂ 1 ਸਾਲ ਤੱਕ ਰੱਖਿਆ ਜਾ ਸਕਦਾ। ਉਸ ਤੋਂ ਬਾਅਦ ਬੈਲੂਨ ਨੂੰ ਕੱਢਣਾ ਪੈਂਦਾ ਕਿਉਂਕਿ ਉਹ ਫੋਰਨ ਬੋਡੀ ਹੈ, ਸਟਮਕ 'ਚ ਹਮੇਸ਼ਾ ਨਹੀਂ ਰੱਖ ਸਕਦੇ। ਜਦੋਂ ਉਹਨੂੰ ਅਸੀਂ ਕੱਢ ਦਿਆਂਗੇ ਵੇਟ ਥੋੜ੍ਹਾ ਘੱਟ ਜਾਏਗਾ, ਫਿਰ ਯੂ ਆਰ ਐਜ਼ ਗੁੱਡ ਐਜ਼ ਬਿਫੋਰ। ਤੁਹਾਨੂੰ ਆਪਣਾ ਪ੍ਰੋਪਰ ਕੰਟਰੋਲ ਰੱਖਣਾ ਪਏਗਾ, ਉਹਨੂੰ ਮੇਨਟੇਨ ਕਰਨਾ ਤੁਹਾਡੇ 'ਤੇ। ਇਸ ਤਰ੍ਹਾਂ ਅਸੀਂ ਸਰਜਰੀ ਕਰਤੀ ਤਾਂ ਇੱਕ ਹਾਰਮੋਨ ਘਟਾਤੇ, ਸਟਮਕ ਪਰਮਾਨੈਂਟਲੀ ਛੋਟਾ ਕਰਤਾ, ਉਹ ਪਰਮਾਨੈਂਟ ਚੀਜ਼ ਨਹੀਂ ਹੈ, ਉਹ ਟੈਂਪਰਰੀ ਫੇਜ਼ ਹੈ। ਯੂਜੂਅਲੀ ਅਸੀਂ ਮੰਨਦੇ ਉਹ ਪੇਸ਼ੈਂਟ ਜਿਨ੍ਹਾਂ ਦਾ ਵੇਟ ਬਹੁਤ ਜ਼ਿਆਦਾ ਨਹੀਂ ਹੈ, ਸਪੋਜ਼ BMI 32 ਤੋਂ ਘੱਟ ਹੈ, ਬੀਰੀਐਟ੍ਰਿਕ ਸਰਜਰੀ ਦੇ ਕੈਂਡੀਡੇਟ ਨਹੀਂ ਹੈ, ਪਰ ਉਹ ਅਦਰਵਾਈਜ਼ ਵੇਟ ਨਹੀਂ ਘਟਾ ਪਾ ਰਹੇ, ਉਹ ਬੈਲੂਨ ਡਲਵਾ ਸਕਦੇ ਟੈਂਪਰੇਰੀਲੀ। ਜਾਂ ਫਿਰ ਪੇਸ਼ੈਂਟ ਨੂੰ ਵੇਟ ਇੰਨਾ ਜ਼ਿਆਦਾ ਹੈ ਜਾਂ ਉਹਨੂੰ ਪ੍ਰੋਬਲਮਸ ਇੰਨੀਆਂ ਜ਼ਿਆਦਾ, ਸ਼ੂਗਰ ਇੰਨੀ ਅਨਕੰਟਰੋਲਡ ਹੈ ਕਿ ਉਹਦੀ ਬੀਰੀਐਟ੍ਰਿਕ ਸਰਜਰੀ ਕਾਫੀ ਰਿਸਕੀ ਹੈ। ਉਹਦੇ 'ਚ ਅਸੀਂ ਬੈਲੂਨ ਪਾ ਕੇ ਪਹਿਲਾਂ ਥੋੜ੍ਹਾ ਵੇਟ ਘਟਾ ਲਈਏ, ਉਹਨੂੰ ਕੰਟਰੋਲ ਕਰ ਲਈਏ, ਫਿਰ ਸਰਜਰੀ ਕਰੀਏ ਤਾਂ ਕਿ ਸੇਫ ਹੋ ਜਾਏ। ਸੋ ਇਹਨਾਂ ਨੂੰ ਕਾਈਂਡ ਆਫ ਬ੍ਰਿਜਿੰਗ ਕਹਿੰਦੇ ਕਿ ਤੁਸੀਂ ਬਿਟਵੀਨ ਸਰਜਰੀ ਐਂਡ ਜਿਹੜਾ ਪੇਸ਼ੈਂਟ ਦੀ ਕੰਡੀਸ਼ਨ ਹੈ ਉਹਦੇ ਵਿੱਚ ਬੈਲੂਨ ਪਾ ਕੇ ਬ੍ਰਿਜ ਕਰ ਲਓ, ਉਹਨੂੰ ਉਨਾ ਕੁ ਕਰ ਲਓ ਕਿ ਜਾਂ ਤਾਂ ਸਰਜਰੀ ਤਿਆਰ ਹੋ ਜਾਏ, ਜਾਂ ਉਹਦਾ ਵੇਟ ਹੈ ਹੀ ਨਹੀਂ ਇੰਨਾ ਜ਼ਿਆਦਾ ਕਿ ਬੈਲੂਨ ਨਾਲ ਹੀ ਉਹਦਾ ਥੋੜ੍ਹਾ ਵੇਟ ਘੱਟ ਜਾਏ, ਔਰ ਇੰਨਾ ਕਮਿਟਡ ਹੋਏ ਕਿ ਉਹ ਆਪਣੀ ਬਚੀ ਜ਼ਿੰਦਗੀ ਨੂੰ ਇੱਦਾਂ ਜੀਏ ਕਿ ਉਹ ਮੇਨਟੇਨ ਕਰ ਲਏ। ਅੱਛਾ, ਇਹ ਸਵਾਲ ਬਹੁਤ ਸਾਰੇ ਆ ਰਹੇ ਨੇ ਜੀ। ਮੈਂ ਦੱਸ ਦਿਆਂ, ਡਾਕਟਰ ਜਸਮੀਤ ਸਿੰਘ ਆਹਲੂਵਾਲੀਆ ਨੇ ਜੀ ਇਸ ਵਕਤ ਮੇਰੇ ਨਾਲ। ਇਹ ਲਾਜਵੰਤੀ ਹਸਪੀਟਲ ਜਲੰਧਰ ਬੈਠਦੇ ਨੇ, ਐਂਡ ਤੁਸੀਂ ਇਹਨਾਂ ਦਾ ਜੇ ਕੰਟੈਕਟ ਨੰਬਰ ਲੈਣਾ ਚਾਹੋ ਤਾਂ ਉਹ ਹੈ ਇੰਡੀਆ ਦਾ 9889 5889 5889। ਇਸ ਨੰਬਰ ਦੇ ਉੱਪਰ ਤੁਸੀਂ ਇਸ ਹੈਲਪਲਾਈਨ ਨੰਬਰ ਦੇ ਉੱਪਰ ਫੋਨ ਕਰਕੇ ਤੇ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ ਜਾਂ ਇਨਫੋਰਮੇਸ਼ਨ ਲੈ ਸਕਦੇ ਹੋ, ਯਾਨੀ ਕਿ 98899 ਤੇ 58899 ਪੰਜਾਬੀ 'ਚ ਵੀ ਮੈਂ ਦੱਸ ਦਿੱਤਾ। ਡਾਕਟਰ ਜਸਮੀਤ ਆਹਲੂਵਾਲੀਆ ਇਹਨਾਂ ਦਾ ਨਾਮ ਹੈ। ਡਾਕਟਰ ਸਾਹਿਬ, ਇੱਕ ਚੀਜ਼ ਦੱਸਿਓ ਕਿ ਵੀ ਇੱਕ ਸਵਾਲ ਮੇਰਾ ਖਿਆਲ ਫਿਲਮਾਂ ਨਾਲ ਰਿਲੇਟਡ ਵੀ ਆ ਗਿਆ। ਉਹ ਕਹਿੰਦੇ ਵੀ ਜੇ
ਜਿਹੜੇ ਫਿਲਮੀ ਕਲਾਕਾਰ ਹੁੰਦੇ ਆ ਇਹ ਕਿਵੇਂ ਕਰ ਲੈਂਦੇ ਆ ਫਿਰ 3 ਮਹੀਨਿਆਂ ਬਾਅਦ ਕਹਿੰਦੇ 20 ਕਿਲੋ ਵਧਾ ਲਿਆ ਤੇ 2 ਮਹੀਨਿਆਂ ਬਾਅਦ 20 ਕਿਲੋ ਘਟਾ ਲਿਆ, ਉਹ ਵੀ ਆਪਰੇਸ਼ਨ ਕਰਾਉਂਦੇ ਜਾਂ ਕੋਈ ਹੋਰ ਟੈਕਨੀਕ ਹੁੰਦੀ ਹੈ? ਨਹੀਂ, ਸਾਰੇ ਤਾਂ ਨਹੀਂ, ਇਹਨਾਂ 'ਚੋਂ ਅਕਸਰ ਆਪਾਂ ਦੇਖਦੇ ਹਾਂ ਕਿ ਰੋਲ ਦੇ ਹਿਸਾਬ ਨਾਲ ਉਹ ਭਾਰ ਵਧਾ ਘਟਾ ਲੈਂਦੇ ਆ, ਉਹ ਇੰਨਾ ਸੌਖਾ ਕਿਵੇਂ ਜੇ ਆਮ ਬੰਦੇ ਲਈ ਸੌਖਾ ਨਹੀਂ? ਸੌਖਾ ਨਹੀਂ, ਤੁਹਾਨੂੰ ਲੱਗਦਾ ਸੌਖਾ? ਅੱਛਾ ਜੀ। ਉਹਦੇ ਪਿੱਛੇ ਕਾਫੀ ਇੰਟੈਂਸਿਵ ਵਰਕਆਊਟ ਹੈ ਜਿਹੜਾ ਨਾਰਮਲ ਜ਼ਿਆਦਾਤਰ ਲੋਕਾਂ ਲਈ ਪੋਸੀਬਲ ਨਹੀਂ ਹੁੰਦਾ। ਅੱਛਾ। ਕਿਉਂਕਿ ਜਿਹੜੇ ਫਿਲਮ ਸਟਾਰ ਨੇ, ਸਪੋਜ਼ ਆਮਿਰ ਖਾਨ ਹੈ, ਉਹਨਾਂ ਦਾ ਫੁੱਲ ਟਾਈਮ ਜੌਬ ਹੀ ਇਹ ਹੈ ਕਿ ਅਸੀਂ ਮੂਵੀ ਬਣਾਉਣੀ ਔਰ ਕਰੈਕਟਰ 'ਚ ਫਿੱਟ ਹੋਣਾ। ਸੋ ਸਵੇਰ ਤੋਂ ਸ਼ਾਮ ਤੱਕ ਉਹ ਇਸੇ ਕੰਮ 'ਚ ਹੀ ਲੱਗਦੇ, ਉਹਨੂੰ ਦੂਸਰਾ ਕੰਮ ਨਹੀਂ। ਸਾਡੇ ਬਾਕੀ ਲੋਕਾਂ ਲਈ ਇਹ ਵੇਟ ਵਧਾਉਣਾ ਜਾਂ ਘਟਾਉਣਾ ਇਹ ਸਾਡਾ ਇੱਕ ਕਹਿ ਲਓ ਪਾਰਟ ਟਾਈਮ ਜੌਬ ਹੈ ਜੀ, ਇਹ ਅਦਰ ਪਾਰਟ ਆਫ ਦੀ ਲਾਈਫ ਹੈ। ਸੋ ਇਹ ਇੰਨਾ ਈਜ਼ੀ ਨਹੀਂ ਹੁੰਦਾ, ਉਹਨਾਂ ਕੋਲ ਸਪੈਸ਼ਲਾਈਜ਼ਡ ਡਾਈਟ ਜਾਂ ਟ੍ਰੇਨਰ ਹੈ ਔਰ ਇਹਦੇ ਵਰਕ ਵੈਰੀ ਹਾਰਡ ਓਵਰ ਮੰਥਸ, ਫਿਰ ਉਹ ਘਟਾਉਂਦੇ ਵਧਾਉਂਦੇ। ਅਗਰ ਤੁਸੀਂ ਫਿਲਮ ਸਟਾਰਸ ਵੀ ਦੇਖੋ, ਕੁਛ ਐਸੇ ਸਟਾਰਸ ਹੈ ਜਿਹੜੇ ਪਹਿਲਾਂ ਕਾਫੀ ਓਬੀਜ਼ ਸੀਗੇ, ਆਈ ਡੋਂਟ ਵਾਂਟ ਟੂ ਨੇਮ, ਪਰ ਹੁਣ ਉਹਨਾਂ ਨੇ ਵੇਟ ਘਟਾਇਆ ਪਰ ਉਹ ਫਿਰ ਵੀ ਬੜੀ ਜਲਦੀ ਉਹਨਾਂ ਦਾ ਵੇਟ ਪੁੱਟ ਆਨ ਹੋ ਜਾਂਦਾ। ਮੈਂ ਆਪ ਕਈ ਫਿਲਮ ਸਟਾਰ ਦੇਖੇ ਜਿਹੜੇ ਕੁਛ ਮੂਵੀਜ਼ 'ਚ ਬੜੇ ਥਿਨ ਲੱਗ ਰਹੇ ਸੀ ਤੇ ਓਵਰ ਟਾਈਮ ਅਗੇਨ ਦੇ ਆਰ ਪੁਟਿੰਗ ਔਨ ਵੇਟ ਜੀ ਜੀ। ਸੋ ਇਹ ਅਗਰ ਤੁਹਾਨੂੰ ਲੱਗਦਾ ਕਿਸੇ ਨੂੰ ਕਿ ਈਜ਼ੀ ਹੈ ਤਾਂ ਕਰਕੇ ਦੇਖੋ ਤੁਸੀਂ ਅਪਲਾਈ ਕਰੋ ਐਂਡ ਦੈਨ ਯੂ ਇਫ ਯੂ ਕੈਨ ਲੂਜ਼ 20 kgs ਤੁਹਾਨੂੰ ਸਰਜਰੀ ਕਰਾਉਣ ਦੀ ਲੋੜ ਹੀ ਨਹੀਂ। ਬਿਲਕੁਲ ਸਹੀ ਹੈ। ਅੱਛਾ ਡਾਕਟਰ ਸਾਹਿਬ, ਇੱਕ ਸਵਾਲ ਇਹ ਵੀ ਆ ਰਿਹਾ ਕਿ ਵੀ ਜੇ ਕੋਈ ਮੰਨ ਲਓ ਪੇਸ਼ੈਂਟ ਹੈ ਇੱਥੇ ਤਾਂ ਉਹ ਅੱਜ ਕੱਲ੍ਹ ਮੋਸਟਲੀ ਤੁਹਾਨੂੰ ਪਤਾ ਜੇ NRIs ਆਪਾਂ ਪਹਿਲਾਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਤਾਂ ਅੱਜ ਕੱਲ੍ਹ ਇੱਥੋਂ ਉਹਨਾਂ ਦੇ ਰਿਸ਼ਤੇਦਾਰ ਪਰਿਵਾਰ ਸਾਰਾ ਕੁਛ ਬਾਹਰ ਹੀ ਚਲਾ ਗਿਆ ਅਤੇ ਇੱਧਰ ਜੇ ਆਉਣ ਵੀ ਤਾਂ ਉਹ ਹੋਟਲਸ ਦੇ ਵਿੱਚ ਰਹਿਣਾ ਹੁੰਦਾ ਉਹਨਾਂ ਨੇ, ਤਾਂ ਉਹਨਾਂ ਦੇ ਲਈ ਤੁਸੀਂ ਆਪਣੇ ਸੈਂਟਰ ਵੱਲੋਂ ਵੀ ਕੋਈ ਨਾ ਕੋਈ ਪ੍ਰੋਵਾਈਡ ਕਰ ਦਿੰਦੇ ਹੋ ਕਿ ਜੇ ਕਿਸੇ ਨੂੰ ਇੱਧਰ ਪੰਜਾਬ ਆਉਣ 'ਚ ਕੋਈ ਆਵਾਜਾਈ ਦੇ ਵਿੱਚ ਆਉਣ ਜਾਣ 'ਚ ਜਾਂ ਸੈਂਟਰ ਪਹੁੰਚਣ 'ਚ ਇੱਥੇ ਰਹਿਣ 'ਚ ਇੱਥੋਂ ਵਾਪਸ ਜਾਣ 'ਚ ਕੋਈ ਪ੍ਰੋਬਲਮ ਹੋਵੇ ਤਾਂ ਤੁਹਾਡੇ ਸੈਂਟਰ ਵੱਲੋਂ ਕੋਈ ਹੈਲਪ ਕੀਤੀ ਜਾਂਦੀ ਹੈ? ਬਿਲਕੁਲ ਪੂਰੀ ਕੀਤੀ ਜਾਂਦੀ ਹੈ। ਉਹ ਆਉਣ ਤੋਂ ਪਹਿਲਾਂ ਸਾਡੇ ਨਾਲ ਕਨਫਰਮ ਕਰ ਦੇਣ ਕਿ ਉਹਨਾਂ ਨੂੰ ਏਅਰਪੋਰਟ ਪਿਕਅਪ ਚਾਹੀਦਾ ਹੈ ਜਾਂ ਹੋਟਲ ਬੁਕਿੰਗ ਚਾਹੀਦੀ ਹੈ ਅਤੇ ਸਾਡਾ ਸੈਂਟਰ ਉਹ ਸਭ ਕੁਝ ਪ੍ਰੋਵਾਈਡ ਕਰ ਦਿੰਦਾ। ਦੈਟ ਇਜ਼ ਨਾਟ ਅ ਪ੍ਰੋਬਲਮ। ਅੱਛਾ, ਉਹ ਮਤਲਬ ਉਹ ਜਿਹੜੀ ਇਨਫੋਰਮੇਸ਼ਨ ਹੈ ਜੀ ਉਹ ਵੀ ਤੁਹਾਨੂੰ ਪ੍ਰੋਵਾਈਡ ਕੀਤੀ ਜਾ ਸਕਦੀ ਹੈ। ਅਤੇ ਹੁਣ ਤਾਂ ਮੇਰੇ ਖਿਆਲ ਨਾਲ ਆਦਮਪੁਰ ਵਾਲਾ ਏਅਰਪੋਰਟ ਵੀ ਚੱਲ ਪਿਆ ਜੀ ਅਤੇ ਇੱਥੋਂ ਡੇਲੀ ਫਲਾਈਟ ਵੀ ਉੱਡਦੀ ਹੈ, ਯਾਨੀ ਕਿ ਇੱਥੋਂ ਫਲਾਈਟ ਦਿੱਲੀ ਵੀ ਜਾਂਦੀ ਹੈ ਅਤੇ ਦਿੱਲੀੋਂ ਇੱਥੇ ਵਾਪਸ ਵੀ ਆਉਂਦੀ ਹੈ, ਤੁਸੀਂ ਉਹਦੇ 'ਤੇ ਵੀ ਸਵਾਰੀ ਕਰ ਸਕਦੇ ਹੋ। ਮੇਰਾ ਖਿਆਲ ਬਹੁਤ ਸਾਰੇ ਬੰਦੇ ਪਹਿਲਾਂ ਵੀ ਪੁੱਛਦੇ ਸੀ, ਚਲੋ ਅੱਜ ਵੀ ਇਸ ਪ੍ਰੋਗਰਾਮ ਦੇ ਜ਼ਰੀਏ ਮੈਂ ਇਨਫੋਰਮੇਸ਼ਨ ਦੇ ਦਿਆਂ ਕਿ ਤੁਸੀਂ ਜਲੰਧਰ ਏਅਰਪੋਰਟ ਨਹੀਂ ਲੱਭਣਾ, ਤੁਸੀਂ ਆਦਮਪੁਰ ਏਅਰਪੋਰਟ ਲੱਭਣਾ। ਐਂਡ ਸਪਾਈਸ ਜੈਟ ਇੱਕੋ ਇੱਕ ਕੰਪਨੀ ਹੈ ਜਿਹਦਾ ਅਜੇ ਫਿਲਹਾਲ ਇਹ ਹਵਾਈ ਯਾਤਰਾ ਸ਼ੁਰੂ ਹੋਈ ਹੈ। ਸੋ ਸਪਾਈਸ ਜੈਟ ਦੀ ਜਿਹੜੀ ਕਹਿ ਲਓ ਕਿ ਵੀ ਵੈਬਸਾਈਟ ਹੈ ਉਹਦੇ 'ਤੇ ਜਾ ਕੇ ਤੁਸੀਂ ਆਦਮਪੁਰ ਹਵਾਈ ਅੱਡੇ ਦਾ ਕੋਡ ਲੱਭੋਗੇ ਤਾਂ ਤੁਹਾਨੂੰ ਮੋਹਰਲਿਆਂ ਦੇ ਵਿੱਚ ਹੀ ਮਿਲ ਜਾਣਾ, ਕਿਉਂਕਿ ਜੇ ਆਪਾਂ ਉਹਨੂੰ ABC ਦੇ ਹਿਸਾਬ ਨਾਲ ਦੇਖੀਏ ਤਾਂ A ਤੋਂ ਆਦਮਪੁਰ ਪੈਂਦਾ, ਇਸ ਕਰਕੇ ਤੁਹਾਨੂੰ ਸ਼ੁਰੂ ਦੇ ਵਿੱਚ ਹੀ ਆਦਮਪੁਰ ਹਵਾਈ ਅੱਡੇ ਦਾ ਕੋਡ ਮਿਲ ਜਾਏਗਾ। ਸੋ ਤੁਸੀਂ ਉਹਦੇ ਜ਼ਰੀਏ ਵੀ ਮੇਰੇ ਖਿਆਲ ਨਾਲ ਸੌਖੇ ਆ ਸਕਦੇ ਹੋ, ਕਿਉਂਕਿ ਜੇ ਆਪਾਂ ਕਿਤੇੋਂ ਵੀ ਚੱਲੇ ਹਾਂ ਦੁਨੀਆ ਦੇ ਹਿੱਸੇ ਤੋਂ ਤਾਂ ਦਿੱਲੀ ਤੋਂ ਬਾਅਦ ਜਲੰਧਰ ਅਤੇ ਜਲੰਧਰ 'ਚ ਹੀ ਇਹਨਾਂ ਦਾ ਉਹ ਹੌਸਪੀਟਲ ਹੈ ਜਿੱਥੇ ਆਪਾਂ ਆਪਣਾ ਸਾਰਾ ਇਲਾਜ ਕਰਵਾਉਣਾ। ਇੱਕ ਚੀਜ਼ ਡਾਕਟਰ ਸਾਹਿਬ ਕਿ ਵੀ ਕੋਈ ਚੀਜ਼ ਜਦੋਂ ਆਪਾਂ ਸਰੀਰ ਦੇ ਵਿੱਚ ਪਾਉਂਦੇ ਹਾਂ, ਚਾਹੇ ਆ ਕਹਿ ਲਓ ਕਿ ਦੂਰਬੀਨੀ ਆਪਰੇਸ਼ਨਾਂ ਦੀ ਗੱਲ ਕਰੀਏ, ਕਿੰਨਾ ਕੁ ਰਿਸਕ ਹੁੰਦਾ ਉਹਦੇ ਵਿੱਚ ਬਾਕੀ ਔਰਗਨਸ ਨੂੰ ਕਿਤੇ ਨਾ ਕਿਤੇ ਕੋਈ ਪ੍ਰੋਬਲਮ ਆਉਣ ਦਾ? ਕਿਉਂਕਿ ਆਫਟਰ ਆਲ ਤਾਂ ਸਰੀਰ ਦੇ ਵਿੱਚ ਕੁਛ ਨਾ ਕੁਛ ਜਾਣਾ ਹੀ ਹੈ। ਇਹ ਡਰ ਹੁੰਦਾ। ਮੈਨੂੰ ਇਹ ਸੀ ਕਿ ਵੀ ਆਪਾਂ ਪੁੱਛ ਲਈਏ, ਤੁਸੀਂ ਵੀ ਇਮਾਨਦਾਰੀ ਨਾਲ ਜ਼ਰੂਰ ਦੱਸੋ ਤਾਂ ਜੋ ਬੰਦੇ ਦੇ ਦਿਮਾਗ 'ਚ ਡਰ ਨਿਕਲ ਜਾਵੇ ਐਟਲੀਸਟ। ਨਹੀਂ, ਇੱਦਾਂ ਆਈ ਥਿੰਕ ਤੁਹਾਡਾ ਕੁਐਸਚਨ ਇਹ ਹੈ ਕਿ ਅਗਰ ਅਸੀਂ ਅਬਡੋਮਨ ਜਾਂ ਪੇਟ ਦੇ ਵਿੱਚ ਇੰਸਟਰੂਮੈਂਟ ਪਾ ਰਹੇ ਹਾਂ ਤਾਂ ਕੋਈ ਹੋਰ ਹਿੱਸੇ ਨੂੰ ਡੈਮੇਜ? ਹਾਂਜੀ, ਮਤਲਬ ਪਤਾ ਲੱਗੇ ਵੀ ਬੰਦਾ ਆਇਆ ਤਾਂ ਮੋਟਾਪਾ ਘਟਾਉਣ ਸੀਗਾ ਤੇ ਕੋਈ ਨਾ ਕੋਈ ਹੋਰ ਹੀ ਕੱਟ ਵੱਢ ਹੋ ਗਈ। ਨਹੀਂ, ਇਹ ਐਕਚੁਅਲੀ ਸਰਜਰੀਜ਼ ਦਾ ਹਰ ਸੈਂਟਰ 'ਚ ਬਹੁਤ ਜ਼ਿਆਦਾ ਅੱਜ ਕੱਲ੍ਹ ਹੁੰਦੀਆਂ, ਸਾਰੀਆਂ ਆਪਰੇਸ਼ਨ ਆਲਮੋਸਟ ਦੂਰਬੀਨ ਨਾਲ ਹੁੰਦੇ ਜੀ। ਜਿਸ ਤਰ੍ਹਾਂ ਪਿੱਤੇ ਦੀ ਪੱਥਰੀ ਹੈ, ਹਰਨੀਆ, ਅਪੈਂਡਿਕਸ, ਬੱਚੇ ਰਾਹੀਂ ਦਾ ਆਪਰੇਸ਼ਨ, ਇਹ ਸਾਰੇ ਦੂਰਬੀਨ ਨਾਲ ਹੁੰਦੇ ਜੀ। ਸੋ ਦੂਸਰੇ ਆਰਗਨ ਨੂੰ ਡੈਮੇਜ ਹੋਣ ਦਾ ਰਿਸਕ ਬਹੁਤ ਜ਼ਿਆਦਾ ਨਹੀਂ ਹੁੰਦਾ ਜੀ। ਇਹ ਕਹਿਣ ਦਾ ਮਤਲਬ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਅਗਰ ਤੁਸੀਂ ਕੈਨੇਡਾ ਤੋਂ ਇੰਡੀਆ ਆਏ ਤਾਂ ਪਲੇਨ ਕਰੈਸ਼ ਹੋ ਹੀ ਸਕਦਾ ਪਰ ਸਟਿਲ ਵੀ ਗੋ। ਇਸ ਤਰ੍ਹਾਂ ਹੀ ਬਾਏ ਰੋਡ ਆ ਰਹੇ ਹੋ ਤਾਂ ਰੋਡ 'ਤੇ ਐਕਸੀਡੈਂਟ ਹੋ ਸਕਦਾ। ਸੋ ਉਹਦੇ ਚਾਂਸਿਸ ਆਰ ਵੈਰੀ ਲੈਸ, ਬਟ ਉਹਦੇ ਕਰਕੇ ਤੁਸੀਂ ਡਰੋ ਇੱਦਾਂ ਦੀ ਕੋਈ ਗੱਲ ਨਹੀਂ। ਅੱਛਾ ਜੀ, ਇਹਦੇ ਨਾਲ ਆਪਾਂ ਨੂੰ ਇੱਦਾਂ ਸੋਚਣ ਦੀ ਲੋੜ ਨਹੀਂ ਹੈਗੀ ਹੈ ਨਾ ਜੀ? ਹਾਂਜੀ, ਔਰ ਅਗਰ ਸਾਡੇ ਐਕਸਪੀਰੀਅੰਸ ਤਾਂ ਕਦੇ ਇੱਦਾਂ ਇੰਜਰੀ ਹੋਈ ਨਹੀਂ, ਹੋ ਵੀ ਜਾਵੇ ਤਾਂ ਵੀ ਉਹਨੂੰ ਬੜੇ ਆਰਾਮ ਨਾਲ ਰਿਪੇਅਰ ਕੀਤਾ ਜਾ ਸਕਦਾ, ਇੱਕ ਸਟਿਚ ਲਗਾਉਣਾ। ਪਰ ਇਹਦੇ ਕਰਕੇ ਡਰਨਾ ਔਰ ਇਸ ਚੀਜ਼ ਨੂੰ ਸਫਰ ਕਰਦੇ ਰਹਿਣਾ ਆਪਣੀ ਪੂਰੀ ਲਾਈਫ 'ਚ ਰਾਦਰ ਦੈਨ ਕਿ ਇਸ ਤੋਂ ਬਾਹਰ ਆਈਏ, ਉਹ ਜ਼ਿਆਦਾ ਮਾੜੀ ਗੱਲ ਹੈ। ਓਕੇ। ਅੱਛਾ, ਇੱਕ ਡਾਕਟਰ ਸਾਹਿਬ ਇੱਕ ਗਾਇਨੋਕੋਮੈਸਟੀਆ ਕਰਕੇ ਕੋਈ ਜਿਹੜੀ ਪ੍ਰੋਬਲਮ ਬੰਦਿਆਂ ਦੇ ਵਿੱਚ ਹੁੰਦੀ ਹੈ ਜੀ ਇਸ ਤਰ੍ਹਾਂ ਦੀ, ਉਹੋ ਜਿਹੀ ਇੱਕ ਪ੍ਰੋਬਲਮ ਮੇਰਾ ਖਿਆਲ ਰਾਣਾ ਜੀ ਨੇ, ਉਹਨਾਂ ਦਾ ਇੱਕ ਸਵਾਲ ਹੈ ਉਹ ਪੁੱਛਣਾ ਚਾਹੁੰਦੇ ਆ ਕਿ ਉਹ ਵੀ ਇਹਦਾ ਨਾਲ ਕੋਈ ਜੁੜਿਆ ਹੋਇਆ ਪਾਰਟ ਹੈਗਾ ਜਾਂ ਉਹਦਾ ਕੋਈ ਵੱਖਰਾ ਆਪਰੇਸ਼ਨ ਹੁੰਦਾ ਜੀ? ਗਾਇਨੋਕੋਮੈਸਟੀਆ ਅਗਰ ਸਿਰਫ ਬਾਕੀ ਬੋਡੀ ਠੀਕ ਹੈ ਔਰ ਮੇਲ ਬ੍ਰੈਸਟ ਥੋੜ੍ਹਾ ਵੱਡਾ ਹੈ ਤਾਂ ਉਹ ਡਿਫਰੈਂਟ ਚੀਜ਼ ਹੈ। ਅੱਛਾ, ਉਹਦੇ ਲਈ ਅਸੀਂ ਬੈਰੀਐਟ੍ਰਿਕ ਨਹੀਂ ਕਰਦੇ। ਲੇਕਿਨ ਅਗਰ ਉਹਨਾਂ ਦਾ ਵੇਟ ਬਹੁਤ ਜ਼ਿਆਦਾ ਹੈ, BMI ਜ਼ਿਆਦਾ ਹੈ, ਬੈਰੀਐਟ੍ਰਿਕ ਰੇਂਜ 'ਚ ਫਾਲ ਕਰਦਾ, ਫਿਰ ਆਫਟਰ ਆਪਰੇਸ਼ਨ ਇਸ ਜਗ੍ਹਾ ਤੋਂ ਵੀ ਫੈਟ ਘਟੇਗਾ। ਅੱਛਾ, ਬਟ ਯੂਜੂਅਲੀ ਜਿਸ ਤਰ੍ਹਾਂ ਉਹ ਸਪੈਸੀਫਿਕਲੀ ਪੁੱਛ ਰਹੇ ਗਾਇਨੋਕੋਮੈਸਟੀਆ ਤਾਂ ਉਹਦੇ ਵਿੱਚ ਸਿੰਪਲ ਆਪਰੇਸ਼ਨ ਵੀ ਕੀਤਾ ਜਾ ਸਕਦਾ, ਲਾਈਪੋਸੈਕਸ਼ਨ ਵੀ ਕੀਤੀ ਜਾ ਸਕਦੀ ਪਲਾਸਟਿਕ ਸਰਜਰੀ ਕਰਕੇ,
ਉਹਦਾ ਬ੍ਰੈਸਟ ਦਾ ਸਾਈਜ਼ ਘਟਾਇਆ ਜਾ ਸਕਦਾ, ਪ੍ਰੋਵਾਈਡਡ ਕਿ ਉਹਦਾ ਕੋਈ ਹੋਰ ਰੀਜ਼ਨ ਨਾ ਹੋਵੇ। ਪਹਿਲਾਂ ਅਸੀਂ ਬਾਕੀ ਰੀਜ਼ਨ ਲੱਭ ਲੈਂਦੇ ਕਿਉਂ ਸਾਈਜ਼ ਵੱਧ ਰਿਹਾ, ਜੇ ਕੋਈ ਰੀਜ਼ਨ ਨਹੀਂ ਮਿਲਦਾ ਫਿਰ ਉਹਦੀ ਸਰਜਰੀ ਕਰਕੇ ਉਹਨੂੰ ਠੀਕ ਕੀਤਾ ਜਾ ਸਕਦਾ। ਅੱਛਾ, ਤੁਸੀਂ ਗੱਲ ਕੀਤੀ ਸੀ ਇੱਕ ਹਾਰਮੋਨਲ ਇੰਬੈਲੈਂਸ ਦੀ। ਇਸ ਤੋਂ ਪਹਿਲਾਂ ਇੱਕ ਸਵਾਲ ਸੀਗਾ ਆਸਟ੍ਰੇਲੀਆ ਤੋਂ, ਮੇਰੇ ਖਿਆਲ ਕੋਈ ਫੀਮੇਲ ਸੀਗੇ ਜਿਹਨਾਂ ਨੇ ਕੀਤਾ ਕਿ ਹਾਰਮੋਨਲ ਇੰਬੈਲੈਂਸ ਦਾ ਕਰਕੇ ਜੇ ਕਿਸੇ ਦੇ ਵੇਟ ਦੇ ਵਿੱਚ ਕੁਛ ਵਾਧਾ ਘਾਟਾ ਹੋ ਰਿਹਾ ਤਾਂ ਉਹਦਾ ਵੀ ਇਸ ਸਰਜਰੀ ਨਾਲ ਕੋਈ ਲਿੰਕ ਹੈ ਕਿ ਜਾਂ ਉਹ ਸਿਰਫ ਦਵਾਈਆਂ ਨਾਲ ਠੀਕ ਕੀਤਾ ਜਾ ਸਕਦਾ? ਨਹੀਂ, ਹਾਰਮੋਨਲਸ 'ਚ ਸਭ ਤੋਂ ਜ਼ਿਆਦਾ ਜਿਹੜਾ ਮੋਟਾਪੇ ਨਾਲ ਐਸੋਸੀਏਟਡ ਹੈ ਥਾਇਰਾਇਡ, ਕਿ ਲੋਕ ਇਹ ਮੰਨਦੇ ਹੈ ਕਿ ਥਾਇਰਾਇਡ ਹਾਰਮੋਨ ਘਟਣ ਕਰਕੇ ਜਾਂ ਜਿਹੜੇ ਥਾਇਰਾਇਡ ਦੀ ਮੈਡੀਸਿਨ ਲੈ ਰਹੇ ਹੈ ਉਹ ਵੀ ਮੰਨਦੇ ਹੈ ਕਿ ਸਾਡਾ ਥਾਇਰਾਇਡ ਦੀ ਪ੍ਰੋਬਲਮ ਸੀ ਇਸ ਕਰਕੇ ਵੇਟ ਵੱਧ ਰਿਹਾ ਹੈ ਤੇ ਥਾਇਰਾਇਡ ਦੀ ਦਵਾਈ ਲਵਾਂਗੇ ਤਾਂ ਠੀਕ ਹੋ ਜਾਏਗਾ। ਪਰ ਇਹ ਵੀ ਮਿੱਥ ਹੈ, ਥਾਇਰਾਇਡ ਨਾਲ ਬਹੁਤ ਜ਼ਿਆਦਾ ਵੇਟ ਨਹੀਂ ਵੱਧਦਾ, ਅਰਾਊਂਡ 3-4 kg 5 kg ਇੰਨਾ ਕੁ ਵੇਟ ਵੱਧਦਾ। ਅੱਛਾ ਜੀ। ਔਰ ਉਹ ਯੂਜੂਅਲੀ ਮੈਡੀਸਿਨ ਲੈਣ ਤੋਂ ਬਾਅਦ ਉਹਨਾਂ ਕੁ ਵੇਟ ਲਾਸ ਹੋ ਜਾਂਦਾ। ਪਰ ਉਹ ਲੋਕ ਇਹ ਸੋਚਦੇ ਹੈ ਕਿ ਸਿਰਫ ਥਾਇਰਾਇਡ ਕਰਕੇ ਸਾਡਾ ਵਜਨ ਜ਼ਿਆਦਾ ਹੈ, ਈਵਨ ਦੋ ਬੈਰੀਏਟ੍ਰਿਕ ਰੇਂਜ 'ਚ ਫਾਲ ਕਰਦਾ ਫਿਰ ਵੀ ਉਹ ਸਰਜਰੀ ਨਹੀਂ ਕਰਾਉਂਦੇ ਕਿਉਂਕਿ ਉਹ ਇਹ ਦਿਮਾਗ 'ਚ ਬੈਠਾ ਹੋਇਆ ਹੈ ਕਿ ਥਾਇਰਾਇਡ ਹੀ ਇਹ ਬੇਸਿਕ ਥਾਇਰਾਇਡ ਦਾ ਕਰਕੇ। ਅੱਛਾ, ਥਾਇਰਾਇਡ ਦੇ ਨਾਲ ਸਿਰਫ 2-3 ਕਿਲੋ ਭਾਰ ਵੱਧਦਾ? ਹਾਂ, 2 kg 4 kg ਬਹੁਤ ਗੱਲ ਹੋਏਗੀ 5 kg। ਬਾਕੀ ਜਿਹੜਾ ਵੇਟ ਵੱਧ ਰਿਹਾ ਉਹਨਾਂ ਕਾਰਨਾਂ ਕਰਕੇ ਵੱਧ ਰਿਹਾ ਜਿਨ੍ਹਾਂ ਦਾ ਬਾਕੀਆਂ ਲੋਕਾਂ ਦਾ ਵੱਧ ਰਿਹਾ ਜਿਹਨਾਂ ਦਾ ਥਾਇਰਾਇਡ ਨਾਰਮਲ ਹੈ। ਸੋ ਆਫਟਰ ਸਰਜਰੀ ਥਾਇਰਾਇਡ ਠੀਕ ਤਾਂ ਨਹੀਂ ਹੋਏਗਾ, ਥਾਇਰਾਇਡ ਦੀ ਜਿਹੜੀ ਡੋਜ਼ ਹੈ ਉਹ ਘਟ ਸਕਦੀ ਹੈ। ਅਗਰ ਬਹੁਤ ਥੋੜੀ ਡੋਜ਼ ਹੈ ਤਾਂ ਹੋ ਸਕਦਾ ਹੈ ਕੁਝ ਸਾਲਾਂ ਲਈ ਬੰਦ ਹੀ ਹੋ ਜਾਏ। ਸੋ ਇਹ ਸੋਚਣਾ ਕਿ ਥਾਇਰਾਇਡ ਕਰਕੇ ਵੇਟ ਜ਼ਿਆਦਾ ਹੈ, ਹਾਰਮੋਨਸ ਇੰਬੈਲੈਂਸ ਹੈ, ਇਹ ਸਰਜਰੀ ਨਾ ਕਰਾਈਏ ਗਲਤ ਹੈ। ਸਰਜਰੀ ਨਾਲ ਫਾਇਦਾ ਹੀ ਹੋਏਗਾ। ਦੂਸਰਾ, ਫੀਮੇਲਸ ਹਾਰਮੋਨਲ ਡਿਸਟਰਬੈਂਸ ਨਾਲ ਇਨਫਰਟੀਲਿਟੀ ਹੋ ਜਾਂਦੀ ਜਿਸ ਤਰ੍ਹਾਂ ਅਸੀਂ ਪਹਿਲਾਂ ਦੱਸਿਆ। ਸੋ ਉਹ ਕੁਝ ਲੋਕ ਸੋਚਦੇ ਹਨ ਬਿਕੋਜ਼ ਇਨਫਰਟੀਲਿਟੀ ਹੈ, ਮੈਂਸਸ ਠੀਕ ਨਹੀਂ ਆ ਰਹੇ ਤਾਂ ਵੇਟ ਵੱਧ ਰਿਹਾ ਜੀ ਜੀ, ਰਾਦਰ ਦੈਨ ਉਲਟਾ ਕਿ ਵੇਟ ਜ਼ਿਆਦਾ ਹੈ ਇਸ ਕਰਕੇ ਸਾਰੀਆਂ ਪ੍ਰੋਬਲਮਸ ਹੋ ਰਹੀਆਂ। ਸੋ ਉਹ ਵੀ ਅਗਰ ਬੈਰੀਏਟ੍ਰਿਕ ਰੇਂਜ 'ਚ ਫਾਲ ਕਰਦੇ ਹੈ ਔਰ ਉਹ ਸਰਜਰੀ ਕਰਾ ਲੈਣ ਤਾਂ ਇਹ ਸਾਰੇ ਹਾਰਮੋਨਸ ਠੀਕ ਹੋ ਜਾਣਗੇ ਔਰ ਇਨਫਰਟੀਲਿਟੀ ਵੀ ਠੀਕ ਹੋ ਜਾਏਗੀ। ਅੱਛਾ, ਇੱਕ ਹਰਪ੍ਰੀਤ ਜੀ ਦਾ ਮੈਲਬੌਰਨ ਤੋਂ ਸਵਾਲ ਹੈ। ਉਹ ਕਹਿੰਦੇ ਕਿ ਜਦੋਂ ਅੱਜ ਕੱਲ੍ਹ ਡਾਈਟੀਸ਼ੀਅਨਸ ਜਿਹੜੇ ਨੇ ਉਹ ਬਹੁਤ ਸਾਰੀਆਂ ਆਪਾਂ ਨੂੰ ਡਾਈਟ ਪਲਾਨਸ ਦੇ ਦਿੰਦੇ ਨੇ ਅਤੇ ਜੇ ਆਪਾਂ ਉਹਨਾਂ ਡਾਈਟ ਪਲਾਨਸ ਦੇ ਹਿਸਾਬ ਨਾਲ ਚੱਲਦੇ ਹਾਂ ਤੇ ਫਿਰ ਵੀ ਮਤਲਬ ਇਸ ਸਰਜਰੀ ਤੋਂ ਬਚਿਆ ਜਾ ਸਕਦਾ ਕਿ ਨਹੀਂ, ਜਾਂ ਤੁਸੀਂ ਕੀ ਰਿਕਮੈਂਡ ਕਰਦੇ ਹੋ? ਨਹੀਂ, ਉਹੀ ਕਿ BMI 'ਤੇ ਡਿਪੈਂਡ ਕਰਦਾ। ਅਗਰ BMI ਘੱਟ ਹੈ 32.5 ਤੋਂ ਘੱਟ ਹੈ ਫਿਰ ਅਸੀਂ ਵੀ ਡਾਈਟ ਪਲਾਨਸ ਦਿੰਦੇ ਹਾਂ, ਐਕਸਰਸਾਈਜ਼ ਪਲਾਨਸ ਦਿੰਦੇ। ਕੁਛ ਮੈਡੀਸਿਨਸ ਹੈ 27.5 ਤੋਂ ਜ਼ਿਆਦਾ BMI ਹੈ ਤਾਂ ਉਹ ਮੈਡੀਸਿਨਸ ਵੀ ਨਾਲ ਦੇਈਦੇ ਤਾਂ ਕਿ ਵੇਟ ਘੱਟ ਜਾਏ। ਸੋ ਪੇਸ਼ੈਂਟ ਕਮਿਟਡ ਹੋਣਾ ਚਾਹੀਦਾ, ਪ੍ਰੋਪਰਲੀ ਫੋਲੋ ਕਰੇ ਔਰ ਇਹਨੂੰ ਲੌਂਗ ਟਾਈਮ ਤੱਕ ਫੋਲੋ ਕਰੇ। ਡਾਈਟ ਪਲਾਨ ਦਾ ਮਤਲਬ ਇਹ ਨਹੀਂ ਕਿ ਤੁਸੀਂ 6 ਮਹੀਨੇ ਖਾਇਆ ਫਿਰ ਵਾਪਸ ਸੇਮ ਡਾਈਟ 'ਤੇ ਆ ਗਏ, ਫਿਰ ਉਹ ਵੇਟ ਜਿੰਨਾ ਘਟਿਆ ਮੈਂ ਦੱਸਿਆ ਉਸ ਤੋਂ ਜ਼ਿਆਦਾ ਵੱਧ ਜਾਏਗਾ। ਸੋ ਜ਼ਰੂਰ ਚੇਂਜ ਕਰਨੀ ਲਾਈਫ ਸਟਾਈਲ ਤੋਂ, ਪਰਮਾਨੈਂਟ ਚੇਂਜ ਕਰਨੇ ਆਉਣ ਵਾਲੀ ਲਾਈਫ 'ਚ ਉਹਨੂੰ ਹੈਲਦੀ ਖਾਣਾ ਇੱਕ ਲਿਮਿਟਡ ਕੁਆਂਟਿਟੀ ਦਾ ਖਾਣਾ। ਸੋ ਉਸ ਤਰ੍ਹਾਂ ਕਰੋਗੇ ਔਰ ਤੁਹਾਡਾ ਅਗਰ BMI ਜ਼ਿਆਦਾ ਨਹੀਂ ਹੈ तो 5 to 10% वेट लॉस हो जाएगा और मेनटेन भी रहेगा। लेकिन अगर BMI बहुत ज़्यादा है फिर ये घटन के चांस बहुत घट है। ट्राई करो, अगर नहीं होंगे दैन यू कैन ऑप्ट फॉर सर्जरी। ਅੱਛਾ, ਇੱਕ ਅਵਤਾਰ ਜੀ ਦਾ ਮੈਸੇਜ, ਉਹ ਕਹਿੰਦੇ ਕਈ ਆਯੁਰਵੈਦਿਕ ਦਵਾਈਆਂ ਪੁੜੀਆਂ ਜਿਹੀਆਂ ਬੜੀਆਂ ਆਉਂਦੀਆਂ ਨੇ ਜੀ ਸਾਰਾ ਕੁਝ ਘਟਾਉਣ ਲਈ, ਉਹ ਕੀ ਗੱਲ ਸਹੀ ਚੀਜ਼ ਹੈ ਕਿ ਜਾਂ ਗਲਤ ਹੈ ਜੀ? ਦੇਖੋ, ਆਯੁਰਵੇਦ ਦਾ ਸਾਨੂੰ ਨੌਲੇਜ ਨਹੀਂ ਹੈ, ਸੋ ਆਈ ਵੋਂਟ ਬੀ ਏਬਲ ਟੂ ਕਮੈਂਟ, ਬਟ ਬਾਈ ਐਂਡ ਲਾਰਜ ਜਿਸ ਤਰ੍ਹਾਂ ਮੈਂ ਦੱਸਿਆ ਕਿ ਇਹਨਾਂ ਦਾ ਜ਼ਿਆਦਾ ਇਫੈਕਟ ਨਹੀਂ ਹੁੰਦਾ, 5 ਤੋਂ 10%। ਅੱਛਾ ਜੀ, ਜਦੋਂ ਕਹਿੰਦੇ ਨੇ ਵੀ ਹਾਂਜੀ ਤੁਸੀਂ ਮੋਟੇ ਹੋ ਤੇ ਫਲਾਨਾ ਕੈਪਸੂਲ ਖਾਣਾ ਸ਼ੁਰੂ ਕਰ ਦਿਓ ਤੇ ਤੁਸੀਂ ਪਤਲੇ ਹੋ ਜਾਓਗੇ, ਇਹੋ ਜਿਹੀ ਕੋਈ ਚੀਜ਼ ਵੀ ਵਾਪਰਦੀ ਹੈ ਜਾਂ ਉਹ ਵੈਸੇ ਗੱਲਾਂ ਹੀ ਨੇ? ਨਹੀਂ, ਉਹ ਥੋੜ੍ਹਾ ਜਿਹਾ ਚੇਂਜ, ਉਹੀ ਅਗੇਨ 5 to 10%, ਨਾਟ ਮੋਰ ਦੈਨ ਦੈਟ। ਉਹ ਵੀ ਇਹ ਨਹੀਂ ਕਿ ਹਰ ਕੈਪਸੂਲ ਕਰ ਦੇਗਾ ਜੀ ਜੀ। ਕੁਝ ਦਵਾਈਆਂ ਐਲੋਪੈਥੀ 'ਚ ਵੀ ਹੈਗੀਆਂ ਜਿਹਨਾਂ ਨਾਲ ਵੇਟ ਘਟਦਾ, ਉਹ 'ਚ ਵੀ ਰਿਸਰਚ 'ਚ ਇੰਨਾ ਹੀ ਦੱਸਿਆ ਗਿਆ। ਵਰਲਡ ਓਵਰ ਰਿਸਰਚ ਹੈ, ਸਾਡੇ ਇੰਡੀਆ ਦੇ ਨਹੀਂ, ਕਿ ਜੋ ਵੀ ਮੈਥਡਸ ਹੈਗੇ ਇਹਨਾਂ 'ਚ 95% ਜਿਹੜੇ ਲੋਕ ਹੈ ਉਹ ਇੰਨਾ ਕੀ ਵੇਟ ਘਟਾ ਪਾਉਂਦੇ ਔਰ ਉਹਨਾਂ 'ਚੋਂ ਅਗੇਨ ਰੀਗੇਨ ਕਰ ਲੈਂਦੇ। ਅੱਛਾ, ਕੁਲਵਿੰਦਰ ਜੀ ਦਾ ਵੈਨਕੂਵਰ ਤੋਂ ਸਵਾਲ ਆ, ਉਹਨਾਂ ਨੇ ਆਪਣਾ BMI ਕੱਢ ਲਿਆ ਹੋਊਗਾ, ਉਹ ਕਹਿੰਦੇ 34.3 ਆਉਂਦਾ ਜੀ। ਹਾਂਜੀ, ਤੇ ਕੀ ਉਹ ਸਰਜਰੀ ਦੇ ਕੈਂਡੀਡੇਟ ਹੈਗੇ? ਅਗਰ ਨਾਲ ਕੋਈ ਐਸੋਸੀਏਟਡ ਪ੍ਰੋਬਲਮ ਹੈ ਤੁਸੀਂ ਟੈਸਟ ਕਰਵਾ ਕੇ ਦੇਖੋ, ਅਗਰ ਕੋਈ ਪ੍ਰੀ ਡਾਇਬਟੀਜ਼ ਹੈ, BP ਵੱਧਦਾ ਹੈ, ਕੋਲੈਸਟਰੋਲ ਜ਼ਿਆਦਾ ਹੈ, ਕੋਈ ਹੋਰ ਜੁਆਇੰਟ ਪੇਨਸ ਹੈ, ਕੋਈ ਹੋਰ ਇਸ ਤਰ੍ਹਾਂ ਦੀ ਪ੍ਰੋਬਲਮ ਹੈ, ਫਿਰ ਸਰਜਰੀ ਕਰਾ ਲੈਣੀ ਚਾਹੀਦੀ ਹੈ ਜੀ। ਔਰ ਅਗਰ ਇਹ ਵੱਧ ਕੇ 37.5 ਤੱਕ ਚਲਾ ਗਿਆ ਫਿਰ ਵੀ ਸਰਜਰੀ ਕਰਾ ਲੈਣੀ ਚਾਹੀਦੀ ਹੈ। ਕੁਛ ਰਿਸਰਚ ਇਸ ਤਰ੍ਹਾਂ ਦੀ ਵੀ ਹੈ ਜਿਨ੍ਹਾਂ ਵਿੱਚ ਉਹਨਾਂ ਨੇ ਦੇਖਿਆ ਹੈ ਕਿ ਜਿਹੜੇ 32.5 ਤੋਂ 37.5 ਦੇ ਵਿੱਚ ਆਉਂਦੇ, ਜਿਸ ਤਰ੍ਹਾਂ ਇਹ ਦੱਸ ਰਹੇ ਆ ਜੀ ਜੀ, ਇਹਨਾਂ 'ਚ ਪਹਿਲਾਂ ਰਿਕਮੈਂਡੇਸ਼ਨ ਨਹੀਂ ਸੀਗੀ, ਹੁਣ ਉਹ ਕਹਿੰਦੇ ਕਿ ਅਗਰ ਇਹਨਾਂ 'ਚੋਂ ਕੁਛ ਪੇਸ਼ੈਂਟਸ ਸਾਰਾ ਕੁਛ ਟਰਾਈ ਕਰ ਲਿਆ, ਨਹੀਂ ਵੇਟ ਘਟ ਰਿਹਾ, ਫਿਰ ਵੀ ਉਹ ਵੇਟ ਘਟਾਉਣਾ ਚਾਹੁੰਦੇ ਤਾਂ ਉਹ ਵੀ ਕਰਵਾ ਸਕਦੇ। ਮਤਲਬ ਇਹਦੇ 'ਚ ਹੁਣ ਬਾਹਰ ਨਹੀਂ ਹੈ ਕਿ ਆਪਾਂ ਨਹੀਂ ਕਰਨਾ। ਪੇਸ਼ੈਂਟ ਅਗਰ ਕਹੇ ਕਿ ਮੈਂ ਕਰਵਾਉਣਾ ਚਾਹੁੰਦਾ, ਮੇਰੇ ਕੋਲੋਂ ਨਹੀਂ ਵੇਟ ਘਟ ਰਿਹਾ, ਦੈਨ ਈਵਨ ਇਸ ਰੇਂਜ ਵਾਲੇ ਵੀ ਕਰਵਾ ਸਕਦੇ। ਮੈਂ ਆਪਣੇ ਦਰਸ਼ਕਾਂ ਨੂੰ ਇੱਕ ਵਾਰ ਫਿਰ ਦੱਸ ਦਿਆਂ ਜੀ ਕਿ ਇਹ ਡਾਕਟਰ ਜਸਮੀਤ ਸਿੰਘ ਆਹਲੂਵਾਲੀਆ ਸੀ ਮੇਰੇ ਨਾਲ, ਅਤੇ ਤੁਸੀਂ ਜੇ ਇਹਨਾਂ ਦੇ ਨਾਲ ਸੰਪਰਕ ਕਰਨਾ ਚਾਹੋ ਤਾਂ ਇੱਕ ਵਾਰ ਨੰਬਰ ਫਿਰ ਨੋਟ ਕਰ ਲਓ। ਇੰਡੀਆ ਦਾ ਨੰਬਰ ਹੈ ਮੋਬਾਈਲ ਨੰਬਰ, ਯਾਨੀ ਕਿ +91, ਤੁਸੀਂ ਅੱਗੇ ਲਾ ਲੈਣਾ 988889
9889 ਇਹ ਇਹਨਾਂ ਦਾ ਨੰਬਰ ਹੈ, ਯਾਨੀ ਕਿ 9 3 ਵਾਰ 8 ਤੇ 9 5 3 ਵਾਰ 8 ਤੇ 9 ਇਹ ਇਹਨਾਂ ਦਾ ਨੰਬਰ ਹੈ। ਤੁਸੀਂ ਡਾਕਟਰ ਆਹਲੂਵਾਲੀਆ ਹੋਰਾਂ ਨਾਲ ਸੰਪਰਕ ਕਰ ਸਕਦੇ ਹੋ। ਡਾਕਟਰ ਸਾਹਿਬ, ਗੱਲਾਂ ਬਾਤਾਂ 'ਚ 1 ਘੰਟਾ ਕਦੋਂ ਨਿਕਲ ਗਿਆ ਜੀ ਪਤਾ ਨਹੀਂ ਲੱਗਿਆ। ਤੁਸੀਂ ਸਮਾਂ ਕੱਢਿਆ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ। ਤੇ ਇਸ ਦੇ ਨਾਲ ਹੀ ਆਪਾਂ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ ਜੀ। ਤੇ ਤੁਸੀਂ ਆਪਣਾ ਪਿਆਰ ਮੁਹੱਬਤ ਇਸ ਤਰ੍ਹਾਂ ਬਣਾਈ ਰੱਖਣਾ। ਪ੍ਰਾਈਮ ਏਸ਼ੀਆ ਟੀਵੀ ਨੂੰ ਮੋਹ ਮੁਹੱਬਤ ਕਰਨ ਲਈ ਬਹੁਤ ਧੰਨਵਾਦੀ ਅਸੀਂ ਤੁਹਾਡੇ। ਤੁਹਾਡੇ ਕਮੈਂਟਸ ਮਿਲਦੇ ਰਹਿੰਦੇ ਨੇ, ਬੜੀ ਖੁਸ਼ੀ ਹੁੰਦੀ ਹੈ ਕਿ ਤੁਸੀਂ ਪ੍ਰਾਈਮ ਏਸ਼ੀਆ ਟੀਵੀ ਦੇ ਪ੍ਰੋਗਰਾਮਾਂ ਨੂੰ ਪਿਆਰ ਕਰਦੇ ਹੋ। ਉਹਦੇ ਲਈ ਦਿਲੋਂ ਰਹਿਣੀ ਆ। ਤੇ ਜੇਕਰ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਚੈਨਲ ਨੂੰ ਤਾਂ ਜ਼ਰੂਰ ਕਰਨਾ। ਸਾਨੂੰ ਆਪਣੇ ਪਰਿਵਾਰ ਦੇ ਵਿੱਚ ਵਧੇ ਹੋਏ ਮੈਂਬਰਾਂ ਦਾ ਹਮੇਸ਼ਾ ਇੰਤਜ਼ਾਰ ਰਹਿੰਦਾ ਤੇ ਅਸੀਂ ਸਵਾਗਤ ਵੀ ਕਰਦੇ ਹਾਂ। ਫਿਲਹਾਲ ਦਿਓ ਇਜਾਜ਼ਤ। ਗੁਰਪ੍ਰੀਤ ਸੰਧਾਵਾਲੀਆ ਨੂੰ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਥੈਂਕ ਯੂ।